ਸੋ ਪਿਆਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਨਿਊਜ਼, ਸਿੱਖ ਸੰਗਤ ਉੱਤਰਾਖੰਡ ਦੇ ਫੇਸਬੁੱਕ ਪੇਜ ਤੇ। ਸਿਆਸੀ ਪਾਰਾ ਜਿਹੜਾ ਹੈ, ਹੁਣ ਭਾਵੇਂ ਠੰਡ ਬਹੁਤ ਹੈ ਲੇਕਿਨ ਸਿਆਸੀ ਪਾਰਾ ਜਿਹੜਾ ਗਿਰਦਾ ਜਾ ਰਿਹਾ। ਚੁਣਾਵ ਘੋਸ਼ਣਾ ਸ਼ੁਰੂ ਹੋ ਚੁੱਕੀ ਹੈ ਤੇ ਵੱਖ-ਵੱਖ ਦਾਅਵੇਦਾਰਾਂ ਨੇ ਆਪਣੇ ਹਿਸਾਬ ਦੇ ਨਾਲ ਜਿਹੜੀ ਪਬਲਿਕ ਹੈ ਉਹਨਾਂ ਨੂੰ ਰਿਝਾਉਣਾ ਸ਼ੁਰੂ ਕਰ ਦਿੱਤਾ ਹੈ। ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਵੀ ਪ੍ਰਤਿਆਸ਼ੀ ਨੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਸਰਦਾਰ ਜਰਨੈਲ ਸਿੰਘ ਕਾਲੀ ਜੀ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜਾ ਜਿਹਾ ਇਹਨਾਂ ਦੇ ਕਰੀਅਰ ਬਾਰੇ ਮੈਂ ਤੁਹਾਨੂੰ ਦੱਸ ਦਊਂ। ਸਮਾਜ ਸੇਵੀ ਦੇ ਰੂਪ ਵਿੱਚ ਇਹਨਾਂ ਦੀ ਬਹੁਤ ਵਧੀਆ ਪਛਾਣ ਰਹੀ ਹੈ। 2004 ਤੋਂ ਹਾਲਾਂਕਿ ਇਹਨਾਂ ਨੇ ਸਿਆਸੀ ਕਰੀਅਰ ਵੀ ਸ਼ੁਰੂ ਕੀਤਾ। 2004 ਦੇ ਵਿੱਚ ਸਹਿਕਾਰੀ ਸਮਿਤੀ ਦੇ ਇਹਨਾਂ ਨੇ ਆਪਣੀ ਵਾਈਫ ਨੂੰ ਅਧਿਕਸ਼ ਬਣਾਉਣ 'ਚ ਕਾਮਯਾਬ ਹੋਏ ਸੀ। ਸੋ ਉਸ ਤੋਂ ਬਾਅਦ 2007 ਵਿੱਚ ਸਪਾ ਤੋਂ ਲੜਦੇ ਨੇ। 11,400 ਵੋਟ, ਲਗਭਗ 11,400 ਵੋਟ ਪਾਉਂਦੇ ਨੇ। ਫਿਰ ਨਿਰਦਲੀਏ ਲੜਦੇ ਨੇ 22,800 ਵੋਟ। ਫਿਰ ਉਸ ਤੋਂ ਬਾਅਦ ਬਸਪਾ ਤੋਂ ਲੜਦੇ ਨੇ 26,100 ਵੋਟ। ਤੇ ਗ੍ਰਾਫ ਜਿਹੜਾ ਵੱਧਦਾ ਆ ਰਿਹਾ ਹੈ। ਲੇਕਿਨ ਹੁਣ ਕਿੰਨੀ ਕੁ ਚੁਣੌਤੀ ਹੈ, ਕਿਸ ਨਾਲ ਚੀਜ਼ਾਂ ਨੂੰ ਲੈ ਕੇ ਆਉਣਗੇ। ਤੇ ਆਮ ਆਦਮੀ ਪਾਰਟੀ ਤੋਂ ਬੜੀ ਵੱਡੇ ਪੱਧਰ ਤੇ ਇਹਨਾਂ ਦੀ ਜਿਹੜੀ ਟਿਕਟ ਹੈ ਹੁਣ ਫਾਈਨਲ ਹੋਈ ਹੈ। ਹਾਲਾਂਕਿ ਇੱਕ ਕਿਆਸ ਲਗਾਏ ਜਾ ਰਹੇ ਸੀ ਕਿ ਇਹਨਾਂ ਦੀ ਛਵੀ ਜਿਹੜੀ ਹੈ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਟਿਕਟ ਜਿਹੜੀ ਹੈ ਇਹ ਪਾਉਣ ਨੂੰ ਕਾਮਯਾਬ ਹੋਏ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਰਿਐਕਸ਼ਨ ਦੇਖਦੇ ਹਾਂ। ਭਾਜੀ, ਟਿਕਟ ਤੁਹਾਡੀ ਫਾਈਨਲ ਹੋਈ ਹੈ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਆਪਣੇ ਪ੍ਰਦੇਸ਼ ਪ੍ਰਭਾਰੀ ਦਿਨੇਸ਼ ਮੁਨੀਆ ਜੀ ਦਾ ਧੰਨਵਾਦ ਕਰਾਂਗਾ, ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ। ਔਰ ਮੈਂ ਇਹ ਵੀ ਕਿਹਾ ਸੀ ਕਿ ਤੁਸੀਂ ਸਰਵੇ ਕਰਾਓ, ਜੇਕਰ ਮੈਂ ਵਾਸਤਵ ਵਿੱਚ ਜੋ ਮੇਰੀ ਛਵੀ ਖਰਾਬ ਕਰ ਰਹੇ ਨੇ ਲੋਕ, ਔਰ ਜੇ ਕਿਤੇ ਵੀ ਤੁਹਾਨੂੰ ਨਜ਼ਰ ਆਏ ਤਾਂ ਮੈਂ ਪਾਰਟੀ ਦਾ ਮੈਂਬਰ ਹੋ ਗਿਆ, ਪਾਰਟੀ ਦਾ ਸਦस्य ਹੋ ਗਿਆ। ਮੈਂ ਉਹਨੂੰ ਚੁਣਾਵ ਲੜਾਂਗਾ ਔਰ ਬਿਲਕੁਲ ਕੋਈ ਕੰਮ ਐਸਾ ਨਹੀਂ ਕਰਾਂਗਾ ਕਿ ਜਿੱਥੇ ਪਾਰਟੀ ਨੂੰ ਕੋਈ ਨੁਕਸਾਨ ਹੋਏ। ਤਾਂ ਉਹਨਾਂ ਨੇ ਮੇਰਾ ਸਰਵੇ ਕਰਾਇਆ, ਸਭ ਤੋਂ ਅੱਗੇ ਮੈਨੂੰ ਪਾਇਆ ਕਿ ਜਿੰਨੀਆਂ ਵੀ ਇਹਨਾਂ ਲਾਲਸਨ ਲਗਾਏ ਮੇਰੇ ਤੇ ਸਭ ਝੂਠੇ ਪਾਏ ਗਏ ਔਰ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਪ੍ਰਤੱਖ ਬਣਾਇਆ। ਸਰਦਾਰ ਜਰਨੈਲ ਸਿੰਘ ਜੀ, ਇੱਕ ਚੀਜ਼ ਹੋਰ ਹੈ, ਤੁਸੀਂ ਆਪਣੇ ਸਵਾਲ ਪੁੱਛਦੇ ਜਾਓ। ਜੇ ਤੁਸੀਂ ਜਰਨੈਲ ਸਿੰਘ ਕਾਲੀ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਮੁਖਾਤਬ ਹੁੰਦੇ ਆ। ਭਾਈ ਸਾਹਿਬ ਜੀ, ਤੁਹਾਡੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਪਾਰਟੀ ਬਦਲਣ ਦੇ ਵਿੱਚ ਐਕਸਪਰਟ ਮੰਨੇ ਜਾਂਦੇ ਹੋ, ਕਿਉਂਕਿ ਤੁਹਾਨੂੰ ਜਦੋਂ ਕੋਈ ਐਸੀ ਪਾਰਟੀ ਨਹੀਂ ਜਿਹਦੇ 'ਚ ਤੁਸੀਂ ਚੁਣਾਵਾਂ ਨਾਲ ਲੜ ਸਕੇ ਹੋ। ਸਪਾ, ਨਿਰਦਲੀਏ, ਬਸਪਾ ਤੇ ਕਾਂਗਰਸ ਤੋਂ ਤੁਸੀਂ ਬੜੀ ਵੱਡੀ ਦਾਅਵੇਦਾਰੀ ਪੇਸ਼ ਕੀਤੀ, ਲੇਕਿਨ ਤੁਹਾਨੂੰ ਟਿਕਟ ਨਹੀਂ ਮਿਲੀ। ਕਿਤੇ ਨਾ ਕਿਤੇ ਖਾਮਿਆਜਾ ਵੀ ਦੋ ਪੰਜਾਬੀ ਆਪਸ ਵਿੱਚ ਲੜੇ ਤੇ ਉਹਦਾ ਨੁਕਸਾਨ ਹੋਇਆ। ਦਲ ਬਦਲੂ ਦੇ ਨਾਮ ਤੋਂ ਤੁਹਾਡੀ ਬੜੀ ਵੱਡੀ ਪਛਾਣ ਇੱਕ ਆਮ ਪ੍ਰਚਲਿਤ ਹੋ ਗਈ ਹੈ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਚੰਗੀ ਗੱਲ ਹੈ ਜਨਤਾ ਦੇ ਸਾਹਮਣੇ ਬਹਿ ਕੇ ਇਹੋ ਜਿਹੇ ਸਵਾਲ ਪੁੱਛਣੇ ਵੀ ਚਾਹੀਦੇ ਨੇ ਆਪ ਜੀ ਨੂੰ। ਦੇਖੋ, ਮੈਂ ਸਪਾ ਤੋਂ ਚੁਣਾਵ ਲੜਿਆ ਔਰ ਸਪਾ ਦੀ ਮੇਰੀ ਅੱਗੇ ਵੀ ਤਿਆਰੀ ਸੀ, ਮੈਂ ਸਪਾ 'ਚ ਸੀ। ਲੇਕਿਨ ਕਾਂਗਰਸ ਦੇ स्वास्थ्य मंत्री तिलकराज बेड़ मैनू कहन लगे कि काली चुनाव अगर लड़ना है तो होर भी इन्हों के साथी इन्होंने लड़ना है तो तेरा रिकॉर्ड अच्छा है और कांग्रेस तो तेन टिकट मिल जाएगी, आ जाओ। तो इन्होंने मैनू ज्वाइन कराया। मेरी ज्वाइनिंग हुई। मेरी ज्वाइनिंग 2011 हुई और उस तो बाद इन्होंने मैनू टिकट नहीं दी। टिकट इन्होंने मनीषी तिवारी ने देती और जनता नाल मेरा इन्ना अच्छा संपर्क सी, अज भी है। और उन्हें एक गल कही, काली अगर तू तैयारी की तो चुनाव लड़ना चाहिए है। मैं मतलब ये जनता की मंग सी ਜਿਹੜੇ ਤੁਸੀਂ ਚੁਣਾਵ ਲੜੇ? बिल्कुल जनता की मंग सी। ਤੁਹਾਡਾ ਆਪਣਾ ਉਹ ਤਾਂ ਨਹੀਂ ਸੀ ਕਿ ਇੱਕ ਹਿੱਤ, ਨਿੱਜੀ ਹਿੱਤ? निजी हित देखो, हर इंसान कोशिश करता है कि मैं चुनाव लड़ा, लेकिन जिन्ना मेरा हित सी उस नाल ज्यादा जनता मेरे नाल कंधे ना कंधा ला के खलोती सी और वो इको ही कहते सन काली चुनाव लड़ना है, चुनाव लड़ना है। तो चुनाव लड़या गया और जनता ने पूरा सम्मान दिता। जनता ने पूरा सम्मान दिता। मैं निर्दलीय चुनाव लड़या। मैनू 22,800 कुछ वोट पे, 22,827 वोट लगभग पे, और सेकंड नंबर मेरा आया और कांग्रेस चौथे नंबर ते गई। और कांग्रेस ने इस चीज़ को नोट किया कि अगर जरनैल सिंह काली अगर गदरपुर विधानसभा चुनाव लड़ता है तेनू टिकट देती जाए तो ठीक, वरना कांग्रेस तो नहीं जित रही। इन्हें फिर मेरी ज्वाइनिंग रीना कपूर, मेरे बहुत क्लोज मिक्की कपूर मेरे दोस्त हैं, उन्होंने थ्रू मेरी ज्वाइनिंग हुई कि उनके 'ਚ तय होया
ਕਿ ਜਿਹਨੂੰ ਟਿਕਟ ਮਿਲੇਗੀ ਉਹ ਚੁਣਾव ਲੜੇਗਾ, ਇੱਕ ਦੂਸਰੇ ਨੂੰ सम्मान ਮਿਲੇਗਾ। ਤਾਂ ਮੈਂ ਕਿਹਾ ਕੋਈ ਗੱਲ ਨਹੀਂ, अगर सम्मान वाली गल है, अगर मेरी छवि अच्छी हो, मैंने तो पता सी कि मेरी छवि अच्छी है और मेरी टिकट मिल ही जाएगी, और नहीं तो सम्मानता सरकार देगी ना, एक जगह रहना चाहिए है। उस दौरान भी मैं कोई पार्टी नहीं पकड़ी, मैं फिर कांग्रेस से चला गया। कांग्रेस ਨੂੰ ਆਪਦਾ एक तरह परिवार समझा, लेकिन कांग्रेस ने फिर वही दगा करती मेरे नाल, और हरीश रावत जी ने आखिरली मोमेंट तक मेरे नाल यही वादा रखा, जरनैल ਸਿੰਘ ਕਾਲੀ टिकट तेरी है। लास्ट वाले दिन ਅਸੀਂ ਜਦੋਂ ਦਿੱਲੀ ਤੋਂ ਤੁਰੇ हैं घर, तो उन्होंने मैंने खुद किया सुबह नामांकन करना है आपने, और मैं आ रहा घर शाम ਨੂੰ, ਤੇ शाम ਨੂੰ टिकट ਕੱਟੀ ਜਾਂਦੀ ਹੈ। ਹੁਣ ਦੱਸੋ, ਇੱਕ ਮੈਂ ਪੂਰੇ ਸਮਾਜ ਤੋਂ ਪੁੱਛ ਰਿਹਾ ਕਿ 2 ਵਾਰੀ ਕਾਂਗਰਸ ਮੈਨੂੰ ਲੈ ਗਈ, ਔਰ ਲੈ ਜਾਣ ਤੋਂ ਬਾਅਦ ਮੇਰੀ ਟਿਕਟ ਕੱਟ ਰਹੀ ਹੈ, ਮੈਂ ਕਿੱਥੇ ਦੋਸ਼ੀ ਹਾਂ? ਆਖਿਰ ਮੈਂ ਚੁਣਾਵ ਦੀ ਤਿਆਰੀ ਕਰ ਰਿਹਾ ਹਾਂ, ਤਾਂ ਚੁਣਾਵ ਮੈਨੂੰ ਲੜਨਾ ਸੀ। ਤਾਂ ਫਿਰ ਉਹਦਾ ਵੇਖੋ, ਉਹਦਾ ਖਾਮਿਆਜਾ ਤਾਂ ਭਾਵੇਂ ਵੇਖੋ ਭੁਗਤਣਾ ਪਿਆ ਨਾ, ਤੇ ਤੁਸੀਂ ਦੋਵੇਂ ਪੰਜਾਬੀ ਲੜੇ, ਤੁਹਾਨੂੰ ਅਫਸੋਸ ਨਹੀਂ ਹੈ ਕਿ ਅਗਰ ਉਹਨਾਂ ਚੋਂ ਇੱਕ ਪੰਜਾਬੀ ਖਲੋਤਾ ਹੁੰਦਾ ਤਾਂ ਟਿਕਟ ਫਾਈਨਲ ਭਾਵੇਂ ਵਾਰੀ ਰੱਖ ਲੈਂਦੇ? ਪ੍ਰਯਾਸ ਨਹੀਂ ਕੀਤਾ ਗਿਆ? ਸੁਣੋ, ਮੈਂ ਕਹਿ ਰਿਹਾ ਉਸ ਚੀਜ਼ ਦਾ ਮੈਂ ਤੁਹਾਨੂੰ ਜਵਾਬ ਦਿਆਂਗਾ। ਜੋ ਤੁਸੀਂ ਕਿਹਾ ਨਾ ਕਿ ਤੁਸੀਂ ਪਾਰਟੀ ਬਦਲਣ ਨੂੰ ਮਾਹਿਰ ਹੋ, ਬਿਲਕੁਲ ਜੀ, ਹਾਂ, ਉਸ ਗੱਲ ਦਾ ਮੈਂ ਜਵਾਬ ਦੇ ਰਿਹਾ। ਅਗਰ ਕਾਂਗਰਸ ਮੈਨੂੰ ਟਿਕਟ ਦੇ ਦਿੰਦੀ ਔਰ ਮੈਂ ਕੈਂਡੀਡੇਟ ਸੀ, ਮੈਂ ਜਿੱਤਦਾ ਵੀ, ਤਾਂ ਇੱਕ ਸਵਾਲ ਹੀ ਨਹੀਂ ਉੱਠਣਾ ਸੀ। ਮੈਂ ਫਿਰ ਕਾਂਗਰਸ ਦਾ ਪ੍ਰਤੱਖੀ ਵੀ ਹੁੰਦਾ ਔਰ ਜਿੱਤਿਆ ਹੋਇਆ ਵਿਧਾਇਕ ਵੀ ਹੁੰਦਾ। ਉਹਦਾ ਕੋਈ ਹੋਰ ਵਿਕਲਪ ਨਹੀਂ ਸੀ। ਅਗਰ ਮੰਨ ਲਓ ਤੁਹਾਨੂੰ ਟਿਕਟ, ਵੇਖੋ ਦਾਅਵੇਦਾਰ ਤਾਂ ਬਹੁਤ ਹੁੰਦੇ ਨੇ, ਸਾਰੇ ਕਹਿੰਦੇ ਨੇ ਕਿ ਮੇਰੀ ਦਾਅਵੇਦਾਰੀ ਵਧੀਆ ਹੈ, ਮੇਰੀ ਦਾਅਵੇਦਾਰੀ ਮੈਂ ਮਜ਼ਬੂਤ ਹਾਂ, ਤੇ ਇੱਕ ਕਿਤੇ ਨਾ ਕਿਤੇ ਇੱਕ ਉਹਨਾਂ ਨੇ ਕੋਈ ਇੱਕ ਰਣਨੀਤੀ ਤਾਂ ਬਣਾਈ ਹੋਣੀ ਹੈ, ਭਾਵੇਂ ਇੱਕ ਨੂੰ ਇਸ ਵਾਰ, ਇੱਕ ਨੂੰ ਦੂਜੀ ਵਾਰ, ਕਿ ਤੁਹਾਡੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ। ਵੇਖੋ 2 ਵਾਰ ਤੁਸੀਂ ਜਿਹੜਾ ਕਾਰਨ ਬਣੇ ਹੋ, ਇੱਥੋਂ ਦੀ ਪੰਜਾਬੀ ਦੀ ਸੀਟ ਨਹੀਂ ਨਿਕਲ ਪਾਈ, ਇੱਕ ਕਾਰਨ ਬਣਿਆ ਬਈ ਤੁਸੀਂ, ਉਹ ਲੋਕ ਆਰੋਪ ਲਗਾਉਂਦੇ ਨੇ ਕਿ ਤੁਸੀਂ ਆਪ ਜਿੱਤਣ ਦੇ ਲਈ बीजेपी ਨੂੰ ਜਿਤਾਉਣ ਦੇ ਲਈ ਲੜਾਉਂਦੇ ਹੋ ਵੀ ਤੁਸੀਂ। एक मिनट, ऐसा है, देखो कोई भी कहते हैं पंजाबी घर घटावा कोई भी नहीं होता, आपदा घर फूक के कोई भी तमाशा नहीं वेखदा होंदा। ये सब बेकार दी गल्लां ने। ये वो लोग हैं जो, मैं तो कांग्रेस की गल कहांगा, है ना, कि वो लोग हैं जो हारन के बावजूद बौखला गए और उल्टे सीधे ब्लेम लगा रहे हैं। अरे तुसी देखो जी, मैं चुनाव लड़िया 2017 ਮੈਨੂੰ BSP ज्वाइन करनी पै गई, कांग्रेस ने नहीं दी, तो मैं कांग्रेस के बराबर वोट लिया। कांग्रेस ਨੂੰ 27,000 वोट पे और 27,000 कुछ पे, मैंने 26,000 कुछ पे, है ना, 1,000-1,200 का फर्क रहा। की फर्क रहा? एक BSP जिंदा कोई ਇੱਥੇ ਜਨਾਧਾਰ ਹੀ ਨਹੀਂ ਰਿਹਾ ਸੀ। ਤੁਹਾਨੂੰ ਵੇਖ ਕੇ ਵੋਟ ਮਿਲੇ? ਬਿਲਕੁਲ ਮਿਲੇ। BSP ਤੋਂ ਪਹਿਲੇ ਇੱਕ ਵਾਰ ਵਿਧਾਇਕ ਵੀ ਰਿਹਾ ਇੱਥੇ, ਲੇਕਿਨ ਉਹਨੂੰ ਬੰਗਾਲੀ ਸਮਾਜ ਦਾ ਭਰਪੂਰ ਸਮਰਥਨ ਮਿਲਿਆ। ਉਹ ਆਪਦੇ स्तर ਤੇ ਜਿੱਤਿਆ ਕਿ ਅਸੀਂ 3 ਪੰਜਾਬੀ ਲੜ ਗਏ ਸੀ ਤੇ ਬੰਗਾਲੀ ਸਮਾਜ ਦਾ ਬੰਦਾ ਜਿੱਤ ਗਿਆ ਸੀ। ਅੱਛਾ, ਹੁਣ ਇੱਕ ਸਵਾਲ ਹੈ, ਹੁਣ ਜਿਹੜੀ ਤੁਹਾਡੀ ਝਾੜੂ ਹੈ, ਤੁਸੀਂ ਇਹ ਵੀ ਝਾੜੂ ਕਹਿੰਦੇ ਕਿ ਫੁੱਲ ਛਾਪ ਝਾੜੂ ਹੈ, ਇਹ ਤੁਹਾਡੀ ਝਾੜੂ ਨਹੀਂ ਹੈ, ਇਹਦੇ ਫੁੱਲ ਦੀ ਪਰਤ ਲੱਗੀ ਹੋਈ ਹੈ। ਅਜੇ ਵੀ ਲੋਕਾਂ ਦਾ ਇਸ਼ਾਰਾ ਹੈ ਕਿ ਤੁਸੀਂ BJP ਦੇ ਜਿਹੜੇ ਪ੍ਰਤਿਆਸ਼ੀ ਨੇ ਜਾਂ ਦਾਅਵੇਦਾਰ ਨੇ, ਸਿੱਖਿਆ ਮੰਤਰੀ, ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਉਹਨਾਂ ਨੂੰ ਜਿਤਾਉਣ ਦੇ ਲਈ ਉਤਰੇ ਹੋ। ऐसा देखो, ਹੁਣ ਤੁਸੀਂ ਪੂਰੀ ਗੱਲ ਸੁਣਨਾ। ਆਪਦਾ ਜੋ ਸਵਾਲ ਹੈ, ਸਾਡਾ ਕੰਮ ਹੈ, ਵੇਖੋ ਜੋ ਜਨਤਾ ਦੇ ਵਿੱਚ ਜੋ ਚਰਚਾ ਹੋਏਗੀ ਉਹ ਅਸੀਂ ਤੁਹਾਡੇ ਸਵਾਲ ਪੁੱਛਣੇ ਆ। ਜਿਹੜਾ ਸਵਾਲ ਹੈ ਉਹਨੂੰ ਸਵਾਲ ਦੀ ਪੂਰਾ ਜਵਾਬ ਲੈਣਾ। ਬਿਲਕੁਲ ਹਟਣਾ ਨਹੀਂ। ਦੇਖੋ ਹੁਣ ਗੱਲ ਸੁਣੋ, ਹੁਣ ਜਨਤਾ ਦੀ ਮੰਗ ਸੀ ਕਾਲੀ ਜੀ ਚੁਣਾਵ ਲੜਨਾ ਹੈ, ਮੈਂ ਕਿਹਾ ਬਿਲਕੁਲ ਚੁਣਾਵ ਲੜਾਂਗੇ, ਤੇ ਵਿੱਚੋਂ ਦੀ 2 ਸਾਲ ਤੋਂ ਕਰੋਨਾ ਲੈ ਗਿਆ, ਤੇ ਜਿੰਨਾ ਇੱਕ ਸਵਾਲ ਮੈਂ ਵਿੱਚ ਇਹ ਵੀ ਪਾ ਦਿਆਂ ਨਾਲ, ਤੁਸੀਂ ਵਿੱਚ ਜਵਾਬ ਦਿਆ ਜੇ। ਵੇਖੋ ਵਿੱਚੋਂ ਸਵਾਲ ਇਹ ਵੀ ਉੱਠੇ ਕਿ ਜਰਨੈਲ ਸਿੰਘ ਕਾਲੀ ਮੰਨ ਲਓ ਜਦੋਂ ਪਿਛਲੀ ਵਾਰ ਹਾਰ ਗਏ, ਉਸ ਤੋਂ ਬਾਅਦ ਪਬਲਿਕ ਦੇ ਵਿੱਚ ਨਜ਼ਰ ਨਹੀਂ ਆਏ, ਚੁਣਾਵ ਆਏ ਫਿਰ ਸਕਰੀਏ ਹੋ ਗਏ। ਗਦਰਪੁਰ ਦਾ ਬਾਈਪਾਸ ਦਾ ਮੁੱਦਾ ਇੰਨਾ ਵੱਡਾ ਮੁੱਦਾ ਸੀ, ਤੁਸੀਂ ਉੱਥੇ ਨਦਾਰਦ ਰਹੇ। ਗਦਰਪੁਰ ਦੀਆਂ ਦੁਕਾਨਾਂ ਟੁੱਟੀਆਂ, ਤੁਸੀਂ ਉੱਥੇ ਨਜ਼ਰ ਨਹੀਂ ਆਏ। ਚੁਣਾਵ ਦੇ ਕੋਲ ਸਕਰੀਏ ਹੋ ਗਿਆ ਕਿ ਜਨਤਾ ਤੁਸੀਂ ਪਾਗਲ ਸਮਝਿਆ ਹੋਇਆ। ਐਸਾ ਦੇਖੋ, ਤੁਸੀਂ ਬਿਲਕੁਲ ਸਹੀ ਕਹਿ ਰਹੇ ਜੇ। ਅਗਰ ਬਾਈਪਾਸ ਦਾ ਮੁੱਦਾ ਹੈ, ਕੌਣ ਕਹਿੰਦਾ ਅਸੀਂ ਨਦਾਰਦ ਰਹੇ? ਅਸੀਂ ਬਿਲਕੁਲ ਰਹੇ ਜਨਤਾ ਦੇ ਵਿੱਚ, ਜਿੱਥੇ ਜਿਹੜੀਆਂ ਦੁਕਾਨਾਂ ਗਦਰਪੁਰ ਟੁੱਟੀਆਂ ਉਹਦੇ ਵਿੱਚ ਤੁਸੀਂ ਰਹੇ। ਬਿਲਕੁਲ ਜਨਤਾ ਦੇ ਵਿੱਚ ਰਿਹਾ। ਔਰ ਫੁਟੇਜ ਹਾਲੇ ਤੱਕ ਉਹਦੇ LIU ਕੋਲ ਹੋਣੇ ਨੇ, ਪ੍ਰਸ਼ਾਸਨ ਕੋਲ ਹੋਣੇ ਨੇ। ਇਸ ਫੁਟੇਜ ਤਾਂ ਅਸੀਂ ਨਹੀਂ ਰੱਖੇ ਆਪਦੇ ਕੋਲ, ਕਿਉਂ? ਇਸ ਚੀਜ਼ ਦੀ ਜ਼ਰੂਰਤ ਨਹੀਂ ਸਮਝੀ ਕਿ ਇਹ ਕੰਮ ਵੀ ਹੋਏਗਾ, ਇਹ ਸਵਾਲ ਜਵਾਬ ਵੀ ਹੋਣਗੇ। ਔਰ ਗਦਰਪੁਰ ਦੀ ਜਨਤਾ ਵੀ ਇਸ ਚੀਜ਼ ਨੂੰ ਕਹੇਗੀ ਕਿ ਉੱਥੇ ਬਿਲਕੁਲ ਜਦੋਂ ਅਤੀਕਰਮਣ ਹੋਇਆ ਉਦੋਂ ਅਸੀਂ ਉੱਥੇ ਹੈਗੇ ਸੀ, ਔਰ ਅਸੀਂ ਤਾਂ ਬਿਲਕੁਲ ਸੜਕਾਂ ਤੇ ਬਹਿ ਕੇ ਵਿਰੋਧ ਕੀਤਾ ਸੀ, ਸੜਕਾਂ ਤੇ ਬਹਿ ਗਏ ਸੀ, ਔਰ ਬਿਲਕੁਲ ਜਨਤਾ ਦੇ ਨਾਲ ਖੜੇ ਸੀ, ਔਰ ਅੱਜ ਵੀ ਜਨਤਾ ਦੇ ਨਾਲ ਖੜੇ ਹੈ। ਲੇਕਿਨ ਇਹ ਜਿਹੜੇ ਆਰੋਪ
ਕਿਸੇ ਦੇ ਕਹੇ ਜਾਂ ਤੁਸੀਂ ਆਪਦੇ ਕੋਲ ਕਹਿਰ ਗੱਲ ਕਰ ਰਹੇ ਨਹੀਂ ਵੇਖੋ ਬਿਲਕੁਲ ਸਹੀ ਕਰ ਰਹੇ ਜੋ ਚਰਚਾ ਵੇਖੋ ਸਾਡਾ ਕੰਮ ਹੈ ਵੇਖੋ ਜਿਹੜਾ ਵੀ ਪ੍ਰਤੀ ਜੋ ਚਰਚਾ ਹੁੰਦੀ ਹੈ ਜੋ ਆਮ ਪਬਲਿਕ ਦੇ ਵਿੱਚ ਚਰਚਾ ਚੱਲਦੀ ਹੈ ਅਸੀਂ ਤਾਂ ਉਹ ਸਵਾਲ ਪੁੱਛਦੇ ਹਾਂ ਵੀ ਸਾਨੂੰ ਕਈ ਵਾਰੀ ਕੀ ਜਿਵੇਂ ਅਸੀਂ ਮੰਨ ਲਓ ਹੁਣ ਤੁਹਾਡਾ ਪੋਸਟਰ ਸ਼ੇਅਰ ਕੀਤਾ ਸਾਨੂੰ ਕਈ ਲੋਕਾਂ ਨੇ ਫੋਨ ਕੀਤੇ ਕਈ ਭਾਵੇਂ ਤੁਹਾਡੇ ਭਾਵੇਂ ਵਿਰੋਧੀ ਹੋਣ ਜਾਂ ਲੇਕਿਨ ਸਵਾਲ ਤਾਂ ਉੱਠਦੇ ਨੇ ਨਾ ਬਿਲਕੁਲ ਮੈਂ ਤੁਹਾਨੂੰ ਕਿਹਾ ਇੱਕ ਇੱਕ ਦਾ ਜਵਾਬ ਲਓ ਔਰ ਇਹ ਮਜ਼ਾ ਤਾਂ ਆਏਗਾ ਹੁਣ ਤੁਸੀਂ ਪਹਿਲੇ ਹੁਣ ਇਹ ਜਵਾਬ ਮੈਂ ਤੁਹਾਨੂੰ ਕਿਹਾ ਸੀ ਕਿ 2 ਸਾਲ ਕਰੋਨਾ ਰਿਹਾ ਤਾਂ ਤੁਸੀਂ ਸਵਾਲ ਖੜਾ ਕਰਤਾ ਲੇਕਿਨ ਮੇਰੀ ਗੱਲ ਸੁਣੋ ਪਹਿਲਾ ਸਵਾਲ ਦਾ ਜਵਾਬ ਤਾਂ ਲਓ ਨਾ ਪਹਿਲਾਂ ਹੁਣ ਜਦੋਂ ਤੁਸੀਂ ਕਿਹਾ ਕਿ ਤੁਸੀਂ ਚੁਣਾਵ ਲੜ ਰਹੇ ਹੋ ਔਰ ਤੁਹਾਡੀ ਚੁਣਾਵ ਆਪਣਾ ਝਾੜੂ ਵਿੱਚ ਫੁੱਲ ਦੀ ਰੰਗਤ ਚੜੀ ਹੋਈ ਹੈ ਜਿਹੜੀ ਇਹ ਚਰਚਾ ਹੈ ਫੁੱਲ ਦੀ ਰੰਗਤ ਚੜੀ ਹੋਈ ਇਸ਼ਾਰਾ ਤੁਸੀਂ ਸਮਝ ਗਏ ਹਾਂ ਬਿਲਕੁਲ ਸਮਝ ਗਿਆ ਕਿਉਂ ਅੱਜ ਤੂੰ 4-5 ਅਗਸਤ ਤੋਂ ਲੈ ਕੇ 6 ਮਹੀਨੇ ਲਗਭਗ ਹੋ ਰਹੇ ਨੇ ਜਦੋਂ ਦੀ ਮੈਂ ਆਪ ਜੁਆਇਨਿੰਗ ਕੀਤੀ ਹੈ ਉਦੋਂ ਦੀ ਇਹਨਾਂ ਦੀ ਸਾਰਿਆਂ ਦੀ ਪੇਟ ਦਰਦ ਹੋਣੀ ਚਾਲੂ ਹੋ ਗਈ ਹੈ ਕਿ ਜਰਨੈਲ ਸਿੰਘ ਕਾਲੀ ਆ ਗਿਆ ਅਗਰ ਚੁਣਾਵ ਲੜੇਗਾ ਤਾਂ ਫਿਰ ਕੋਈ ਨਾ ਕੋਈ ਕਦਮ ਆਪਾਂ ਚੱਕ ਲਈਏ ਇਹਨੂੰ ਬਦਨਾਮ ਕਰ ਦਈਏ ਆਪਾਂ ਉਹ ਕੰਮ ਕਰ ਲਈਏ ਕਿ ਇਹ ਪਿੱਛੇ ਹਟ ਜਾਏ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਨਤਾ ਦੇ ਵਿੱਚ ਭੂਰ ਜਿਨ੍ਹਾਂ ਨੇ ਜਿਹੜਾ ਫੈਲਾਇਆ ਹੈ ਉਹ ਉਹਨਾਂ ਦੇ ਹੀ ਬੰਦਿਆਂ ਦੇ ਵਿੱਚ ਹੈ ਆਮ ਜਨਤਾ ਦੇ ਵਿੱਚ ਮੈਂ ਗਿਆ ਮੈਂ ਪੁੱਛਿਆ ਆਮ ਜਨਤਾ ਪਿਆਰ ਮਿਲ ਰਿਹਾ ਤੁਹਾਨੂੰ ਬਿਲਕੁਲ ਮਿਲ ਰਿਹਾ ਔਰ ਸਮੇਂ ਆਏਗਾ ਤੁਸੀਂ ਦੇਖਣਾ ਬਿਲਕੁਲ ਜੀ ਮੈਂ ਪਿਆਰੇ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਤੁਸੀਂ ਆਪਣੇ ਇਹਦੇ ਸਵਾਲ ਜ਼ਰੂਰ ਪਾਉਂਦੇ ਜਾਓ ਕਿਉਂਕਿ ਵੇਖੋ ਸਾਡੀ ਕੋਸ਼ਿਸ਼ ਰਹੇਗੀ ਕਿ ਜਨਤਾ ਦੀ ਕਚਹਿਰੀ 'ਚ ਅੱਜ ਹਾਜ਼ਰ ਨੇ ਸਵਾਲਾਂ ਦੇ ਘੇਰੇ ਵਿੱਚ ਨੇ ਬਈ ਇਹਨਾਂ ਦੀ ਡਿਊਟੀ ਬਣਦੀ ਹੈ ਜਿਹੜੇ ਪਬਲਿਕ ਦੇ ਸਵਾਲ ਨੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਤੁਸੀਂ ਸਵਾਲ ਪਾਓਗੇ ਜ਼ਰੂਰ ਅਸੀਂ ਜਦੋਂ ਟਾਈਮ ਮਿਲੇਗਾ ਥੋੜੀ ਦੇਰ ਬਾਅਦ ਅਸੀਂ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਭਾਈ ਸਾਹਿਬ ਤੋਂ ਪੁੱਛਾਂਗੇ ਭਾਈ ਸਾਹਿਬ ਜੀ ਉਹੀ ਸ਼ਬਦ ਲਾਓ ਨਾ ਦੇਖੋ ਸਵਾਲ ਦਾ ਜਵਾਬ ਹਾਲੇ ਪੂਰਾ ਹੋਇਆ ਨਹੀਂ ਜੀ ਬਿਲਕੁਲ ਦੇਖੋ ਜੋ ਸਵਾਲ ਤੁਸੀਂ ਕੀਤਾ ਉਹਦਾ ਜਵਾਬ ਲਓ ਬਿਲਕੁਲ ਜੀ ਅਗਰ ਤੁਸੀਂ ਕਿਹਾ ਕਿ ਉਹਦੇ ਚ ਫੁੱਲ ਕਿਦਾਂ ਨਜ਼ਰ ਆ ਰਿਹਾ ਹੈ ਮੈਂ ਕਹ ਰਿਹਾ ਇੱਕ ਵੀ ਸਬੂਤ ਮੇਰਾ ਵੀਰ ਕੋਈ ਵੀ ਵਿਧਾਨ ਸਭਾ ਦਾ ਜਾਂ ਵਿਧਾਨ ਸਭਾ ਦਾ ਬਾਹਰ ਦਾ ਵੀ ਕੋਈ ਵੀ ਇੱਕ ਸਬੂਤ ਵਿਖਾਵੇ ਕਿ ਜਰਨੈਲ ਸਿੰਘ ਕਾਲੀ ਨੇ ਇਹ ਸੈਟਿੰਗ ਕੀਤੀ ਹੈ ਜਾਂ ਇਸ ਕੰਮ ਵਿੱਚ ਕਾਲੀ ਨੂੰ ਅਸੀਂ ਕੋਈ ਸੈਟਿੰਗ ਨਹੀਂ ਹੈ ਝਾੜੂ ਬਿਲਕੁਲ ਪਿਓਰ ਹੈ ਬਿਲਕੁਲ ਝਾੜੂ ਪਿਓਰ ਕੋਈ ਫੁੱਲ ਦੀ ਰੰਗਤ ਨਹੀਂ ਹੈ ਬਿਲਕੁਲ ਫੁੱਲ ਦੀ ਕੋਈ ਰੰਗਤ ਨਹੀਂ ਹੈ ਪੂਰਾ ਵਿਸ਼ਵਾਸ ਜਤਾਉਂਦੇ ਹੋ ਜਨਤਾ ਬਿਲਕੁਲ ਜਤਾ ਰਿਹਾ ਔਰ ਝਾੜੂ ਚੱਲੇਗੀ ਇਹਨਾਂ ਦੋਨਾਂ ਪਾਰਟੀਆਂ ਦਾ ਸਫਾ ਹੋਏਗਾ ਮੈਂ ਵਾਅਦਾ ਕਰ ਰਿਹਾ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਵੇਖੋ ਇੱਕ ਹੈਗੇ ਨੇ ਲਗਭਗ 3 ਵਾਰ ਦੇ ਜੇਤੂ ਵਿਧਾਇਕ ਤੇ ਉਹ ਇੰਨੇ ਵੱਡੇ ਮੰਤਰੀ ਪਦ ਤੇ ਵੀ ਸ਼ਾਮਲ ਨੇ ਤੁਸੀਂ ਉਹਨਾਂ ਦੇ ਨਾਲ ਮੰਨਦੇ ਹੋ ਜਾਂ ਕਾਂਗਰਸ ਦੇ ਨਾਲ ਮੰਨਦੇ ਹੋ ਦੇਖੋ ਜਿਸ ਤਰ੍ਹਾਂ ਦੇਖੋ ਮੈਂ ਤਾਂ ਦਿੱਲੀ ਦੀ ਗੱਲ ਕਰਕੇ ਚੱਲਾਂਗਾ ਦਿੱਲੀ ਵਿੱਚ ਦੋਨਾਂ ਪਾਰਟੀਆਂ ਦਾ ਸਫਾਇਆ ਹੋਇਆ ਬਈ ਇੱਕ ਪਹਿਚਾਨ ਲਈ ਥੋੜੀ ਜੀ 7-8 ਸੀਟਾਂ ਬੀਜੇਪੀ ਲੈ ਆਈ ਕਾਂਗਰਸ ਤਾਂ ਬਿਲਕੁਲ ਜ਼ੀਰੋ ਹੋ ਗਈ ਮੈਂ ਤਾਂ ਦੇਖੋ ਦਿੱਲੀ ਤੇ ਉੱਤਰਾਖੰਡ ਵਿੱਚ ਫਰਕ ਹੈ ਨਾ ਵੀ ਉੱਤਰਾਖੰਡ 'ਚ ਬੀਜੇਪੀ ਦੀ ਸਰਕਾਰ ਹੈ ਤੇ ਜਿਹਦਾ ਤੁਹਾਡੇ ਨਾਲ ਮੁਕਾਬਲਾ ਹੈ ਉਹ 3 ਵਾਰ ਦੇ ਜੇਤੂ ਵਿਧਾਇਕ ਨੇ ਉਹਨਾਂ ਨੇ ਇੱਕ ਉਹਨਾਂ ਦਾ ਵਰਚਸਵ ਤਾਂ ਹੈ ਹੀ ਹੈ ਨਾ ਇਸ ਵੇਲੇ ਤੁਸੀਂ ਆਪਣਾ ਮੁਕਾਬਲਾ ਕਿਸ ਤਰ੍ਹਾਂ ਮੰਨਦੇ ਹੋ ਦੇਖੋ ਇਸ ਤਰ੍ਹਾਂ ਹੈ ਕਿ ਹੁਣ ਇਸ ਚੀਜ਼ ਦਾ ਮੈਂ ਕਹਾਂਗਾ ਟਿਕਟਾਂ ਤੇ ਵੀ ਜਾਂਦਾ ਹੈ ਠੀਕ ਹੈ ਨਾ ਹੁਣ ਜਨਤਾ ਦੀ ਮੰਗ ਸੀ ਕਿ ਤੁਸੀਂ ਅਗਰ ਚੁਣਾਵ ਲੜਨਾ ਤਾਂ ਪਹਿਲੇ ਟਿਕਟ ਲਿਆਓ ਤਾਂ ਮੈਂ ਪਾਰਟੀ ਨੂੰ ਕਿਹਾ ਅਗਰ ਤੁਸੀਂ ਚੁਣਾਵ ਲੜਾਣਾ ਹੈ ਔਰ ਮੈਂ ਲੜਨਾ ਹੈ ਤਾਂ ਤੁਸੀਂ ਟਿਕਟ ਮੇਰੀ ਟਾਈਮ ਨਾਲ ਫਾਈਨਲ ਕਰ ਦਿਓ ਤਾਂ ਕਿ ਮੈਂ ਆਪਣੀ ਪੂਰੀ ਤਿਆਰੀ ਕਰ ਸਕਾਂ ਔਰ ਜਨਤਾ ਜੇ ਮੈਸੇਜ ਚਲਾ ਜਾਏ ਜਰਨੈਲ ਸਿੰਘ ਕਾਲੀ ਚੁਣਾਵ ਲੜ ਰਿਹਾ और मेरी टिकट भी फाइनल हुई और जनता की बधाइयां भी मेरे को आईਆਂ और मैं जा भी रहा और लोग मेरे को बुला के सम्मानित भी कर रहे हैं और मेरी मीटिंगां भी लगवा रहे हैं और बिल्कुल खुल के उन आचार संहिता तक क्या सी आचार संहिता लग गई बिल्कुल खुल के उन्होंने कहता है कि जरनैल सिंह काली तुसीं आओ असीं पूरा तुहाडा सम्मान करांगे और असीं चाहते हैं ऐसा छवि वाला मुख्यमंत्री चाहते हैं जिन्हें दिल्ली चलाई है और पूरे देश को दिखाता है कि मैं दिल्ली को साम रखा है और मैं चाहना कि ਦਿੱਲੀ ਦੇ ਦੇਸ਼ ਦੇ ਪੂਰੇ ਰਾਜਾਂ 'ਚ ਐਸਾ ਤੁਸੀਂ ਮੁੱਖਮੰਤਰੀ ਲਿਆਓ ਜੋ ਰਾਜ ਨੂੰ ਬਿਲਕੁਲ ਸਿੱਧੀ ਰਾਹ ਤੋਰ ਸਕੇ ਔਰ ਇਮਾਨਦਾਰ ਪ੍ਰਤੀਆਸ਼ੀ ਖੜੇ ਕਰੇ ਔਰ ਇਮਾਨਦਾਰੀ ਨਾਲ ਸਰਕਾਰ ਚੱਲੇ ਭ੍ਰਿਸ਼ਟ ਨੇਤਾ ਨੂੰ ਕਿਸੇ ਕੀਮਤ ਤੇ ਉਹ ਟਿਕਟ ਨਹੀਂ ਦੇਣਗੇ ਨਾ ਭ੍ਰਿਸ਼ਟਾਚਾਰੀ ਚੱਲਣ ਦੇਣਗੇ ਔਰ ਇੱਥੇ ਜੋ ਭ੍ਰਿਸ਼ਟਾਚਾਰੀ ਹੋਈ ਹੈ ਉਹ ਭ੍ਰਿਸ਼ਟਾਚਾਰੀ ਅੱਗੇ ਨਹੀਂ ਹੋਏਗੀ ਆਉਣ ਵਾਲੇ ਟਾਈਮ ਬਲੇਮ ਹੈ ਤੁਹਾਡਾ ਪਾਂਡੇ ਜੀ ਤੇ ਭ੍ਰਿਸ਼ਟਾਚਾਰ ਹੋਇਆ ਬਿਲਕੁਲ ਮੈਂ ਕਹਿ ਰਿਹਾ ਭ੍ਰਿਸ਼ਟਾਚਾਰ ਕਿੰਨਾ ਕੰਮ ਹੈ ਮੈਂ ਕਹਿਣਾ ਤੁਸੀਂ ਜ਼ਿਆਦਾ ਦੂਰ ਨਾ ਜਾਓ ਤੁਸੀਂ ਬਾਈਪਾਸ ਨੂੰ ਹੀ ਲੈ ਲਓ ਅੱਜ ਤੋਂ 3 ਸਾਲ ਦੀ ਜਨਤਾ ਇਤਨੀ ਨੁਕਸਾਨ 'ਚ ਆ ਗਈ ਹੈ ਜਿੰਦਾ ਕੋਈ ਹਿਸਾਬ ਨਹੀਂ 3 ਵਾਰੀ ਸ਼ਹਿਰ ਟੁੱਟਾ ਇਹਨਾਂ ਨੇ 6 ਇੰਚੀ ਪਰ ਬਾਜ਼ਾਰ ਤੋੜਵਾਤਾ ਕਿੰਨੇ ਸ਼ਰਮ ਵਾਲੀ ਗੱਲ ਹੈ 6 ਇੰਚੀ ਪਰ ਤੁਹਾਡਾ ਕੀ ਜਾ ਰਿਹਾ ਸੀ ਅਗਰ ਇੱਕ ਵਪਾਰੀ अगर दुकान खोल के बैठा है अगर तुसी एक बार तोड़ फोड़ कराती ਉਹਨੂੰ 2-3 ਮਹੀਨੇ ਲੱਗ ਗਏ ਸੈਟਿੰਗ ਕਰਦੇ ਹੋਏ ਫਿਰ ਤੁਸੀਂ ਉਹ ਖਤਮ ਹੋਇਆ ਫਿਰ ਤੁਸੀਂ ਉਹ ਕੰਮ ਕਰਾਤਾ ਫਿਰ ਉਹ ਖਤਮ ਹੋਇਆ ਤੁਸੀਂ ਫਿਰ ਕੰਮ ਕਰਾਤਾ ਸਾਲ 1.5 ਸਾਲ ਵਪਾਰੀ ਘਰ ਬਹਿ ਗਿਆ ਕੋਈ ਕੰਮ ਨਹੀਂ ਕਰ ਪਾਇਆ ਫਿਰ ਉਸ ਤੋਂ ਬਾਅਦ ਇਹ ਕੋਰੋਨਾ ਦੀ ਮਾਰ ਪੈ ਗਈ ਵਪਾਰੀਆਂ ਤੁਸੀਂ ਥੱਲੇ ਲਾਤਾ ਔਰ ਅੱਜ ਅਗਰ ਇਹਨਾਂ ਨੇ ਬਾਈਪਾਸ ਬਣਾਇਆ ਹੁੰਦਾ तो किनिया मौतां हुई और किन्ने लोगों को परेशानी हो रही है गदरपुर जावन लगे तो 5-7 मिनट गदरपुर जावन लगे तो 5-7 मिनट का रास्ता है और गदरपुर निकलने लगे आधा पौना घंटे का रास्ता है
और अगर कोई सीरीयस बंदा वास्तविक अगर किसी गड्डी च होवे या कोई एमरजेंसी वाला किधर जाना होवे वो तो कन्ना हथ लगाता है कि यार इस पासों ना जाके होर किसी पास जाइए, जो बाईपास होए तो जाएगा। और 3 साल ਦਾ ਇਹਨਾਂ ਦੇ ਕੋਲ ਬਾਈਪਾਸ ਤਿਆਰ ਨਹੀਂ ਹੋਇਆ, ਇਹ धांधली नहीं तो होर की है। ਕੀ ਜਨਤਾ ਨੂੰ ਵਿਸ਼ਵਾਸ ਹੁੰਦਾ ਤੁਸੀਂ ਬਣ ਜਾਓ ਵਿਧਾਇਕ ਤੇ ਬਾਈਪਾਸ ਤੁਰੰਤ ਬਣੇਗਾ? बिल्कुल बनेगा। जो काम रह गया तुरंत काम होएगा और हैंड टू हैंड होएगा। कोई काम ऐसा नहीं होएगा जनता दे जो जनता चाहेगी हैंड टू हैंड काम होएगा। जनता ਦੇ घर घर जाके एक छोटी छोटी सभावां नुक्कड़ सभावां करा के जिन्ना दा जो काम है तुसी लियाओ और हैंड टू हैंड काम लाओ। ये नहीं है कि इलेक्शन आएगा तो नारियल फोड़े जाएंगे। आज चुनाव चल रहे हैं तो आज नारियल फोड़े जा रहे हैं कि थोड़े काम कराते जाएंगे, नारियल फोड़ने की कम हो जाएंगे। आज जिन्ने नुकसान हुए जिन्ने लोग चोटिल हुए ने आज मैं तुहानू 3-4 सड़क दसा। एक रायपुर अर्जनपुर की रोड सी, इत्थे 4 ਪਿੰਡ ਰਾਜ ਸਿੱਖ ਸਮਾਜ ਦੇ ਲੱਗਦੇ ਨੇ, ਬੰਗਾਲੀ ਸਮਾਜ ਵੀ ਉਹਦੇ ਵਿੱਚ ਨਾਲ ਹੀ ਤੁਰਦਾ ਉੱਥੇ। ਤੇ ਉਸ ਰੋਡ 3 ਕਿਲੋਮੀਟਰ ਦਾ ਏਰੀਆ ਹੈ, ਲਗਭਗ 3 ਕਿਲੋਮੀਟਰ ਪਲੱਸ ਹੈ। ਉਸ ਨਾ ਬੱਚਾ ਸਕੂਲ ਜਾ ਪਾ ਰਿਹਾ ਹੈ ਔਰ ਨਾ ਹੀ ਵੱਡੇ ਉੱਥੋਂ ਦੀ ਨਿਕਲ ਪਾ ਰਹੇ ਨੇ। ਔਰ ਕਮ ਸੇ ਕਮ ਮੈਂ ਇਹ ਕਹਾਂਗਾ ਕਿ ਇਤਨੀ ਮੋਟੀ ਮੋਟੀ ਰੋੜੀਆਂ ਜਿਹੜੀ ਮੋਟਰਸਾਈਕਲ ਦੇ ਟਾਇਰ ਦੇ ਥੱਲੇ ਆਉਂਦੀ ਹੈ ਨਾ, ਮੋਟਰਸਾਈਕਲ ਕਦੇ ਇੱਧਰ ਹੋ ਜਾ ਕਦੇ ਇੱਧਰ ਹੋ ਜਾਂਦਾ। ਤੁਹਾਡੇ ਕਹਿਣ ਦਾ ਕੰਮ ਨਹੀਂ ਹੋਇਆ? ਕੰਮ ਨਹੀਂ ਹੋਇਆ, ਨੁਕਸਾਨ ਹੋਇਆ। ਲੋਕ ਚੋਟ ਹੀ ਲੋਏ ਨੇ, ਲੋਕਾਂ ਨੂੰ ਚੋਟਾਂ ਲੱਗੀਆਂ ਨੇ। ਕਈ ਲੋਕ ਐਸੇ ਹਨ ਬਜ਼ੁਰਗ ਜਿਹਨਾਂ ਨੂੰ ਚੋਟਾਂ ਲੱਗੀਆਂ ਨੇ, ਅੱਜ ਵੀ ਉਹ ਦਰਦ ਨੂੰ ਲੈ ਕੇ ਬੈਠੇ ਨੇ। ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਹੈ ਬਹੁਤ ਜ਼ਿਆਦਾ, ਸ਼ਾਇਦ ਤੁਸੀਂ ਮੇਰੇ ਖਿਆਲ ਨਾਲ ਕੇਸ ਵੀ ਕੀਤਾ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਹੈ, ਕਿ ਉਹਦੇ ਨਾਲ ਤੁਹਾਡੀ ਛਵੀ ਖਰਾਬ ਨਹੀਂ ਹੋ ਰਹੀ, ਕਿ ਤੁਹਾਨੂੰ ਦਿੱਕਤ ਨਹੀਂ ਆਏਗੀ ਅੱਗੇ? ਨਹੀਂ ਵੀਡੀਓ ਮਸਲਾ ਕੀ ਸੀ? ਕਿਉਂਕਿ ਤੁਹਾਡੇ ਤੇ ਆਰੋਪ ਲਗਾਇਆ ਜਾ ਰਿਹਾ ਕਿ ਤੁਸੀਂ ਲੋਕਾਂ ਦਾ ਕਰੋੜੋਂ ਰੁਪਈਆ ਦੇਣਾ ਹੈ, किधर ना किधर ਤੁਹਾਡੇ ਇਹਦੇ ਚ ਦਿੱਕਤ ਆਏਗੀ? नहीं कोई दिक्कत नहीं है। देखो मैं बाजारे घूम रहा, अगर मेरे माने कोई चोर होता या मैं कोई ऐसा व्यक्ति होता, वीडियो वो झूठी, अरे मेरी सुन तो लो, अगर मेरे माने कोई ऐसी गल होंदी तो फिर मैं घर बहिंदा, मैं जनता दे विच क्यों जांदा? मैनूं पता है ना कि मैं जाऊंगा तो लोग लालछन लगाणगे या लोग ऐसी गल्लां करनगे। मैनूं एक आज तो 2 महीना पहला रामलीला 2-2.5 महीने हो गए लगभग, रामलीला का एक झंडा लैके शहर तो मंच से जाना सी। मैनू एक विजय सुखीजा जी और मेरे वीर शहर ਦੇ 1-2 फोन हो रहे सन, ਤੇ ਉਹਨਾਂ ਦਾ जब फोन आया तो मैं गया सी। ਉਹਨਾਂ ਦੇ ਸੱਦੇ ਤੇ ਤੁਸੀਂ? हाँ मैं सद्दे ਤੇ ਗਿਆ ਸੀ और सद्दे ਤੇ ਗਿਆ ਸੀ, झंडा लैके ਅਸੀਂ ਉੱਥੇ ਪਹੁੰਚੇ। ਉੱਥੇ ਰਾਜਨੀਤਿਕ षडयंत्र रच लिया बई अकाली अगर आया है ये तो चुनाव की तैयारी कर रहा है। ਉੱਥੇ ਕਾਂਗਰਸ ਦੇ ਲੋਕ ਕਾਫੀ ਬੈਠੇ ਸਨ। मैं सीधा आरोप कांग्रेस ਤੇ लगा रहा ਤੁਹਾਡੇ ਵਿਰੋਧੀਆਂ ਵੱਲੋਂ ਤੁਹਾਨੂੰ ਬਦਨਾਮ ਕਰਨ ਦੀ? हाँ बिल्कुल बिल्कुल बिल्कुल। ਉਹਨਾਂ देखो अगर ਮੇਰੇ ਭਰਾਵਾਂ ਦਾ ਜੋ ਫਰਮ ਸੀ ਉਹਦੇ ਮੇਰਾ ਕੋਈ ਮਤਲਬ ਨਹੀਂ। ਮੈਂ ਤਾਂ ਉਹਨਾਂ ਨੂੰ ਕਿਹਾ ਸੀ ਤੁਸੀਂ ਬੈਂਕ ਤੋਂ ਜਾਂ ਤੁਸੀਂ ਆਪ ਵੀ ਕਦੀ ਲੈਣ ਦੇਣ ਕੀਤਾ ਹੈ ਤਾਂ ਮੈਂ ਉਹਦੇ ਤੁਹਾਨੂੰ ਕਦੀ ਨਹੀਂ ਮਿਲਿਆ ਹੋਵਾਂਗਾ। ਔਰ ਬੈਂਕ ਦਾ ਵੀ ਜਾ ਕੇ ਦੇਖ ਲਓ, ਕਦੀ ਵੀ ਮੇਰੇ ਖਾਤੇ 'ਚ ਕੋਈ ਨਾ ਆਇਆ ਨਾ ਉਹਦੇ ਤੁਹਾਡਾ ਲੈਣਾ ਦੇਣਾ ਮੇਰਾ ਕੋਈ ਲੈਣਾ ਦੇਣਾ। ਪਬਲਿਕ ਦੇ ਵਿੱਚ ਉਹਨਾਂ ਨੇ ਮੈਸੇਜ ਇਹ ਗਿਆ ਕਿ ਤੁਸੀਂ ਬੜੀ ਵੱਡੀ ਦੇਣਦਾਰੀ ਹੈਗੀ ਹੈ। ਉਹ ਕਹਿੰਦੇ ਸੀ ਕਿ ਪਹਿਲਾਂ ਤੁਸੀਂ ਦੇਣਦਾਰੀ ਤਾਂ ਇਲੈਕਸ਼ਨ ਦੀ ਤਿਆਰੀ ਕੀਤੀ, ਉਹਨਾਂ ਦਾ ਕਹਿਣਾ ਇਹ ਸੀਗਾ। ਨਹੀਂ ਉਹ ਕਹਿ ਲੈਣ। ਦੇਖੋ ਜੀ ਅਗਰ ਮੇਰੇ ਭਰਾਵਾਂ ਨਾਲ ਮੈਂ ਗੱਲ ਕੀਤੀ, ਉਹ ਜਿੱਥੋਂ ਉਹ ਪ੍ਰੋਗਰਾਮ ਹੋਇਆ, ਜੋ ਗੱਲਾਂ ਹੋਈਆਂ, ਜੋ ਇਹਨਾਂ ਨੇ ਵੀਡੀਓ ਵਾਇਰਲ ਕੀਤੀ, ਤਾਂ ਉਸ ਤੇ ਗੱਲ ਹੋਈ ਕਿ ਤੁਸੀਂ ਭਰਾਵਾਂ ਨਾਲ ਗੱਲ ਕਰਾਓ। ਮੈਂ ਭਰਾਵਾਂ ਨਾਲ ਗੱਲ ਕੀਤੀ, ਉਸ ਟਾਈਮ ਗੱਲ ਨਹੀਂ ਹੋ ਪਾਈ। ਤੇ ਭਰਾਵਾਂ ਨਾਲ ਗੱਲ ਕੀਤੀ, ਗੱਲ ਭਰਾ ਕਹਿੰਦੇ ਸਾਡੇ ਕੋਲ ਸਟਾਂਪ ਪਏ ਨੇ, ਸਾਡੇ ਕੋਲ ਸਟਾਂਪ ਪਏ ਨੇ। ਔਰ ਤੁਹਾਨੂੰ ਲੱਗਦਾ ਕਿਤੇ ਉਸ ਚੀਜ਼ ਦਾ ਅਸਰ ਪਏਗਾ ਤੁਹਾਡੇ ਤੇ? ਦੇਖੋ ਅਸਰ ਮੇਰੇ ਤੇ ਕਿਉਂ ਪਏ, ਜਦ ਮੈਂ ਉਹਦੇ 'ਚ ਕੋਈ ਮਤਲਬ ਹੀ ਨਹੀਂ ਮੇਰਾ। ਅਗਰ ਹੁਣ ਤੁਸੀਂ 2 ਭਰਾ ਜੇ, ਸਭ ਤੋਂ ਆਪੋ ਆਪਣਾ ਲੈਣ ਹਾਂ ਸਭ ਤੁਹਾਡਾ ਕਹਿਣ ਦਾ ਭਾਵ ਹੈ ਤੁਸੀਂ ਹੁਣ ਆਪਦੇ ਭਰਾ ਜੇ, ਅਗਰ ਮੰਨ ਲਓ ਤੁਸੀਂ ਕਰਦੇ ਹੋ ਤਾਂ ਤੁਸੀਂ ਜ਼ਿੰਮੇਦਾਰ ਹੋ, ਕਿ ਦੂਜਾ ਭਰਾ ਥੋੜੀ ਜ਼ਿੰਮੇਦਾਰ ਹੋ ਜਾਏਗਾ, ਹੈ ਨਾ? ਨੁਕਸਾਨ ਹੋਇਆ ਕਿਸੇ ਵਜ੍ਹਾ ਨਾਲ ਉਹਨਾਂ ਦਾ, ਤਾਂ ਉਹਨਾਂ ਦੇ ਕੋਲ ਸਟਾਮ ਹੈ, ਉਹਨਾਂ ਨੇ ਨਿਪਟਾ ਲਿਆ। ਲੇਕਿਨ ਉੱਥੇ ਉਹ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਉਹਨਾਂ ਦਾ ਕੋਈ ਕਸੂਰ ਨਹੀਂ। ਕਿਉਂ? ਹਰ ਕੋਈ ਕਹਿੰਦਾ ਹੈ ਅਗਰ ਮੰਨ ਲਓ ਮਾੜਾ ਮੋਟਾ ਕਿਸੇ ਦਾ ਹੈਗਾ ਸੀ ਤੇ ਮੈਂ ਉਹਨਾਂ ਦਾ ਕਸੂਰ ਲੈ ਕੇ ਬਿਲਕੁਲ ਵੀ ਨਹੀਂ ਚੱਲਦਾ। ਕਿਉਂ? ਹਰ ਬੰਦਾ ਆਪਦਾ ਦਰਦ ਕਹਿੰਦਾ ਹੈ ਕਿ ਭਾਈ ਸਾਹਿਬ ਇਹ ਗੱਲ ਹੈ ਤੇ ਕੋਸ਼ਿਸ਼ ਕਰਿਆ ਜੇ ਤੇ ਇਹ ਕੰਮ ਜਿਹੜਾ ਹੋਇਆ ਸੀ ਤੇ ਉਹਦੇ ਥੋੜੀ ਸਾਡੀ ਮਦਦ ਕਰਾ ਦਿਓ। ਤੁਸੀਂ ਕਹਿੰਦੇ ਹੋ ਬੀਜੇਪੀ ਵੀ ਮਦਦ ਕਰਾ ਦਿਓ, ਤੇ ਉਹ ਗੱਲ ਮੈਂ ਕਿਹਾ ਠੀਕ ਹੈ। ਉਹ ਗੱਲ ਉਹਨਾਂ ਨੇ ਜੋ ਕੀਤੀ ਜਾਇਜ਼ ਹੈ। ਹਰ ਕੋਈ ਆਪਦਾ ਦੁੱਖ ਦੀ ਗੱਲ ਕਰਦਾ ਹੁੰਦਾ ਹੈ, ਸੁੱਖ ਦੀ ਵੀ ਗੱਲ ਕਰਦਾ ਹੁੰਦਾ ਹੈ। ਤੇ ਉੱਥੇ ਜਿਹੜੇ ਪਿੱਛੇ ਬਹਿ ਕੇ ਲੋਕਾਂ ਨੇ ਵੀਡੀਓ ਬਣਾਈ, ਤੁਹਾਨੂੰ ਜਿਹੜੀ ਮਿੱਥੀ ਸਾਜ਼ਿਸ਼ ਦੇ ਤਹਿਤ ਉਹ ਵੀ ਤੁਹਾਨੂੰ ਬਦਨਾਮ ਕਰਨ ਦੇ ਲਈ, ਬਈ ਜਰਨੈਲ ਸਿੰਘ ਕਾਲੀ ਫਿਰ ਚੁਣਾਵ ਲੜ ਰਹੇ ਨੇ ਤੇ ਇਹਨਾਂ ਨੂੰ ਉਹਨਾਂ ਨੇ ਰੁਕਣਾ ਨਹੀਂ ਹੈ, ਇਹਨਾਂ ਨੂੰ ਇਸ ਤਰ੍ਹਾਂ ਬਦਨਾਮ ਕਰ ਦਿਓ ਸ਼ਾਇਦ ਇਹ ਬਹਿ ਜਾਣ। ਇਹ ਮਨਸ਼ਾ ਬਿਲਕੁਲ ਇਹ ਮਿੱਥਿਆ ਗਿਆ ਸੀ। ਇਹ ਇਹਨਾਂ ਦਾ ਜਿਹੜਾ
ਫਾਰਮੂਲਾ ਸੀ ਉਹ ਕਾਮਯਾਬ ਨਹੀਂ ਹੋਇਆ। ਇਹਨਾਂ ਬਹੁਤ ਕੋਸ਼ਿਸ਼ ਕੀਤੀ। ਇਹਨਾਂ ਮੇਰੇ ਪਾਰਟੀ ਦੇ ਕਾਰਜਕਰਤਾ ਵੀ ਕੁਝ ਇਹੋ ਜਿਹੇ ਹੈਗੇ ਸਨ ਜਿਹੜੇ ਇਹਨਾਂ ਦੀ ਗੱਲਾਂ 'ਚ ਆ ਕੇ ਉਹਨਾਂ ਮੇਰੇ ਖਿਲਾਫ ਇਹ ਕੋਸ਼ਿਸ਼ ਕੀਤੀ ਕਿ ਜਰਨੈਲ ਸਿੰਘ ਕਾਲੀ ਹੁਣੇ ਆਇਆ, ਉਹਨੂੰ ਟਿਕਟ ਨਹੀਂ ਮਿਲੇਗੀ, ਉਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਹਾਂ, ਵਿੱਚੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਸੀ, ਆਪ ਦੇਖਿਆ। ਤੁਸੀਂ ਹੁਣ ਨਹੀਂ ਜਵਾਬ ਪੁੱਛ ਰਹੇ ਹੋ, ਲੇਕਿਨ ਮੈਂ ਉਹ ਜਵਾਬ ਦੇ ਰਿਹਾ, ਸਵਾਲ ਨਹੀਂ ਪੁੱਛਿਆ ਤੁਸੀਂ। ਇਹਨਾਂ ਦਾ ਮੇਰੇ ਪਾਰਟੀ ਦੇ ਕਾਰਜਕਰਤਾ ਨੇ ਨਹੀਂ ਛੱਡੇ, ਉਹਨਾਂ ਨੂੰ ਹਾਇਰ ਕੀਤਾ, ਉਹਨਾਂ ਨੂੰ ਚਾਹ ਪਾਣੀ ਦਿੱਤਾ, ਜੋ ਵੀ ਦਿੱਤਾ। ਮੈਂ ਨਹੀਂ ਕਹਿ ਸਕਦਾ ਇਸ ਚੀਜ਼ ਨੂੰ। जब उन्होंने मेरे खिलाफत की पार्टी का मैंबर का कोई खिलाफत नहीं करता। अगर उन्होंने खिलाफत की तो इन्होंने कहते की सी। और फिर भी उसके बाद भी मेरी जांच हुई, मैं बिल्कुल पाक साफ पाया गया और मैनू पार्टी ने मान सम्मान दिता और पार्टी की सीट जिता के पार्टी की झोली देंगे। और आने वाले टाइम इतने सरकार भी लोग ना पहले की कहते सन, पता है दिल्ली कहते आम आदमी पार्टी 2 सीटां, आम आदमी पार्टी 4 सीटां। वो पता तां लग्या लोकां दियां 2-2 4 सीटां आईयां, बाकी सब साफ हो गया। वो काम इत्थे होण वाला है। ਤੁਸੀਂ ਕਹਿੰਦੇ ਹੋ ਆਮ ਬੀਜੇਪੀ ਵੀ ਸਹੀ ਨਹੀਂ ਹੈ, ਕਾਂਗਰਸ ਵੀ ਸਹੀ ਨਹੀਂ ਹੈ, ਤੁਹਾਡੇ ਕੋਲ ਕੀ ਰੂਪ ਰੇਖਾ? ਤੁਸੀਂ ਉੱਤਰਾਖੰਡ ਦੀ ਜਨਤਾ ਨੂੰ ਕਿਸ ਤਰ੍ਹਾਂ ਰਿਝਾਓਗੇ? ਆਖਰ ਕਿਉਂ ਪਬਲਿਕ ਤੁਹਾਨੂੰ ਵੋਟ ਦੇ? ਵੀ ਤੁਹਾਡੇ ਕੋਲ ਕੀ ਏਜੰਡਾ ਹੈ, ਕਿਸ ਤਰ੍ਹਾਂ ਦੀ ਰੂਪ ਰੇਖਾ ਹੈ? ਵੀ ਤੁਸੀਂ ਪਬਲਿਕ ਵਿੱਚ ਜਾ ਰਹੇ ਹੋ, ਕੀ ਵਾਅਦੇ ਲੈ ਕੇ ਜਾ ਰਹੇ ਹੋ? देखो वादे देखो एक तो कहते ना बंदा जोड़ जाड़ के गल्लां करता है, अपना सीधा इको ही ठेठ गल इको गल और बिल्कुल सीधी गल। देखो जी, जो वास्तव में विधान सभा काम होने वाले ने वो मैनू नजर है, क्यों मैं घूमया होया। और आज तो नहीं, पहले तो भी लोग कहे हुए ने काम, वो आज तक काम होए नहीं, आज तक काम होए नहीं। और मैं अगर ये चुनाव लड़ रहा और ये भी तय सी कि अगर तीसरा विकल्प अगर आम आदमी पार्टी का नहीं आउंदा तो मैं चुनाव नहीं लड़ना सी। क्यों? मैं कांग्रेस से जाना नहीं सी, मैनू टिकट मिलनी नहीं। ਇੱਕ ਚੀਜ਼ ਹੋਰ, ਜਿਵੇਂ ਤੁਹਾਨੂੰ ਇਹ ਵਿੱਚ ਇੱਕ ਸਵਾਲ ਹੋ, ਤੁਹਾਨੂੰ ਜਿਵੇਂ ਐਕਸਪਰਟ ਕਿਹਾ ਜਾਂਦਾ ਪਾਰਟੀ ਬਦਲਣ ਦੇ ਵਿੱਚ, ਅੱਛਾ ਹੁਣ ਇਹ ਆਮ ਆਦਮੀ ਪਾਰਟੀ ਦਾ ਸਹਾਰਾ ਚੁਣਾਵ ਤੱਕ ਰਹੇਗਾ ਜਾਂ ਉਸ ਤੋਂ ਅੱਗੇ ਵੀ ਚੱਲੇਗਾ? देखो मेरी गल सुनो, हुण मैनू देखो पार्टी ने मान सम्मान दिता, है ना। और ਵੀ ਮਾਨ ਸਨਮਾਨ ਤੁਹਾਨੂੰ ਬਸਪਾ ਨੇ ਵੀ ਦਿੱਤਾ ਸੀ, ਸਪਾ ਨੇ ਵੀ ਦਿੱਤਾ ਸੀ, ਕਾਂਗਰਸ ਤੋਂ ਸ਼ਾਇਦ ਥੋੜਾ ਜਿਹਾ ਨਹੀਂ ਮਿਲ ਪਾਇਆ। नहीं बसपा का क्रेज नहीं है ना, तुसी आप देख लो, तुसी उत्तराखंड ਦੇ ਬੈਠੇ ਹੋ। ਵੇਖੋ ਇੱਕ ਤਰ੍ਹਾਂ ਪਹਿਲਾਂ ਤਾਂ ਲਹਿਰ ਸੀ ਉਹਨਾਂ ਦੀ, ਉਹ ਤਾਂ ਲਹਿਰ ਕਿਸੇ ਕਦੀ ਠੰਡੀ ਪੈ ਜਾਂਦੀ ਹੈ, ਕਦੀ ਹੁਣ ਜਿਵੇਂ ਸਪਾ ਦਾ ਇਸ ਟਾਈਮ ਯੂਪੀ ਥੋੜੀ ਜਿਹੀ ਲਹਿਰ ਚੱਲ ਰਹੀ ਹੈ। ऐसा ना देखो, जो सपा का अजमाइश की थी पहला चुनाव कुछ नहीं सी, और बसपा की कोशिश की गई क्योंकि बड़ी वर्चस्व मैनू आपनू भी लग रहा सी और जनता भी कह रही सी चुनाव लड़ो आप जितांगे। और ठीक है, किसी वजह नाल कांग्रेस के बराबर तो वोट लाया लगभग, है ना, रह गया, कोई गल नहीं। लेकिन आम आदमी पार्टी दिल्ली सरकार है, जो उन्होंने वादे किए वो सारे वादे पूरे किए ने। और अज भी वो ठोक के कह रहे हैं कि भ्रष्टाचार बंद करांगा और 55,000 करोड़ लगभग इन्ना उन्होंने मिथ्या 55,000 करोड़ लगभग राज्य को लाउंदा है। और 55,000 लगभग 30-35-40% ये लोग गमन कर देंगे ने, लगभग 40%। तो केजरीवाल जी कहते 40% छोड़ो, तुम 20% ही लाओ, 55 तो 20% लगाओ तो 11,000 करोड़ हो गया। कहते 11,000 करोड़ जो गमन करते हैं। और मेरे विधायक जो आएंगे, कोई ऐसा विधायक नहीं होगा जो गलत काम करेगा। ये 11,000 करोड़ रुपया जरा ये गमन करते सी, ये 1,000 रुपया जी 18 साल तो उत्ते दी महिला ने उन्होंने, और जब तक 1 लाख नौकरी देनी है, जब तक नौकरियां नहीं मिलदियां 5-5 भत्ता असी उन बच्चों को देंगे जोड़ा आपदे पढ़ाई या आपदे कारोबार आपदे खर्चे किसी भी तरह का यूज कर सकते हैं। वो कहते हैं 11,000 करोड़ रुपए का इन्होंने दोनों दे के फिर भी नहीं हो रहा पूरा, ये तो 7-8 करोड़ निपट रहा है। 7-8 हज़ार करोड़ निपट 300 यूनिट बिजली ਦੀ ਫ੍ਰੀ ਦੀ ਵੀ ਗੱਲ ਕਰ ਰਹੇ ਹੋ, 1,000 ਰੁਪਏ ਤੁਸੀਂ ਪੈਨਸ਼ਨ ਕੈਸ਼ ਕਹਿ ਰਹੇ ਹੋ, 5,000 ਰੁਪਏ ਤੁਸੀਂ ਭੱਤਾ ਕਹਿ ਰਹੇ ਹੋ। ਤੁਹਾਨੂੰ ਲੱਗਦਾ ਉੱਤਰਾਖੰਡ ਦੀ ਜਨਤਾ ਗੈਰਤਮੰਦ ਹੈ ਯਾਰ, ਕਿ ਉਹ ਆਪਣੇ ਆਪ ਨੂੰ ਭਿਖਾਰੀ ਮਹਿਸੂਸ ਕਰੇ ਕਿ ਅਸੀਂ ਭੀਖ ਲਈਏ ਜਾਂ ਬਿਜਲੀ ਫ੍ਰੀ ਕਰ ਹਰ ਬੰਦਾ ਕਰਾ ਅਸੀਂ ਇਹ ਫ੍ਰੀ ਕਰ ਦਿਆਂਗੇ? ਉੱਤਰਾਖੰਡ ਦੀ ਜਨਤਾ ਤਾਂ ਆਪਣੇ ਆਪ ਨੂੰ स्वाभिमानी जनता है कि तुसी इन्हां नूं भिखारी समझदे हो? नहीं देखो गल सुनो, नहीं फ्री दा करके किते ना किते जनता नूं पूरा देखो हुण तुसी हटाना नहीं जरा ना। देखो जो तुसी गल कही ना उस गल दा पूरा जवाब ले। देखो ਆਪਾਂ ਪੂਰੇ ਸੁਰੇ ਹੈ ਨਾ, ਤੁਸੀਂ ਪੂਰੇ ਸੁਰੇ ਜੇ, ਆਪਾਂ ਵੀ ਪੂਰੇ ਸੁਰੇ ਹੈ, ਹੋਰ ਵੀ ਮੇਰੇ ਸਮਾਜ ਦੇ ਕਈ ਲੋਕ ਪੂਰੇ ਸੁਰੇ ਨੇ। ਜਾ ਕੇ ਵੇਖੋ ਨਾ ਝੁੱਗੀ ਝੋਪੜੀਆਂ 'ਚ ਹੈ ਜਿਹੜੇ 250-300 ਦੀ ਦਿਹਾੜੀ ਕਰਦੇ ਨੇ, ਆਪਦੇ ਪਰਿਵਾਰ ਨੂੰ ਚਲਾਉਂਦੇ ਨੇ, ਉਹਨਾਂ ਦਾ ਬਿੱਲ 2-2 ਹਜ਼ਾਰ 3-3 ਹਜ਼ਾਰ ਬਿੱਲ ਆ ਜਾਂਦਾ ਹੈ। ਅਰੇ ਤੁਸੀਂ ਉਹਨਾਂ ਦੇ ਬਿੱਲ ਮਾਫ ਕਰੋ ਨਾ ਸਰਕਾਰਾਂ ਨੂੰ, ਮੈਂ ਕਹਿਣਾ ਤਾਂ ਕੇਜਰੀਵਾਲ ਇਸ ਚੀਜ਼ ਨੂੰ ਨਾ ਕਵੇ। अगर तुसी हुण बच्चों की पढ़ाई जाके दिल्ली देख लो कि उन्हें सरकारी स्कूल प्राइवेट स्कूलों तो अगे निकल गए ने। अगर उन्होंने क्या सरकारी स्कूल अच्छे करांगा तो की बुरा क्या है? अगर भत्ता क्या है 1,000 रुपया महिला को असीं देवांगे तो वो इन्ना टैक्स भर रहे हैं, इन्ना टैक्स दे रहे हैं। सवेरे उठते ही पहले साडा चुनाव चिन्ह चाहते हैं झाड़ू,
ਉਹ ਵੀ ਖਰੀਦਣੇ ਆ ਤਾਂ ਉਹਦੇ ਤੇ ਵੀ ਟੈਕਸ ਹੈ, ਚਾਹ ਤੇ ਵੀ ਟੈक्स है, हर चीज ਤੇ टैक्स है। ਪੈਟਰੋਲ ਗੱਡੀ ਪਾਓ ਤਾਂ ਜਾਵੋਂ ਤੇ टैक्स है, कोई भी चीज खरीदने है तो ਉਹਦਾ ਹਰ ਚੀਜ਼ ਦਾ ਟੈਕਸ ਦੇ ਰਹੇ ਆਪਾਂ। ਤੇ ਅਗਰ ਮਹਿਲਾਵਾਂ ਨੂੰ ਅਗਰ सम्मान मिल जाता है इस चीज ਦਾ ਤਾਂ ਕਿਸੇ ਦੇ ਪੇਟ ਕਿਉਂ ਦਰਦ ਹੋ ਰਹੀ ਹੈ? ਕੇਜਰੀਵਾਲ ਕਰਕੇ ਦਿੱਲੀ ਦਿਖਾ ਰਿਹਾ ਹੈ ਔਰ ਜਨਤਾ ਦਾ ਪੈਸਾ ਜਨਤਾ ਨੂੰ ਦੇ ਰਿਹਾ ਹੈ। ਔਰ ਹਾਂ ਇੱਕ ਚੀਜ਼ ਹੋ ਰਿਹਾ ਨਾ, ਮਜ਼ੇ ਦੀ ਗੱਲ ਉਹ ਹੈ ਜਿਹੜੇ ਇਸ ਗੱਲ ਨੂੰ ਕਹਿੰਦੇ ਨੇ ਕਿ ਅਸੀਂ ਨਹੀਂ ਲਵਾਂਗੇ, ਅਸੀਂ ਮਤਲਬ ਇੱਕ ਆਪਦੇ ਆਪ ਨੂੰ ਬਹੁਤ ਜ਼ਿਆਦਾ ਰਹੀਸ ਸਮਝਦੇ ਨੇ, ਤਾਂ ਉਹ ਜਿਹੜਾ ਉਹਨਾਂ ਦੇ ਹਿੱਸੇ 'ਚ ਆਏਗਾ, ਮਜ਼ੇ ਦੀ ਗੱਲ ਉਹ ਨਾ ਲੈਣ, ਫਿਰ ਉਹ ਆਪਦੇ ਘਰ ਕੰਮ ਕਰਨ ਵਾਲੀ ਨੂੰ ਦੇ ਦੇਣ, ਹੋਰ ਕੋਈ ਆਪਦਾ ਹੁੰਦਾ ਤੁਸੀਂ ਤੁਹਾਡੀ ਪਾਰਟੀ ਤੁਸੀਂ ਕਹਿੰਦੇ ਉੱਤਰਾਖੰਡ ਵਿੱਚ 1 ਲੱਖ ਨੌਕਰੀਆਂ ਤੁਸੀਂ ਤੁਰੰਤ ਕਰੋਗੇ। ਕੀ ਰੋਡ ਮੈਪ ਕੀ ਹੈ? ਇੱਕ ਗੱਲਾਂ ਕਰਨੀ ਤੇ ਬੜੀ ਸੌਖੀ ਹੈ, ਕੋਈ ਸਾਰੇ ਪਬਲਿਕ ਨੂੰ ਪਤਾ ਤਾਂ ਲੱਗੇ ਨਾ ਵੀ ਕੀ ਰਣਨੀਤੀ ਹੈ, ਵਿਸ਼ਵਾਸ ਤਾਂ ਹੋਏ, ਕਿਸ ਤਰ੍ਹਾਂ ਦਾ ਮਾਡਲ ਹੈ ਤੁਹਾਡੇ ਕੋਲ? 1 ਲੱਖ ਨੌਕਰੀਆਂ ਤੁਸੀਂ ਮਜ਼ਾਕ ਸਮਝਦੇ ਹੋ ਵੀ ਕਿਵੇਂ ਕਰੋਗੇ, ਦਿਓਗੇ? ਦੇਖੋ ਜੀ, अगर अरविंद केजरीवाल जी ने एक गल कही है तो ये सोच के चलो कि उन्हें हर चीज ते मंथन करके गल कही है। अगर वो कह रहे हैं कि जगह जगह मोहल्ला क्लीनिक खुलणगे तो जगह जगह मोहल्ला क्लीनिक खुलणगे तो कित्थों आएंगे वो वर्कर? कित्थों आएंगे वो वर्कर? तो इन्हां चों आएंगे ना ਜਿਹੜੇ ਉਹਨਾਂ ਨੇ ਵਾਅਦੇ ਕੀਤੇ ਨੇ, ਮੈਂ 1 ਲੱਖ ਨੌਕਰੀਆਂ ਦਿਆਂਗਾ, ਤਾਂ 80% ਉੱਤਰਾਖੰਡ ਦੇ ਹੋਣਗੇ, 20% ਬਾਹਰ ਦੇ ਜਿਹੜੇ ਚੱਲ ਰਹੇ ਨੇ ਜਾਂ ਹਨ ਉਹ ਤਾਂ ਹੈ ਨਹੀਂ ਹਨ, ਲੇਕਿਨ 80% ਲੋਕ ਉੱਤਰਾਖੰਡ ਦੇ ਹੀ ਹੋਣਗੇ ਔਰ ਸਰ ਸਮਾਜ ਦੇ ਹੋਣਗੇ, ਕਿਸੇ ਸਮਾਜ ਦਾ ਵਿਅਕਤੀ ਹੋਏ। ਅਗਰ ਮੁਹੱਲਾ ਕਲੀਨਿਕ ਖੁੱਲਣਗੇ ਤਾਂ ਇੱਥੇ ਲੋੜ ਹੈ, ਅਗਰ ਦੂਜਾ ਪ੍ਰੋਜੈਕਟ ਲਾਣਗੇ ਤਾਂ ਉਹਦੀ ਲੋੜ ਹੈ। ਜਿੰਨੇ ਵੀ ਉਹਨਾਂ ਨੇ ਪ੍ਰੋਜੈਕਟ ਇੱਥੇ ਲਾਣੇ ਨੇ, ਹਰ ਚੀਜ਼ ਤੇ ਨੌਕਰੀਆਂ ਦੀ ਔਰ ਆਪਣੇ ਬੱਚਿਆਂ ਦੀ ਲੋੜ ਹੈ। ਕਮੈਂਟ ਆਇਆ, ਮੈਂ ਤੁਹਾਡਾ ਉਹ ਲੈ ਲਾਂ। ਉਹ ਇੱਕ ਕਮੈਂਟ ਕਿਸੇ ਨੇ ਪਾਇਆ ਕਿ ਅਗਰ ਭਾਜਪਾ ਫਿਰ ਜਿੱਤ ਜਾਂਦੀ ਤੁਸੀਂ ਆਪਣੇ ਆਪ ਨੂੰ ਦੋਸ਼ੀ ਸਮਝੋਗੇ? ਨਹੀਂ, ਦੇਖੋ ਬਿਲਕੁਲ ਥੈਂਕ ਯੂ ਕਹਾਂਗਾ ਜਿਸ ਮੇਰੇ ਭਰਾ ਨੇ ਗੱਲ ਕਹੀ ਹੈ, ਔਰ ਮੈਂ ਚਾਹਨਾ ਤੁਸੀਂ ਹੋਰ ਗੱਲਾਂ ਇਹ ਪੁੱਛੋ। ਕਮੈਂਟ ਪਾਇਆ, ਮੈਂ ਫਿਰ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ, ਭਾਜੀ ਕਹਿੰਦਾ ਤੁਸੀਂ ਠੋਕ ਕੇ ਕਮੈਂਟ ਪਾਓ, ਖੁੱਲੇ ਤੁਹਾਡੇ ਜਵਾਬ ਦਿੱਤੇ ਜਾਣਗੇ। ਜੋ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਅੱਜ ਜਨਤਾ ਦੀ ਕਚਹਿਰੀ 'ਚ ਹਾਜ਼ਰ ਨੇ ਜਰਨੈਲ ਸਿੰਘ ਕਾਲੀ ਜੀ, ਦਿਓ ਜੀ ਜਵਾਬ। ਬਿਲਕੁਲ, ਤੁਸੀਂ ਹੁਣ ਇਹ ਗੱਲ ਕਿਹਾ ਕਿ ਅਗਰ ਭਾਜਪਾ ਜਿੱਤ ਜਾਂਦੀ ਹੈ ਤਾਂ ਮੈਂ ਦੋਸ਼ੀ ਪਾਇਆ ਜਾਵਾਂਗਾ। ਦੇਖੋ ਮੈਂ ਸਭ ਨਾਲ ਪਹਿਲਾਂ ਟਿਕਟ ਮੇਰੀ ਘੋਸ਼ਿਤ ਹੋਈ, ਮੈਂ ਲੈ ਕੇ ਆਇਆ। ਅਗਰ ਕਾਂਗਰਸ ਆਪਦੇ ਆਪ ਨੂੰ ਕਹਿੰਦੀ ਅਸੀਂ ਬੜੀ ਵੱਡੀ ਰਾਸ਼ਟਰੀ ਪਾਰਟੀ ਹੈਗੇ ਆ, ਇਹਨਾਂ ਨੇ 2012 ਚ ਸੈਟਿੰਗ ਕੀਤੀ ਸੀ, ਮੇਰੀ ਟਿਕਟ ਕਟਾ ਕੇ ਹਲਕੇ ਕੈਂਡੀਡੇਟ ਨੂੰ ਇਹਨਾਂ ਨੇ ਚੁਣਾव ਲੜਵਾਇਆ ਸੀ ਤਾਂ ਕਿ ਇਹ ਹਾਰ ਜਾਏ, ਬੀਜੇਪੀ ਦਾ ਜਿੱਤ ਜਾਏ। ਔਰ 2017 ਚ ਗੱਲ ਹੋਈ ਸੀ ਔਰ 2012 ਚ ਜਿਹੜਾ ਕੈਂਡੀਡੇਟ ਮੇਰੇ ਸਾਹਮਣੇ ਲੜਿਆ ਔਰ ਇਹ ਮੈਦਾਨ ਵਿੱਚ ਮੈਂ ਹੁਣ ਕਰ ਰਿਹਾ, ਬਾਈਟ ਦੇ ਰਿਹਾ। ਅਗਰ ਜਗ੍ਹਾ ਵੀ ਸਥਾਨ ਵੀ ਖਾਲਸਾ ਜੀ ਦੇ ਆਫਿਸ ਵਿੱਚ ਔਰ ਚੱਲ ਰਿਹਾ ਹੈ, ਜਿੰਨੀ ਦੇਰ ਕਹੋਗੇ ਚੱਲਦਾ ਰਹੇਗਾ। ਮੈਂ ਉਸ ਕੈਂਡੀਡੇਟ ਨੂੰ ਬੁਲਾਣਾ ਚਾਹਨਾ, ਅਗਰ ਉਹ ਕੈਂਡੀਡੇਟ ਇੱਥੇ ਆ ਜਾਏ ਔਰ ਮੇਰੀ ਗੱਲ ਦਾ ਜਵਾਬ ਦੇ ਦੇ। 2012 ਜਦੋਂ ਮੈਂ ਚੁਣਾव ਲੜਿਆ, ਇੰਡੀਪੈਂਡੈਂਟ ਹੈਗਾ ਸੀ ਮੈਂ ਨਿਰਦਲੀय ਚੁਣਾव ਲੜ ਕੇ ਔਰ ਦੂਜੇ ਨੰਬਰ ਤੇ ਰਿਹਾ ਔਰ ਇਹਨਾਂ ਆਪਣੇ ਵੋਟ ਬੀਜੇਪੀ ਨੂੰ ਪਵਾਏ ਔਰ ਸਪੋਰਟ ਪੂਰੀ ਕੀਤੀ। ਬੀਜੇਪੀ ਦਾ ਅਰਚਾ ਪਰਚਾ ਖਰਚਾ ਲੈ ਕੇ ਲੋਕਾਂ ਨੂੰ ਵੰਡਿਆ। ਇਹ ਗੁਰਦੁਆਰੇ ਵੜ ਜਾਣ, ਇਹ ਆ ਜਾਣ ਮੇਰੇ ਸਾਹਮਣੇ ਡਿਬੇਟ ਕਰਨ ਔਰ ਇਹਨਾਂ ਨੇ ਛਾਤੀ ਠੋਕ ਕੇ ਆਖਿਆ ਅਸੀਂ ਜਰਨੈਲ ਸਿੰਘ ਕਾਲੀ ਨੂੰ ਹਰਾਇਆ ਹੈ, ਅਸੀਂ ਨਹੀਂ ਹਰਾਉਂਦੇ, ਅਗਲੀ ਵਾਰ ਸਾਨੂੰ ਮੌਕਾ ਨਹੀਂ ਮਿਲਣਾ ਸੀ। ਮੈਂ ਇੱਥੇ ਦੋਸ਼ੀ ਨਹੀਂ ਹੈਗਾ ਸੀ, ਨਾ ਪਹਿਲੇ ਹੈਗਾ ਸੀ ਨਾ ਅੱਜ। ਹਾਂ, ਅੱਜ ਵੀ ਕਾਂਗਰਸ ਟਿਕਟ ਅਗਰ ਐਸੇ ਵਿਅਕਤੀਆਂ ਨੂੰ ਦਿੰਦੀ ਹੈ, ਅਗਰ ਬੀਜੇਪੀ ਦੇਖੋ ਅਸੀਂ ਤਾਂ ਆਪ ਜਿੱਤਣ ਵਾਸਤੇ ਬੈਠੇ ਸੀ, ਆਪ ਜਿੱਤਾਂਗੇ, ਲੇਕਿਨ ਤੁਹਾਡੇ ਕਮੈਂਟ ਦਾ ਜਵਾਬ ਦੇ ਰਿਹਾ ਕਿ ਬੀਜੇਪੀ ਜਿੱਤ ਕੇ ਤਾਂ ਦੋਸ਼ੀ ਹੋ ਗਏ। ਇਹ ਮੈਂ ਦੋਸ਼ੀ ਨਹੀਂ ਹੋਊਂਗਾ, ਇਹ ਕਾਂਗਰਸ ਦੋਸ਼ੀ ਹੋਏਗੀ। ਅਗਰ ਐਸੀ ਵੈसी जगह टिकट देती है तो मेरा कसूर की है? अगर टिकट दो जगह डिवाइड हो जाएंगे वोट, ये तो मैं दोषी नहीं हाँ। अगर दोषी होएगी तो कांग्रेस दोषी होएगी। ਇੱਕ ਕਮੈਂਟ ਹੋਰ ਆਇਆ ਕਿ ਦਿੱਲੀ ਵਿੱਚ ਮਹਿਲਾਵਾਂ ਨੂੰ 1000 ਰੁਪਈਆ ਸਰ ਦਿੱਲੀ में तो महिलाओं को 1000 नहीं मिल रहा है। ये कहते उत्तर दिल्ली से नहीं मिल रहा 1000। हाँ, कोई गल नहीं, अगर ये भी आपने सवाल अच्छा पूछा, दिल्ली में 1000 नहीं मिल रहा है, लेकिन ठीक है, लेकिन वहाँ पे दिल्ली में जहाँ पे जितनी बसें चल रही हैं वहाँ लेडीज के लिए आना जाना फ्री है, वो 1000 से भी ज़्यादा पड़ेगा। अगर एक महिला पूरे दिन में 2 बार 3 बार अगर सफ़र करती है और महीने में तो कितनी बार सफ़र करती होगी, कितने रुपए लगते होंगे। वहाँ दिल्ली में बस का किराया महिलाओं के लिए फ्री है और यहाँ 1000 रुपया अरविंद केजरीवाल जी ने देने का वादा किया। कमेंट हो रहा है कहते जनता ने ਤੁਹਾਨੂੰ 3 ਵਾਰ मौका दिता है कि इस बार ਤੁਸੀਂ ਕਿਸੇ ਹੋਰ ਨੂੰ मौका नहीं दे सकते? नहीं, ठीक है, बिल्कुल ਤੁਹਾਡਾ बिल्कुल जवाब बिल्कुल सही है। जनता ने मैं 3 ਵਾਰ मौका दिता है, जनता ने मैं थैंक्स कहना, लेकिन ਇਹ ਸਵਾਲ ਜੋ ਤੁਸੀਂ ਕੀਤਾ ਬਿਲਕੁਲ ਠੀਕ ਕੀਤਾ ਔਰ ਤੁਹਾਡਾ ਜਵਾਬ ਸਵਾਲ ਸਹੀ ਵੀ ਲੱਗਦਾ ਹੈ। ਲੇਕਿਨ ਜਦੋਂ ਹੁਣ ਸਾਰੀ ਤਿਆਰੀਆਂ ਹੋ ਗਈਆਂ, ਇਹ ਤੁਸੀਂ ਪਹਿਲਾਂ ਆਂਦੇ ਔਰ ਕਹਿੰਦੇ ਕਿ ਹਾਂ ਸਾਨੂੰ ਇੱਕ ਮੌਕਾ ਦਿਓ, ਕਿਉਂ ਨਹੀਂ ਦਿੰਦੇ? ਮਤਲਬ ਜ਼ਿਆਦਾ ਜਨਤਾ ਤੁਹਾਨੂੰ ਕਹਿੰਦੀ ਹੈ ਕਿ ਤੁਸੀਂ ਆਓ।
ਇਹ ਤੁਹਾਡਾ ਕਹਿਣਾ? ਬਿਲਕੁਲ ਬਿਲकुल ਇਹ ਹੁਣ ਤੁਸੀਂ ਤੁਹਾਡਾ ਮੇਰੇ ਵੀਰ ਹੋ, ਤੁਸੀਂ ਕਿਹਾ ਸਭ ਦੀ ਆਪੋ ਆਪਣੀ ਰਾਏ ਹੈ ਬਿਲਕੁਲ ਮੈਂ ਤੁਹਾਡਾ ਸਿਰ ਮੱਥੇ ਮੰਨਾ, ਲੇਕਿਨ ਅੱਜ ਤਾਂ ਮੈਂ ਪੂਰੀ ਤਿਆਰੀ ਕਰਕੇ ਬੈਠਾ ਔਰ ਹੁਣ ਪਿੱਛੇ ਨਹੀਂ ਹਟ ਸਕਦੇ ਨਹੀਂ ਦੇਖੋ ਹੁਣ ਜਨਤਾ ਦੀ ਤੁਹਾਡੇ ਕਹਿੰਦਾ ਹੁਣ ਮੇਰਾ ਤਾਂ ਸਰਵੇ ਕਰਾ ਕੇ ਜਦ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ, ਮੇਰੇ ਤੇ ਬਹੁਤ ਇਹਨਾਂ ਨੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ, ਕੋਈ ਵੀ ਸਿੱਧ ਨਹੀਂ ਹੋਇਆ। ਔਰ ਜਦੋਂ ਮੇਰਾ ਕੱਲ ਪਰਸੋਂ ਦਾ ਮੇਰਾ ਨਾਂ ਆਇਆ ਹੈ ਤੇ ਵਿਰੋਧੀਆਂ ਦੇ ਪੇਟੇ ਦਰਦ ਹੋਣੀ ਚਾਲੂ ਹੋ ਗਈ ਹੈ। ਹੁਣ ਕੀ ਹੋਏਗਾ? ਇੱਕ ਚੀਜ਼ ਹੋਰ, ਜਰਨੈਲ ਸਿੰਘ ਕਾਲੀ ਦੀ ਛਵੀ ਜਿਹੜਾ ਪਹਿਲਾਂ ਪ੍ਰਚਲਿਤ ਸੀ, ਜਿਹੜਾ ਪਹਿਲਾਂ ਜਲਵਾ ਸੀ, ਉਹ ਸ਼ਾਇਦ ਕਿਤੇ ਨਾ ਕਿਤੇ ਹੁਣ ਦੇਖਣ ਨੂੰ ਘੱਟ ਮਿਲਦਾ। ਭਗਵੰਤ ਮਾਨ ਇੰਨਾ ਵੱਡਾ ਚਿਹਰਾ ਆਏ ਤੁਹਾਡੀ ਰੈਲੀ ਤੇ ਤੁਹਾਡੀ ਰੈਲੀ ਦੀ ਕੁਰਸੀਆਂ ਖਾਲੀ ਰਹਿ ਗਈਆਂ, ਕਾਰਨ ਕੀ ਹੈ? ਅੱਛਾ ਮਤਲਬ ਵੇਖੋ ਇੰਨਾ ਵੱਡਾ ਚਿਹਰਾ, ਕਿਤੇ ਨਾ ਕਿਤੇ ਉਹ ਇੱਕ ਜਿਹੜੀ ਰੈਲੀ ਸੀ ਸਭ ਦੀ ਉੱਥੇ ਨਜ਼ਰ ਸੀ, ਉਹਦੇ ਨਾਲ ਇੱਕ ਤੁਹਾਡੀ ਬਹੁਤ ਵੱਡੀ ਪਛਾਣ ਅਲੱਗ ਤੌਰ ਤੇ ਪੇਸ਼ ਹੋਣੀ ਸੀ, ਕੁਰਸੀਆਂ ਖਾਲੀ ਰਹਿ ਗਈਆਂ। ਦੇਖੋ ਬਿਲਕੁਲ ਸਹੀ ਕਹਿ ਰਹੇ ਹੋ। ਜਵਾਬ ਦੇਖੋ ਤੁਸੀਂ ਸਵਾਲ ਕਰੋਗੇ ਤਾਂ ਜਵਾਬ ਦੇਵਾਂਗਾ। ਦੇਖੋ ਜਦੋਂ ਰੋਡ ਸ਼ੋ ਹੋਇਆ, ਰੋਡ ਸ਼ੋ ਕਰੀਬ 100 ਗੱਡੀ ਦੇ ਆਸ-ਪਾਸ ਮੇਰੇ ਨਾਲ ਸੀ ਔਰ 100 ਗੱਡੀਆਂ ਵਿੱਚ ਉਸ ਜਦ ਪਬਲਿਕ ਦੇ ਵਿੱਚ ਜਦੋਂ ਕੁਰਸੀਆਂ ਤੁਸੀਂ ਲਾਈਆਂ ਸੀ ਨਾ, ਬਈ ਉਮੀਦ ਤਾਂ ਸੀ ਨਾ ਵੀ ਪਬਲਿਕ ਆਏਗੀ? ਨਹੀਂ ਉਮੀਦ ਸੀ। ਮੇਰੀ ਗੱਲ ਸੁਣੋ, ਅਸੀਂ ਵੀ 500 ਦੇ ਆਸ-ਪਾਸ ਕੁਰਸੀਆਂ ਲਾਈਆਂ ਸਨ, 400-500 ਕੁਰਸੀ ਲੱਗੀ ਸੀ ਕਿ ਸ਼ਹਿਰ ਦੇ ਵਿੱਚ ਜ਼ਿਆਦਾ ਭੀੜ ਭਾੜ ਵੀ 400-500 ਵੀ ਬਹੁਤ ਹੋ ਜਾਣੀ ਹੈ ਔਰ ਏਰੀਆ ਵੀ ਇੰਨਾ ਹੀ ਸੀ ਲਗਭਗ, ਬੁੱਧ ਬਾਜ਼ਾਰ ਆਪਣੇ ਸ਼ਹਿਰ ਦੇ ਵਿੱਚ ਸੀ। ਤੇ ਜਦੋਂ ਅਸੀਂ ਉੱਥੋਂ ਦੀ ਤੁਰੇ, ਰੋਡ ਸ਼ੋ ਬਹੁਤ ਜਾਨਦਾਰ ਸੀ ਔਰ ਪੂਰੇ ਸ਼ਹਿਰ ਨੇ ਦੇਖਿਆ ਰੋਡ ਸ਼ੋ। ਔਰ ਵੇਖੋ ਰੋਡ ਸ਼ੋਅ ਦੇ ਵਿੱਚ ਤਾਂ ਪਬਲਿਕ ਪਿੱਛੋਂ ਦੀ ਵੀ ਆ। ਇੱਕ ਸੈਕਿੰਡ ਭਾਜੀ, ਵੇਖੋ ਤੁਹਾਡੀ ਜਿਹੜੀ ਉੱਥੇ ਸਭਾ ਸੀ, ਤੁਸੀਂ ਵੀ ਸੰਬੋਧਨ ਕੀਤਾ, ਭਗਵੰਤ ਮਾਨ ਨੇ ਵੀ ਸੰਬੋਧਨ ਕੀਤਾ, ਤੁਹਾਡਾ ਮੈਸੇਜ ਉੱਥੋਂ ਹੀ ਜਾਣਾ ਚਾਹੀਦਾ ਸੀ, ਕੁਰਸੀਆਂ ਖਾਲੀ ਰਹਿ ਗਈਆਂ। ਮੇਰੀ ਗੱਲ ਸੁਣੋ, ਹੁਣ ਪੂਰਾ ਸਵਾਲ ਤਾਂ ਜਵਾਬ ਲੈ ਲਓ। ਜਦੋਂ ਉੱਥੋਂ ਅਸੀਂ ਚੱਲੇ ਤਾਂ ਜਿਹੜੇ ਸਾਡੇ ਵਿਰੋਧੀ ਸਨ, ਜੇ ਮੇਰੀ ਆਪਦੀ ਪਾਰਟੀ ਨਹੀਂ, ਮੈਂ ਨਾਂਦੀ ਪਾਰਟੀ ਨਾਲ ਤਾਂ ਉਹਨਾਂ ਨੇ ਸੈਟਿੰਗ ਕੀਤੀ ਹੋਈ ਸੀ। ਇਹਨਾਂ ਜਦੋਂ ਬੁੱਧ ਬਾਜ਼ਾਰ ਨੂੰ ਵੜਨੇ, ਲਿੰਕ ਰੋਡ ਹੈ ਅੰਦਰ ਨੂੰ, ਲਿੰਕ ਰੋਡ ਹੈ, ਜਦੋਂ ਸਾਡੀ ਗੱਡੀ ਅੱਗੇ ਨਿਕਲੀ ਉਹ ਵੀ ਵਿੱਚ ਲੱਗੇ ਹੋਏ ਸਨ। ਉਹਨਾਂ 3-4 ਗੱਡੀਆਂ ਅੱਗੇ ਨਿਕਲੀਆਂ ਤਾਂ ਉਹਨਾਂ ਆਪਦੀ ਗੱਡੀ ਵਿੱਚ ਜਦੋਂ ਹੀ ਅੰਦਰ ਬੁੱਧ ਬਾਜ਼ਾਰ ਨੂੰ ਵੜੇ, ਉਹਨਾਂ ਨੇ ਗੱਡੀ ਆਪਦੀ ਬੰਦ ਕਰਤੀ, ਅਗਰ ਸਟਾਰਟ ਨਹੀਂ ਹੋ ਰਹੀ। ਪੁਲਿਸ ਲੱਗੀ ਸੀ, ਪੁਲਿਸ ਨੇ ਗੱਡੀਆਂ ਅੱਗੇ ਕਰਨੀਆਂ ਚਾਲੂ ਕਰਤੀਆਂ। ਇਹਦੇ ਵਿੱਚ ਸਾਜ਼ਿਸ਼ ਵਰਤੇਗੀ ਤੁਹਾਡੇ ਖਿਲਾਫ? ਬਿਲਕੁਲ ਵਰਤੀਗੀ। ਅਗਰ ਨਹੀਂ ਵਰਤੀਗੀ ਹੁੰਦੀ ਤਾਂ ਜਿਹੜੇ ਮੇਰੇ ਨਾਲ ਸਨ ਉਹ ਤਾਂ ਮੇਰੇ ਕੋਲ ਹੁੰਦੇ। ਕਿਉਂਕਿ ਅਸੀਂ ਤੁਹਾਡਾ ਜਲਵਾ ਦੇਖਿਆ ਹੈ, ਕਿਉਂਕਿ ਮੈਂ ਤੁਹਾਡਾ ਕਈ ਵਾਰੀ ਮੈਂ ਕਵਰ ਕੀਤਾ ਪਿਛਲੇ ਸਾਲਾਂ ਦੇ ਵਿੱਚ। ਜਰਨੈਲ ਸਿੰਘ ਕਾਲੀ ਇੱਕ ਆਵਾਜ਼ ਮਾਰਦਾ ਸੀ ਤਾਂ ਪਬਲਿਕ ਦਾ ਰਸ਼ ਵੇਖਣ ਵਾਲਾ ਹੁੰਦਾ ਸੀ, ਉਹ ਨਜ਼ਰ ਨਹੀਂ ਆ ਰਿਹਾ ਕਿਤੇ ਨਾ ਕਿਤੇ। ਇਹ ਥੋੜੀ ਜਿਹੀ ਜਨਤਾ ਨੂੰ ਮੈਸੇਜ ਇਹ ਜਾ ਰਿਹਾ ਕਿ ਹੁਣ ਉਹ ਪਹਿਲੇ ਵਾਲੀ ਜਿਹੜੀ ਪਛਾਣ ਹੈ, 108 ਵਾਲੀ ਪਛਾਣ, ਉਹ ਕਿਤੇ ਨਾ ਕਿਤੇ ਗਾਇਬ ਹੋਈ ਹੈ। नहीं कितने भी गैप नहीं हुई है, बिल्कुल सही कह रहे हो और मेरे अच्छा लग रहा है। पहले 2017 चुनाव हारन तो बाद तो थोड़ा जिहा डिस्टर्ब तो बंदा होंदा ही है और उस बाद 2 साल कोरोना लै गया, 2 साल कोरोना लै गया और जिन्ना हो सकता सी जनता दे विच गया और कोई ये नहीं कह सकता जरनैल सिंह काली ने आना ही बंद कर दिता, गया जिन्ना हो सकता है। और 3 चुनाव हारन तो बाद चुनावां दे कोल तुसीं ज़्यादा सक्रिय होए हो, विच थोड़ा जिहा गैबिंग रही है? नहीं कोई गैप नहीं रही। देखो एक तुसीं कह रहे हो ना और ਤੁਹਾਡੀ ਗੱਲ ਜਨਤਾ ਦੇ ਵਿੱਚ ਜੋ ਚਲੋ ਮੈਂ ਮੰਨ ਲੈਣਾ, ਇਸ ਚੀਜ਼ ਦੀ ਵੀ ਮੰਨ ਲੈਣਾ ਜਿੰਨਾ ਹੋ ਸਕਦਾ ਸੀ। ਦੇਖੋ ਚੁਣਾव ਲੜਦਾ ਆਦਮੀ ਪੈਸਾ ਖਰਚ ਹੁੰਦਾ ਹੈ, ਠੀਕ ਹੈ, ਮੈਂ ਬਹੁਤ ਪੈਸਾ ਖਰਚ ਕੀਤਾ ਔਰ ਜਿੰਨਾ ਮੇਰੇ ਕੋਲ ਹੋ ਸਕਦਾ ਸੀ ਉਹਨਾਂ ਮੈਂ ਲਾਇਆ ਔਰ ਉਸ ਦੌਰਾਨ ਮੇਰੇ ਭਰਾਵਾਂ ਦਾ ਨੁਕਸਾਨ ਹੋਇਆ ਤੇ ਜੋ ਕੁਝ ਮੇਰੇ ਕੋਲ ਹੈਗਾ ਸੀ ਮੈਂ ਉਹਦੀ ਦੀ ਕੋਸ਼ਿਸ਼ ਕੀਤੀ ਜ਼ਿਆਦਾ ਤੋਂ ਜ਼ਿਆਦਾ। ਕੁਝ ਮੇਰੇ ਚੁਣਾव 'ਚ ਥੋੜਾ ਬਹੁਤ ਉਹਨਾਂ ਨੇ ਲਾਇਆ ਸੀ, ਮੈਂ ਵੀ ਕਿਹਾ ਵੀ ਉਹਨਾਂ ਨੂੰ ਹੁਣ ਮਦਦ ਕਰਨੀ ਚਾਹੀਦੀ ਹੈ। ਮੈਂ ਵੀ ਉਸ ਰੂਪ ਵਿੱਚ ਉਹਨਾਂ ਨੂੰ ਵਾਪਸ ਕੀਤਾ। ਇੱਕ ਪੈਸੇ ਦਾ ਵੀ ਥੋੜਾ ਮੇਰਾ ਹੱਥ ਟੈਟ ਸੀ, है ना। और आज भी देखो खुली गल कर देनी चाहिए, है ना। देखो गदरपुर मेरे को एक मैं आपके वास्ते रहने वास्ते घर बनाया सी कि इनू मैं सही कर लाँगा और एक घर इत्थे होएगा, एक घर मेरा महेशपुर है। आज चुनाव आया और पैसे की लोड़ है और पार्टी के लिए लड़ना पड़ेगा तो मैं सेल करता हूँ। की बुरा करता, मेरे को 2 घर है, घर बेचता, एक रुद्रपुर प्लाट पे सी। मतलब देखो इतना समर्पित भाव है कि तुसी मकान तक बेचता जनते नहीं। देखो ऐसा ना चुनाव खर्च होता है और रिश्तेदार सारे यार दोस्त सब मदद करते हैं चुनाव जो देखणगे लोड़ है मदद भी होएगी। कहने का मतलब है कि हुण बंदा कवे कि ਹੁਣ ਜਿਵੇਂ ਤੁਸੀਂ ਇਹ ਗੱਲ ਕੀਤੀ, ਮੈਂ ਦੁਬਾਰਾ ਫੁੱਲ ਗੱਲ ਕਰ ਰਿਹਾ ਕਿ ਤੁਹਾਡੀ ਝਾੜੂ ਵਿੱਚ ਫੁੱਲ ਨਜ਼ਰ ਆ ਰਿਹਾ। ਹਾਂ ਬਿਲਕੁਲ, ਹੁਣ ਵੀ ਕਮੈਂਟ ਇਹਦੇ ਚ ਆ ਰਿਹਾ। ਇਹ ਮੈਂ ਤੁਹਾਨੂੰ ਕਮੈਂਟ ਮੈਂ ਪੜ੍ਹ ਕੇ ਤੁਹਾਨੂੰ ਦਿਖਾਣਾ ਕਿ बीजेपी को फायदा और आगे ਇਹ ਤੇ ਹੁਣ ਇੱਕ ਬੰਦੇ ਨੇ ਕਮੈਂਟ ਪਾਇਆ ਸੀ ਕਿ ਅਜੇ ਵੀ ਜਿਹੜੀ ਏ ਉਹ ਪਾਂਡੇ ਜੀ ਨੂੰ ਜਿਤਾਉਣ ਦੇ ਲਈ ਕਾਲੀ ਸਾਹਿਬ ਕੰਮ ਕਰ ਰਹੇ ਨੇ ਅਜੇ। ਅੱਛਾ ਗੱਲ ਸੁਣੋ, ਹੁਣ ਇੱਕ ਛਵੀ ਐਸੀ ਨਹੀਂ, ਮੇਰੀ ਗੱਲ ਸੁਣ, ਕਿਉਂ ਐਸੀ ਛਵੀ ਪ੍ਰਚਲਿਤ ਹੋ ਗਈ ਕਿ ਤੁਸੀਂ ਆਪ ਜਿੱਤਣ ਵਾਸਤੇ ਨਹੀਂ ਬੀਜੇਪੀ ਨੂੰ ਜਿਤਾਉਣ ਵਾਸਤੇ ਲੜਦੇ ਹੋ?
ਜਾਂ ਕਾਂਗਰਸ ਨੂੰ ਹਰਾਉਣ ਵਾਸਤੇ ਲੜਦੇ ਹੋ? ਐਸਾ ਕਿਉਂ ਹੋ ਗਿਆ? ਕੁਝ ਤਾਂ ਮੈਸੇਜ ਗਿਆ ਹੋਣਾ, ਕੁਝ ਤੁਹਾਡੇ ਵੱਲੋਂ ਐਸੀ ਐਕਟੀਵਿਟੀ ਗਈ ਹੋਣੀ ਹੈ, ਜਾਂ ਕਿ ਵਿਰੋਧੀਆਂ ਨੇ ਐਸੇ ਪ੍ਰਚਲਿਤ ਕਰਤਾ? ਇਹ ਵਿਰੋਧੀਆਂ ਦਾ ਇਹ ਕੰਮ ਹੈ। ਦੇਖੋ ਹੁਣ ਤੁਸੀਂ ਗੱਲ ਨੂੰ ਜਿਹੜਾ ਮੈਨੂੰ ਮਜ਼ਾ ਆ ਰਿਹਾ ਜਵਾਬ ਦੇਣ ਤੇ, ਹੈ ਨਾ। ਮੈਂ ਤੁਸੀਂ ਇਹ ਗੱਲ ਪੁੱਛੀ ਨਹੀਂ, ਮੈਂ ਤੁਹਾਨੂੰ ਖੁਦ ਕਿਹਾ ਕਿ ਫੁੱਲ ਝਾੜੂ ਝਾੜੂ ਦੇ ਵਿੱਚ ਫੁੱਲ ਦੀ ਰੰਗਤ ਹੈ, ਝਾੜੂ ਪਿਓਰ ਨਹੀਂ ਹੈ। ਉਹ ਨਾ ਉਹ ਮੈਂ ਇਹ ਗੱਲ ਕਹੀ, ਤੁਸੀਂ ਤਾਂ ਨਹੀਂ ਕਹੀ। ਜੇਕਰ ਮੇਰੇ ਮਨ ਕੋਈ ਚੋਰ ਹੁੰਦਾ ਤਾਂ ਮੈਂ ਗੱਲ ਨੂੰ ਇੱਧਰ ਉੱਧਰ ਝਾੜੂ ਪਿਓਰ ओरिजिनल प्योर झाड़ू है, कोई फुल दी रंगत नहीं है, किचड़ पिचड़ सब साफ हो जाएगा। अच्छा। कि सब मजा आ जाएगा। हाँ, इन्होंने इस चीज का डर है। और मेरे वीरों जो तुम कमेंट पाया बिल्कुल ठीक पाया है, और तुम पाओगे ताई तो जनता देखेगी। ਵੇਖੋ ਜਨਤਾ ਦੇ ਜਿਹੜੇ ਸਵਾਲ ਉਹ ਕੱਢ ਕੇ ਬਾਹਰ ਆਉਣੇ ਚਾਹੀਦੇ ਨਾ, ਤਾਂ ਹੀ ਤਾਂ ਉਹਨਾਂ ਦੀ ਮਨ ਦੀ ਗੱਲ ਤੁਹਾਨੂੰ ਪਤਾ ਲੱਗ ਸਕੇਗੀ, ਫਿਰ ਤੁਸੀਂ ਉਹਦੇ ਰਿਲੇਟਡ ਉਹਨਾਂ ਨੂੰ ਸਮਝਾ ਸਕੋਗੇ। नहीं बिल्कुल सही गल है। तुम कमेंट पाओ, मैं हर कमेंट का जवाब देंगा। और मैं वास्तव में कह रहा, मैं जनता जा रहा ते, और जिन्ना इल्जाम लाए ने, जिन्ना इल्जाम लाए ने वो भी जनता दे जाणगे, अगर उन्होंने टिकट मिलती है तां, है ना। अगर तो बिल्कुल असी भी नाल होवांगे, गुरुद्वारा मंदिर मस्जिद जिथे होएगा उन्हें कहांगा मैं भी खलोता तू भी खलोता, सद आदे परिवार किसी सद नहीं था, बच्चों ने सद ला पावे। ਤੁਸੀਂ ਖੁੱਲ੍ਹੇਆਮ ਹਰ ਜਗ੍ਹਾ ਤੇ ਜਾਣ ਨੂੰ ਤਿਆਰ ਹੋ, ਸਫਾਈ ਦੇਣ ਨੂੰ ਤਿਆਰ, ਕਿ ਤੁਹਾਡਾ ਕੋਈ ਵੀ ਫੁੱਲ ਦੇ ਨਾਲ ਕੋਈ ਗੱਠਜੋੜ ਨਹੀਂ ਹੈ? बिल्कुल नहीं है। एक भी सबूत दे दो, उन्हें चुनाव छाड़ देंगा। एक सबूत दो। ਵੇਖੋ ਇਹ ਬਹੁਤ ਵੱਡੀ ਗੱਲ ਹੈ। ਵੇਖੋ ਆਮ ਤੌਰ ਤੇ ਅਸੀਂ ਵੀ ਜਦੋਂ ਗਦਰਪੁਰ ਵਿਧਾਨ ਸਭਾ ਵਿੱਚ ਅਸੀਂ ਵਿਚਰਦੇ ਹਾਂ ਤੇ ਆਮ ਇਹ ਚਰਚਾ ਰਹਿੰਦੀ ਹੈ ਕਿ ਜਰਨੈਲ ਸਿੰਘ ਕਾਲੀ ਨੇ ਜਿਹੜੇ ਉਹ ਆਪ ਜਿੱਤਣ ਦੇ ਲਈ ਨਹੀਂ, ਕਾਂਗਰਸ ਨੂੰ ਹਰਾਉਣ ਦੇ ਲਈ ਤੇ ਬੀਜੇਪੀ ਨੂੰ ਜਿਤਾਉਣ ਦੇ ਲਈ ਲੜਦੇ ਨੇ। ਇਹਨਾਂ ਵੱਲੋਂ ਖੁੱਲਾ ਚੈਲੰਜ ਹੈ, ਕੋਈ ਵੀ ਇੱਕ ਤਿਨਕੇ ਦਾ ਵੀ ਤੁਸੀਂ ਸਬੂਤ ਅਗਰ ਪੇਸ਼ ਕਰ ਸਕਦੇ ਹੋ, ਇਹ ਚੁਣਾਵ ਤੋਂ ਹੁਣੇ ਇੱਥੇ ਪਿੱਛੋਂ ਹਟ ਜਾਣਗੇ। ਇਹੋ ਹੀ ਕਹਿਣਾ ਤੁਹਾਡਾ? ਬਿਲਕੁਲ, ਹੁਣੇ ਤੁਹਾਡੇ ਇੱਥੇ ਡਿਬੇਟ ਕਰਨ ਨੂੰ ਤਿਆਰ ਹਾਂ। ਇੱਥੇ ਹੀ ਆ ਜਾਣ, ਟਾਈਮ ਲੈ ਲਓ, 2 घंटे ਦਾ 2 घंटे ਦਾ ਕਹੋਗੇ ਤਾਂ ਮੈਂ 6 घंटे ਵੀ ਬਣ। ਵੇਖੋ ਆਰੋਪ ਲਗਾ ਦੇਣਾ ਇਹ ਬਹੁਤ ਸੌਖਾ ਹੈ, ਕਿਸੇ ਤੁਸੀਂ ਆਰੋਪ ਮੜ ਦਿੰਦੇ ਹੋ। ਰਾਜਨੀਤੀ ਵਿੱਚ ਤਾਂ ਹੋਰ ਪਤਾ ਨਹੀਂ ਕੀ ਚੱਲਦਾ, ਲੇਕਿਨ ਸਬੂਤ ਵੀ ਪੇਸ਼ ਕਰੋ ਜਿਹੜੇ ਕਹਿੰਦੇ ਆ ਕਿ ਜਰਨੈਲ ਸਿੰਘ ਕਾਲੀ ਬੀਜੇਪੀ ਨੂੰ ਜਿਤਾਉਣ ਦੇ ਲਈ ਲੜਦੇ ਨੇ। ਅੱਛਾ ਭਾਈ ਸਾਹਿਬ ਜੀ, ਇੱਕ ਸਵਾਲ ਹੋਰ, ਗਦਰਪੁਰ ਵਾਸਤੇ ਤੁਹਾਡੇ ਕੋਲ ਕੀ ਰੋਡ ਮੈਪ ਹੈ? ਗਦਰਪੁਰ ਦੀ ਜਨਤਾ ਵਾਸਤੇ ਵੀ ਪਬਲਿਕ ਤੁਹਾਨੂੰ ਵੋਟ ਕਿਉਂ ਦੇਵੇ? ਉਹਨਾਂ ਨੂੰ ਤੁਸੀਂ ਉਹਨਾਂ ਦਾ ਫਿਊਚਰ 'ਚ ਕੀ ਉਹਨਾਂ ਦੀ ਸਹੂਲਤਾਂ ਵਾਸਤੇ ਲੈਣਾ ਚਾਹੁੰਦੇ ਹੋ ਜੋ ਮੌਜੂਦਾ ਵਿਧਾਇਕ ਨਹੀਂ ਕਰ ਪਾਏ, ਭਾਵੇਂ ਕਿ ਉਹਨਾਂ ਕੋਲ ਕੈਬਨਿਟ ਮੰਤਰੀ ਦਾ ਵੀ ਦਰਜਾ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਹ ਕੰਮ ਨਹੀਂ ਕਰ ਪਾਏ, ਤੁਸੀਂ ਕਰਨਾ ਚਾਹੁੰਦੇ ਹੋ? देखो 10 साल कांग्रेस रही, 10 साल बीजेपी रही, और आज भी हर काम तो वंचित है साड़ा गदरपुर। किस तरह का थोड़ा दसो चीज़। देखो ना तो इतने डिग्री कॉलेज है ना, बच्चे पढ़ाई ਨੂੰ ਬਾਹਰ ਜਾ ਰਹੇ ਨੇ। ਇੱਥੇ ਅਗਰ ਡਿਗਰੀ ਕਾਲਜ ਦਾ ਕਹਿੰਦੇ ਨੇ, ਇਹ ਬੀਜੇਪੀ ਵਾਲੇ ਕਹਿੰਦੇ ਨੇ ਅਸੀਂ ਉਦਘਾਟਨ ਕਰਤਾ ਬਣ ਜਾਏਗਾ। ਅਰੇ 5 ਸਾਲ ਤੋਂ ਕੈਬਨਿਟ ਮੰਤਰੀ ਰਹੇ ਹੋ ਭਾਈ, 5 ਸਾਲੇ ਤਾਂ ਹੁਣ ਤੱਕ ਹਸਪੀਟਲ ਵੀ ਖੜਾ ਹੋ ਜਾਣਾ ਚਾਹੀਦਾ ਸੀ। ਹੈ ਇੱਥੇ ਅਗਰ ਹਸਪੀਟਲ ਚਲੇ ਜਾਣ ਤਾਂ ਖਾਲੀ ਛੋਟਾ ਜਿਹਾ ਟ੍ਰੀਟਮੈਂਟ ਕਰਕੇ ਰੈਫਰ ਕਰ ਦਿੰਦੇ ਨੇ। ਮਤਲਬ ਹੈਲਥ ਨੂੰ ਲੈ ਕੇ ਤੁਸੀਂ ਬੜੇ ਜ਼ਿਆਦਾ ਸੀਰੀਅਸ ਹੋ। ਹੈਲਥ ਦੀ ਜਿਹੜੀ ਪ੍ਰੋਬਲਮ ਸਾਨੂੰ ਬਾਹਰ ਭੱਜਣਾ ਪੈਂਦਾ, ਵਧੀਆ ਫੈਸਿਲਿਟੀ ਉੱਥੇ ਤੁਹਾਡਾ ਫੋਕਸ ਜ਼ਿਆਦਾ ਹੈ ਹੈਲਥ ਦੇ ਲਈ। ਹੋਰ ਇਸ ਤੋਂ ਇਲਾਵਾ ਨਹੀਂ, ਦੇਖੋ ਹੈਲਥ ਬਹੁਤ ਜ਼ਰੂਰੀ ਹੈ। ਹੈਲਥ ਤੇ ਐਜੂਕੇਸ਼ਨ ਦੋ ਇੱਕ ਲਾਜ਼ਮੀ ਚੀਜ਼ਾਂ ਨੇ, ਬੁਨਿਆਦੀ ਚੀਜ਼ਾਂ ਨੇ। ਹਰ ਫੈਮਿਲੀ ਦੇ, ਭਾਵੇਂ ਮੱਧਮ ਵਰਗੀ ਹੈ ਭਾਵੇਂ ਛੋਟਾ ਵਰਗ ਹੈ, ਸਭ ਨੂੰ ਲੋੜ ਹੈ, ਸਭ ਦੀ ਨੀਡ ਹੈ। ਇਹ ਕਹਿਣਾ ਹਾਂ, ਉਹੀ ਬਿਲਕੁਲ ਫਿਰ ਦੁਹਰਾ ਰਹੇ ਇਸ ਗੱਲ ਨੂੰ। ਹੈਲਥ ਹੈ ਤਾਂ ਸਭ ਕੁਝ ਹੈ, ਔਰ ਐਕਟੀਵਿਟੀ ਹੋਣੀ ਹਰ ਕੰਮ ਦੀ ਚਾਹੀਦੀ ਹੈ। ਇਹਨਾਂ ਨੇ ਕੋਈ हॉस्पिटल नहीं दिता, कोई इतने डिग्री कॉलेज नहीं दिता। अब बाईपास 3-4 साल से रगड़े फंसे हुए ने, कोई इधर घूम के जा रहा है, कोई उधर घूम के जा रहा है, कोई इतने परेशान हैं। असि आप परेशान होने, असि अगर किधर जाना हो निकलना हो तो बड़ी प्राथमिकता में शामिल है। नहीं बिल्कुल। गदरपुर शहर ਜਿਹੜੇ व्यापारी हैं इन्हों बड़ी दिक्कत हो रही है। गड्डी आके सामने खड़ी हो जाए, पुलिस वाले आके चलान कर देंगे ने। वो बेचारे की करन, जिन्ना समान लेना होता है वो गड्डी हटा के भज जाता है, कहते कि चलान ना कटिया जाए। हुण व्यापारी का नुकसान ही है इहदे। अगर कोई खड़ा है, अगर जाम नहीं लगेगा तो गड्डी खड़ी होगी तो कोई दिक्कत नहीं। जाम लग रहा है तो पुलिस आके चलान कट देती है। हुण 500 रुपये तो समान नहीं लेना, 500 तो चलान कटाना पै जाता है। ਇਹ ਜਾਮ ਨੂੰ ਨਿਜਾਤ ਤੁਰੰਤ ਦਿਲਾਈ ਜਾਏਗੀ, ਹਰ ਕੀਮਤ ਤੇ ਦਿਲਾਈ ਜਾਏਗੀ। ਹੋਰ ਇਸ ਤੋਂ ਇਲਾਵਾ ਜਿੰਨੀਆਂ ਵੀ ਇੱਥੇ ਸੜਕਾਂ ਨੇ ਜਿਹੜੀਆਂ ਅਧੂਰੀਆਂ ਨੇ, ਉਹ ਸੜਕਾਂ ਨੂੰ ਬਿਲਕੁਲ ਨਵੇਂ ਤੌਰ ਤੇ ਜਿਵੇਂ ਸੜਕਾਂ ਹੋਣੀਆਂ ਚਾਹੀਦੀਆਂ ਨੇ, ਵਾਸਤਵ ਵਿੱਚ ਜਿਨ੍ਹਾਂ ਦੀ ਜਿਸ ਚੀਜ਼ ਦੀ ਲੋੜ ਹੈ ਸਮਾਜ ਨੂੰ, ਉਹ ਦਿੱਤੀਆਂ ਜਾਣਗੀਆਂ। ਚਾਹੇ ਨਾਲੀਆਂ ਹੋਣ, ਸੜਕਾਂ ਹੋਣ। ਹੋਰ ਵੀ ਮੈਂ ਜਗ੍ਹਾ ਜਗ੍ਹਾ ਘੁੰਮ ਰਿਹਾ ਕਿ ਲੋਕਾਂ ਕੋਲ ਪਾਣੀ ਪੀਣ ਵਾਸਤੇ ਨਲਕੇ ਕਈ ਪਰਿਵਾਰਾਂ ਕੋਲ ਨਹੀਂ ਹਨ। ਅੱਜ ਵੀ ਕਹਿੰਦੇ ਨੇ ਕਿ ਕਾਲੀ ਜੀ हमने आपको वोट दिया था इसलिए हमारे नल नहीं लगा। मैंने कहा बड़ी शर्म वाली गल है, विधायक कोई बंदा है तो सारे वास्ते बंदा है। ये तो नहीं ना कि उन्हें जिन्ना वोटा पाया उन्होंने वास्ते है। विधायक ਨੂੰ ਤਾਂ ਸਾਰਿਆਂ ਦਾ ਕੰਮ ਕਰਨਾ ਚਾਹੀਦਾ ਹੈ। ਅਰਵਿੰਦ ਪਾਂਡੇ ਨੇ ਉਹ ਕੰਮ ਕੀਤੇ ਨੇ ਜਿਹੜੇ ਉਹਦੇ ਆਪਦੇ ਹਨ, ਬਾਹਰਲੇ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਅੱਜ ਵੀ। ਅੱਛਾ, ਉਹ 3 ਵਾਰ ਲਗਾਤਾਰ ਜਿੱਤ ਚੁੱਕੇ ਨੇ। ਤੁਸੀਂ ਕਹਿੰਦੇ ਹੋ ਕੇਵਲ ਉਹਨਾਂ ਨੇ ਆਪਣੇ ਜਿਹੜੇ ਨਿੱਜੀ ਬੰਦੇ ਉਹਨਾਂ ਦਾ ਕੰਮ ਕੀਤਾ। ਆਖਰ ਕਿਉਂ ਜਿੱਤ ਜਾਂਦੇ ਨੇ? ਵੱਡੇ ਸਤਰ ਤੋਂ ਜਿੱਤ ਜਾਂਦੇ ਵੀ 3 ਵਾਰ ਦੇ ਜੇਤੂ ਨੇ।
हाँ हाँ सुन रहे 3 वार नहीं 4 वार जितू हैं हाँ 2 वारी भाजपुर जित के आए ने और 2 वारी इतू जीते ने और 2 वार जीते नहीं तो 2012 मेरे सामने जीते ने अगर 2012 कांग्रेस का कैंडीडेट अगर मेरा ਵਿਰੋਧ ਨਾ ਕਰਦਾ ਅਗਰ ਉਹ ਦੇਖਦਾ ਕਿ ਹਾਂ ਉਹ ਤਾਂ ਇਹ ਵੀ ਕਹਿੰਦੇ ਵੀ ਤੁਸੀਂ ਵਿਰੋਧ ਨਾ ਕਰਦੇ ਕਾਂਗਰਸ ਜਿੱਤ ਜਾਂਦੀ ਇਹ ਤਾਂ ਤੁਹਾਡੇ ਦੋਵਾਂ ਦੀ ਇਹ ਗੱਲ ਨਹੀਂ ਹੋਈ ਨਾ ਵੇਖੋ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਸੀਂ ਇਹ ਕਹਿੰਦੇ ਹੋ ਕਿ ਕਾਂਗਰਸ ਦਾ ਕੈਂਡੀਡੇਟ ਤੁਹਾਡਾ ਵਿਰੋਧ ਨਾ ਕਰਦਾ ਤੁਸੀਂ ਜਿੱਤ ਜਾਂਦੇ ਇਹ ਤਾਂ ਕਾਂਗਰਸ ਵੀ ਕਹੇਗੀ ਤੁਸੀਂ ਅਗਰ ਨਾ ਖਲੋਤੇ ਹੁੰਦੇ ਕਾਂਗਰਸ ਜਿੱਤ ਜਾਂਦੀ ਨਹੀਂ ਉਹ ਜਦ ਬਾਰੀ ਕੈਂਡੀਡੇਟ ਸੀ ਨਾ ਹਾਂ ਇਹਨਾਂ ਨੂੰ ਅਗਰ ਮਿਲੀ ਹੁੰਦੀ ਬਈ ਤੁਹਾਡੀ ਫੁੱਟ ਦਾ ਫਾਇਦਾ ਤੁਹਾਨੂੰ ਕਿ ਤੁਸੀਂ ਕਹਿਣਾ ਪਾਵੇ ਉਹ ਲੈ ਗਿਆ ਵੀ ਇੱਥੇ ਬਿਲਕੁਲ ਲੈ ਗਿਆ ਬਿਲਕੁਲ ਲੈ ਗਿਆ और मैं ਤੁਹਾਨੂੰ एक ਗੱਲ ਹੋਰ ਇਹੋ ਕੰਡੀਸ਼ਨ ਫਿਰ ਆ ਰਹੀ ਹੈ ਸਾਹਮਣੇ ਬਈ ਅਗਰ ਇੱਕ ਬੀਜੇਪੀ ਕਾਂਗਰਸ ਤੋਂ ਅਗਰ ਮੰਨ ਲਓ ਫਿਰ ਪੰਜਾਬੀ ਨੂੰ ਟਿਕਟ ਮਿਲ ਜਾਂਦੀ ਹੈ ਮੰਨ ਲਓ ਰਾਜਿੰਦਰਪਾਲ ਜਿਹੜੇ ਦਾਅਵੇਦਾਰ ਮੰਨੇ ਜਾ ਰਹੇ ਨੇ ਫਿਰ ਉਹੀ ਸਿਚੁਏਸ਼ਨ ਆ ਜਾਏਗੀ ਉਹ ਉਸ ਕੰਡੀਸ਼ਨ ਇਹ ਤਾਂ ਹੁਣ ਕਾਂਗਰਸ ਨੂੰ ਦੇਖੇ ਨਾ ਇਸ ਚੀਜ਼ ਨੂੰ ਕਿ ਅਗਰ ਦੇਖੋ ਅਗਰ मैं एक ना सपोज एक लाइन चालू रखना हाँ बिल्कुल ये लाइव चल रहा है कोई ये एडिट नहीं तुसी जो कहना चाहते हो सभ्य भाषा में जो मर्जी कह सकते देखो अगर ये वास्तव में देखो जो आदमी 2 बार चुनाव लड़िया हार गया ठीक है आप उनका नाम नहीं ले रहे है ना ते हुण होर भी टिकट मांग रहे ने मैं उन्होंने भी किसी का नाम नहीं ले रहा कांग्रेस अगर टिकट देगी अगर वास्तव में वो चाहती बीजेपी हारे तो मंथन नाल देना टिकट उन्होंने पता है ना उन्होंने पता है अच्छा अरे मेरी गल सुनो मैं किसी का नाम नहीं ले रहा किसी को दे सकते हैं खुली राय देखो अगर बीजेपी कांग्रेस एक नहीं होंगी मैं देखो मैं एक गल पूरी सुन लेना बिल्कुल जी बिल्कुल दो अपना पंजाब 14 सीटां पार्षद दियां आम आदमी पार्टी जीती और 12 सीटां बीजेपी जीती और बीजेपी ਨੂੰ एक सीट की लोड़ सी कांग्रेस ने ਆਪਦੀ सीट उन्होंने देती कि आम आदमी पार्टी आएगी तो साਡਾ नुकसान करेगी उन्होंने पता सी आम आदमी ਦਾ ਮੇਅਰ ਬਣ ਗਿਆ ਤੇ ਇੱਥੇ ਫਿਰ ਉਹਨਾਂ ਨੂੰ ਪਤਾ ਹੋ ਜਾਣਾ ਹੈ ਕਿ ਇੱਥੇ ਹੁਣ ਆਪ ਹੀ ਆਪ ਹੋ ਗਈ ਆਪਾਂ ਦੋਵੇਂ ਸਾਫ਼ ਹੋ ਜਾਵਾਂਗੇ ਤੇ ਉਹਨਾਂ ਨੇ ਕਾਂਗਰਸ ਨੇ ਇੱਕ ਸੀਟ ਚੁੱਕ ਕੇ ਬੀਜੇਪੀ ਨੂੰ ਦੇ ਦਿੱਤੀ एक उन्होंने को निर्दलीय हैगा सी और एक उन्होंने को थोड़ा क्या कि दोनों एक ही ने बिल्कुल एक ही सिक्के के 2 पहलू हैं हाँ कभी हम कभी तुम कभी हम अगर दोनों एक सिक्के पहलू फिर खाली बीजेपी को जीत रही फिर कांग्रेस क्यों नहीं जीत रही इथों देखो गल सुनो हुन अगर दोनों एक सिक्के पहले तो फिर वार-वार ही होना चाहिए ना एक बार हो जीते एक बार हो जीते इन्हें वो ਉਹਨਾਂ ਤੇ मतलब किने इन्ने मेहरबान क्यों ने अगर दोनों एक सिक्के पहले तो इथों बीजेपी टिकट मेरी गल सुनो कोई भी चांस है हुन गल सुनो अगर ਤੁਹਾਨੂੰ पता है ਤੁਸੀਂ हुन ਗੱਡੀ ਸਟਾਰਟ ਕਰ ਰਹੇ ਹੋ ਠੀਕ ਹੈ और गड्डी स्टार्ट थोड़ी परेशानी हुई है तुसी उनकी रिपेयरिंग कराओगे नहीं कराओगे कराओगे ना हुन बंदा एक बारी करदा धोखा खांदा 2 बार खांदा बंदा बार तो नहीं खाएगा ना तो हुन ये तो उन्होंने देखना है और इस चीज़ का ये वास्तविकता है लोग इंतजार कर रहे हैं इस चीज़ का और लोग मैनू वादा कर रहे हैं लोग मैनू लिया कल कहते पहला टिकट लिया जो पहला लाएगा उनके नाल हो जाओगे और मैं पहला टिकट लैके आया और पार्टी ने कहा जो मैं चुनाव लड़ाना तो टिकट दो और उन्होंने पार्टी ने मेरा सम्मान किया मैं पार्टी की विश्वास है जिवें थैंक यू कह रहे हैं की विश्वास है जिवें पहला जनदार तो हर बारी बढ़ोतरी हुई है इस बार भी प्यार मिलेगा क्योंकि ऐसा बहुत सारा चेंज हो चुका है भाई सामने जो बीजेपी तू जो सानू आइडिया कि पांडे साहब भी आएंगे जो जिथे तक एक कैबिनेट मिनिस्टर भी रहे ने 4 वार का उन्होंने को एक्सपीरियंस है जितन का ਤੁਸੀਂ ਕੀ ਲੱਗਦਾ ਕਿਵੇਂ ਮੁਕਾਬਲਾ ਕਰ ਪਾਓਗੇ ਅਗਰ ਤੁਹਾਡਾ ਮੁਕਾਬਲਾ ਤੁਹਾਡਾ ਟੱਕਰ ਫਿਰ ਉਹਨਾਂ ਦੇ ਨਾਲ ਹੀ ਹੋਏਗੀ ਨਾ ਅਗਰ ਦੇਖਿਆ ਜਾਏ ਤਾਂ देखो बिल्कुल टक्कर ਉਹਨਾਂ ਦੇ ਨਾਲ ਹੋਏਗੀ देखो वो 4 ਵਾਰ ਮੁਕਾਬਲਾ ਉਹਨਾਂ ਨਾਲ ਹੀ ਮੰਨਦੇ ਹੋ 4 ਵਾਰ ਦਾ ਐਕਸਪੀਰੀਅੰਸ ਜ਼ਰੂਰ ਹੈ ਲੇਕਿਨ ਝੂਠ ਬੋਲਣ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਉਹ ਝੂਠ ਨਾਲ ਹੀ ਜਿੱਤਦੇ ਨੇ ਉਹਨੂੰ ਤੁਸੀਂ ਕਾਬਲੀਅਤ ਮੰਨੋਗੇ ਜਾਂ ਐਕਸਪੀਰੀਅੰਸ ਮੰਨੋਗੇ ਵੀ ਕਾਬਲੀਅਤ ਵੇਖੋ ਇਹ ਤਾਂ ਜਿਹੜਾ ਝੂਠ ਬੋਲ ਹੈ ਹੁਣ ਕਾਬਲੀਅਤ ਲਾ ਲਓ ਜਾਂ ਐਕਸਪੀਰੀਅੰਸ ਲਾ ਲਓ ਕਿਤੇ ਨਾ ਕਿਤੇ ਉਹ ਜਨਾਧਾਰ ਤਾਂ ਉਹਨਾਂ ਕੋਲ ਹੈ ਹੀ ਹੈ ਨਾ ਜਨਤਾ ਨੇ ਮਤ ਤਾਂ ਦਿੱਤਾ ਹੀ ਹੈ देखो जनाधार देखो मेनू अच्छा भी लग रहा है डिबेट आपस में कर रहे हैं अब मजा आ रहा है ना जनता सुन रही होगी जनता को अच्छा लग रहा होगा खुली गल होनी चाहिए हो सकता सी अगर मैं किसी मंच तो सभा ਨੂੰ संबोधित कर रहा होंदा उधर 200 100 500 ਬੰਦੇ ਬੈਠੇ ਹੁੰਦੇ ਅੱਜ ਲੱਖਾਂ ਤੱਕ ਪਹੁੰਚ ਨਹੀਂ ਪਾਣੀ ਉਹੀ ਤਾਂ ਮੈਂ ਕਹਿ ਰਿਹਾ ਨਾ ਇੱਥੇ ਤਾਂ ਮੇਰੇ ਖਿਆਲ ਦੇਸ਼ ਵਿਦੇਸ਼ ਤੱਕ ਵੀ ਖੁੱਲਾ ਮੰਚ ਹੈ ਨਾ ਦੇਖੋ ਹੁਣ ਅਗਰ ਇਹ ਵਾਸਤਵ ਵਿੱਚ ਇਹ ਸਵਾਲ ਤੁਸੀਂ ਦੁਬਾਰਾ ਕਰੋਗੇ ਜਿਹੜੇ ਤੁਸੀਂ ਬਿਲਕੁਲ ਜੀ ਮੈਂ ਚਾਹੁੰਦਾ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਦੇ ਜਿਹੜੇ ਕੈਂਡੀਡੇਟ ਤੁਹਾਡਾ ਮੁਕਾਬਲਾ ਹੁਣ ਜਿਹੜਾ ਮੁਕਾਬਲਾ ਤੁਹਾਡਾ ਬੀਜੇਪੀ ਦੇ ਅਰਵਿੰਦ ਪਾਂਡੇ ਸਾਹਿਬ ਨਾਲ ਲੱਗਦਾ ਸਾਨੂੰ ਹੋਣਾ ਲੱਗਦਾ ਵੀ ਕੈਬਨਿਟ ਮਿਨਿਸਟਰ ਵੀ ਨੇ 4 ਵਾਰ ਦੇ ਜੇਤੂ ਦਾ ਉਹਨਾਂ ਕੋਲ ਬਹੁਤ ਤਜਰਬਾ ਹੈ ਤੇ ਕੈਬਨਿਟ ਮਿਨਿਸਟਰ ਦੇ ਪਦ ਤੇ ਵੀ ਰਹੇ ਨੇ ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਮੁਕਾਬਲਾ ਉਹਨਾਂ ਦੇ ਨਾਲ ਤੇ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਪਾਉਂਦੇ ਹੋ ਕਿਵੇਂ ਤੁਸੀਂ ਉਹਨਾਂ ਦਾ ਮੁਕਾਬਲਾ ਕਰਦੇ ਮੈਂ ਦੱਸਣਾ ਦੇਖੋ ਐਸਾ ਹੈ ਨਾ ਕਿ ਉਹ ਸਾਡੀ ਫੁੱਟ ਨਾਲ ਜਿੱਤਿਆ ਹੈ ਉਹ ਸਾਡੀ ਫੁੱਟ ਮੈਂ 2012 ਦੋ ਉਹ ਤਾਂ ਵੇਖੋ ਮੇਰੀ ਗੱਲ ਸੁਣੋ ਵੇਖੋ ਪਲੀਜ਼ ਮੈਂ ਇੱਕ ਮਿੰਟ ਤੁਸੀਂ ਕਹਿੰਦੇ ਹੋ ਫੁੱਟ ਨਾਲ ਜਿੱਤਿਆ ਉਹ ਕੰਡੀਸ਼ਨ ਤਾਂ ਫਿਰ ਵੀ ਆ ਸਕਦੀ ਹੈ ਅੱਛਾ ਮੇਰੀ ਗੱਲ ਤਾਂ ਸੁਣ ਲਓ ਉਹ ਦੇਖੋ 2 ਚੁਣਾਵ ਤਾਂ ਉਹਨਾਂ ਨੇ ਭਾਜਪਾ ਲੜੇ ਅਗਰ 2012 ਚੁਣਾਵ ਜਿਹੜਾ ਲੜਿਆ ਉਹ मैं मैनेज नहीं कर पाया उन्होंने मैं आपके लिए लाना
ਮੈਨੇਜ ਕਿਹਨਾਂ ਨੂੰ ਨਹੀਂ ਕਰ ਪਾਏ? मैंने मतलब मैं अगर जिन्होंने मेरा विरोध किया 2012 ਤੁਸੀਂ ਉਹਨਾਂ ਨੂੰ ਮੈਨੇਜ ਨਹੀਂ ਕਰ ਪਾਏ, ਇਹ ਆਪਣੀ ਤੁਸੀਂ ਕਮੀ ਮੰਨਦੇ ਹੋ? नहीं मेरी गल सुनो, ये मैं अपनी गलती मान सकना है इस चीज ठीक है, की हो सकता है। ਅੱਛਾ ਹੁਣ ਮੈਨੇਜ ਕਰਨ ਦਾ ਐਕਸਪੀਰੀਅੰਸ ਆ ਚੁੱਕਾ नहीं नहीं मेरी गल सुनो, हो सकता है कि अगर चंद मेरे भरा चाचे ताए सारे उन्होंने घर गए सन, उन्होंने घर गए सन, उन्होंने एक ऐसी सेक्शन गई सी जिन्हों का मैं ना नहीं लाँगा, महापुरुष सन, उन्होंने ना नहीं लाँगा मैं, उन्होंने तक उन्होंने ठुकराता सी। ठीक है, फिर वो साडी हिम्मत, मेरी तो हिम्मत नहीं पई, फिर मैं कहा जब उन्हें एडी ਉਹ ਸਿਚੁਏਸ਼ਨ ਫਿਰ ਵੀ ਤਾਂ ਆ ਸਕਦੀ ਹੈ। तो फिर कांग्रेस देखना इस चीज में मेरा की कसूर है, मैं तो उसकी टिकट लाया है ना। कहना मतलब ਇਹ ਵੇਖੋ ਕਿਤੇ ਨਾ ਕਿਤੇ ਇਹ ਜਨਤਾ ਨੂੰ ਠੱਗਿਆ ਮਹਿਸੂਸ ਨਹੀਂ ਕਰੇਗੀ ਵੀ ਪਿਛਲੀ ਵਾਰ ਵੇਖੋ ਮੇਰੀ ਗੱਲ ਸੁਣੋ, ਤੁਹਾਨੂੰ ਉਹਨਾਂ ਨੇ ਜਨਤਾ ਨੇ ਮਤ ਦਿੱਤਾ, ਤੁਸੀਂ ਨਹੀਂ ਜਿੱਤ ਪਾਏ, ਤੁਹਾਨੂੰ ਕੀ ਲੱਗਦਾ ਕਿ ਜਨਤਾ ਬੇਵਕੂਫ ਹੈ ਜਾਂ ਸਮਝਦਾਰ ਹੈ, ਫਿਰ ਤੁਹਾਨੂੰ ਉਹ ਆਪਣਾ ਹੁਣ ਮਤ ਦੇਗੀ ਵੀ ਐਸੀ ਸਿਚੁਏਸ਼ਨ ਤਾਂ ਫਿਰ ਬਣ ਰਹੀ ਹੈ ਨਾ ਵੀ ਵੇਖੋ ਤੁਸੀਂ ਟਿਕਟ ਲੈ ਆਏ, ਤੁਹਾਡਾ ਪੱਕਾ ਹੋ ਗਿਆ, ਕਾਂਗਰਸ ਤੋਂ ਫਿਰ ਉਹ ਸਿਚੁਏਸ਼ਨ ਬਣ ਰਹੀ ਹੈ ਜੋ ਪਹਿਲਾਂ ਬਣੀ ਸੀ, ਤੇ ਇਹਦਾ ਫਿਰ ਖਾਮਿਆਜਾ ਤਾਂ ਫਿਰ ਜਨਤਾ ਨਹੀਂ ਭੁਗਤਣਾ ਪਿਆ, ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਜਾਂ ਜਿਹੜੇ ਇੱਕ ਤਰ੍ਹਾਂ ਵੇਖਣਾ ਚਾਹੁੰਦੇ ਕਿ ਪੰਜਾਬੀ ਚਿਹਰਾ ਇੱਥੇ ਆਏ, ਉਹ ਫਿਰ ਬੈਨੀਫਿਟ ਤਾਂ ਫਿਰ ਉਧਰ ਹੀ ਮਿਲ ਗਿਆ, ਫਿਰ ਤਾਂ ਬੈਠੇ ਬਿਠਾਏ ਉਹਨਾਂ ਨੂੰ ਸੀਟ ਮਿਲ ਗਈ। ਇਹ ਤਾਂ ਸਰਾਸਰ ਤੁਸੀਂ ਇਲਜ਼ਾਮ ਲਗਾ ਰਹੇ ਹੋ ਮੇਰੇ ਤੇ। ਨਹੀਂ ਇਲਜ਼ਾਮ ਨਹੀਂ ਹੈ, ਤੁਸੀਂ ਹੋਰ ਕੀ ਕਹਿ ਰਹੇ ਹੋ ਭਾਜੀ? ਵੇਖੋ ਇਹ ਤਾਂ ਕਹਿ ਰਹੇ ਹੋ ਕਿ ਦੇਖੋ ਗੱਲ ਸੁਣੋ, ਤੁਸੀਂ ਇਹ ਗੱਲ ਕਹੀ ਨਾ ਕਿ ਫਿਰ ਇਹੋ ਕੰਮ ਹੋ ਸਕਦਾ ਹੈ। ਨਹੀਂ ਵੇਖੋ ਮੈਂ ਇਲਜ਼ਾਮ ਮੈਂ ਇਹ ਕਹਿ ਰਿਹਾ ਸਿਚੁਏਸ਼ਨ ਇਹੋ ਜੀ ਬਣ ਰਹੀ ਹੈ ਕਿ ਦੋਵੇਂ ਅਗਰ ਮੰਨ ਲਓ ਉਧਰੋਂ ਪੰਜਾਬੀ ਨੂੰ ਟਿਕਟ ਮਿਲ ਜਾਂਦੀ ਹੈ ਤੇ ਉਹ ਜਿਹੜਾ ਬੀਜੇਪੀ ਦੇ ਉਹ ਤਾਂ ਬੈਠੇ ਬਿਠਾਏ ਜਿੱਤ ਜਾਣਾ, ਉਹਨਾਂ ਤਾਂ ਮਿਹਨਤ ਨਹੀਂ ਕਰਨੀ ਪੈਣੀ, ਇਹਦੇ ਇਲਜ਼ਾਮ ਤੁਸੀਂ ਕਿੱਥੇ ਹੈ? ਇਹ ਤਾਂ ਆਮ ਚਰਚਾ ਹੈ। चर्चा है ना, देखो गल सुनो, ਇਹਨੂੰ ਇਲਜ਼ਾਮ ਨਹੀਂ ਤੁਸੀਂ ਕਹੋ। मेरी गल सुनो, मैं चुनाव लड़िया, मेरे सामने कांग्रेस भी लड़ी, ठीक है, दोनों हार गए और दोनों फिर मैदान च आवांगे, मैं तो आ ही रहा हूँ, नांदे लू कौन आएगा मैनू नहीं पता। अगर इहदे च मेरा कसूर की है, मेरे नाल जेडे मेरे भैन भरा जुड़े ने उन्होंने मैंने सपोर्ट किया और वो अज भी खलोते ने, और कितने कितने गलत फहमियां लोगों ने दिमाग उन्होंने पाने की कोशिश की, लेकिन वो इस चीज़ नहीं मानते। हुण मैं टिकट ले आया, अगर हुण बीजेपी का कैंडीडेट जो तुसीं कह रहे हो वो आ रहा है, लेकिन मैं एक दावा होर कह रहा कि 99% के आसपास रविंदर बजाज का भी नाम ऐसा चल रहा है कि बेहिसाब, ये नहीं है कि जरूरी कि टिकट नहीं कटनी। अजय क्लियर नहीं। अच्छा एक सेकंड, अगर रविंदर बजाज जी ਦਾ ਆ ਜਾਂਦਾ ਤੇ ਫਿਰ ਤੁਸੀਂ ਆਪਣੇ ਆਪ ਨੂੰ ਕਿੱਥੇ ਪਾਉਂਦੇ ਹੋ? नहीं देखो मेरी गल सुनो, मैं आप खुद ਵੀ ਵੇਖੋ ਇਹ ਮਾਇਨੇ ਨਹੀਂ ਰੱਖਦਾ ਕਿ ਬੀਜੇਪੀ ਤੋਂ ਟਿਕਟ ਕਿਹਨੂੰ ਮਿਲਦੀ ਹੈ, ਮਾਇਨੇ ਇਹ ਰੱਖ ਰਿਹਾ ਹੈ ਕਿ ਤੁਸੀਂ ਲੜੇ ਹੋ ਤੇ ਕਾਂਗਰਸ ਤੋਂ ਅਗਰ ਸਿੱਖ ਚਿਹਰਾ ਫਿਰ ਆ ਜਾਂਦਾ ਉਹਦਾ ਨੁਕਸਾਨ ਕਿਹਨੂੰ ਹੁੰਦਾ, ਮਾਇਨੇ ਇਹ ਰੱਖਦਾ। ਬੀਜੇਪੀ ਤੋਂ ਕੌਣ ਆ ਰਿਹਾ ਇਹ ਦਿੱਕਤ ਨਹੀਂ ਹੈ, ਇਹ ਚਰਚਾ ਦਾ ਵਿਸ਼ੇ ਨਹੀਂ ਹੈ। ਮਾਇਨੇ ਇਹ ਰੱਖਦਾ ਹੈ ਕਿ ਕਾਂਗਰਸ ਤੋਂ ਅਗਰ ਦੋਵੇਂ ਸਿੱਖ ਕੈਂਡੀਡੇਟ ਆ ਜਾਂਦੇ ਨੇ ਤਾਂ ਵੀ ਕਾਂਗਰਸ ਤੋਂ ਤੇ ਆਮ ਆਦਮੀ ਪਾਰਟੀ ਤੋਂ ਜਿਵੇਂ ਤੁਸੀਂ ਆ ਰਹੇ ਹੋ ਉਹਦਾ ਫਾਇਦਾ ਕਿਹਨੂੰ ਮਿਲਦਾ? ਦੇਖੋ ਗੱਲ ਸੁਣੋ, ਹੁਣ ਤੁਸੀਂ ਇਸ ਗੱਲ ਦਾ ਜਵਾਬ ਪਰ ਹੁਣ ਹਟਾਣਾ ਨਹੀਂ ਯਾਰ, ਤੁਸੀਂ ਆਪਦੀ ਗੱਲ ਕਰਨ ਲੱਗੇ ਤੁਸੀਂ। ਹਾਂ ਦੇਖੋ ਗੱਲ ਸੁਣੋ, ਹੁਣ ਚੁਣਾਵ ਲੜਨਗੇ ਇੱਥੇ, ਜਾਂ ਤਾਂ ਇਹ ਹੋਏ ਨਾ ਕਿ ਸਾਡੇ ਦੋਵਾਂ ਚ ਕੋਈ ਜਿੱਤਿਆ ਤਾਂ ਕੋਈ ਵੀ ਨਹੀਂ ਨਾ, ਉਹ ਜਿੱਤ ਗਿਆ और उस समाज ਨੂੰ भी पता है कि काली ने जिन्होंने वोट पाए जिन्होंने दूसरी पार्टी ने पाए उन्होंने पाए। हुण इहदे मेरा कोई दोस्त है नहीं कि मैं चुनाव लड़िया और मैं कभी पीछे हटिया, मैं तो खलोता, मेरे ते इल्जाम ला के मैनू पीछे लाया जा रहा कि काली नू किसी न किसी घटना च लिया के काली ते इल्जाम ला के कोई भी ऐसा काम करके काली नू पीछे लिया जाए, असीं अगे हो जाइए। हुण जनता इस चीज़ नू देख रही है ना, जनता तो मैं सामने रूबरू कर रहा कि तुसीं मैं डिबेट कर रहा और तुसीं जिन्नू भी करना चाहो XYZ जिन्हों भी मैं डिबेट कर रहा कहो तो शाम तक इतने मैं बैठा रहा और मेरे सामने मेरे सामने डिबेट कर सामने बह के और मेरे सवाल का जवाब दे देन। मैनू 2000 मैंने तो धोखा मिले क्षेत्र की जनता मिले। अगर 2012 जिते होंगे तो पांडे कितों आना सी, पांडे तो गायब हो जाना सी, पांडे बोरी बिस्तर लैके आपका जितू आया सी उत्तर चला जाना सी। ये मौका तो जड़ा तो उन्होंने लाइया ना जिन्हें 2012 च चुनाव लड़ाया, इन्हों जिताया और अज उन्होंने पता सी जे काली जित गया तो सानू अगे मौका नहीं मिलना और वो पटाके छटाके भी इन्होंने छड्डे कि असी काली ने हराता 5-7 हज़ार तो हराता। अरे मैनू थोड़ी हराता, तुसी जनता नू हराता और जनता इस ਵੇਲੇ ਤੁਹਾਨੂੰ जवाब दे देगी और समय आ गया। ਤੁਹਾਡੀ ਗੱਲ ਪੂਰੀ। ਹੁਣ ਇੱਕ ਬਹੁਤ ਤਿੱਖਾ ਸਵਾਲ ਹੈ, ਤੁਹਾਨੂੰ ਕਮੈਂਟ ਵੀ ਆਇਆ, ਤੁਸੀਂ ਪਿਛਲੀ ਵਾਰ ਇਲੈਕਸ਼ਨ ਲੜੇ ਸੀ, ਪਬਲਿਕ ਦੇ ਵਿੱਚ ਜਾ ਕੇ ਗਿਆ ਸੀ ਇਹ ਮੇਰਾ ਆਖਰੀ ਚੁਣਾਵ ਹੋਏਗਾ, ਤੁਸੀਂ ਲੱਕੜ ਵੀ ਨਾਲ ਲੈ ਕੇ ਗਏ ਸੀ ਕਿ ਜਾਂ ਤੇ ਮੈਨੂੰ ਜਿਤਾ ਦਿਓ ਜਾਂ ਇਹ ਲੱਕੜੇ। ਉਸ ਤੋਂ ਬਾਅਦ ਤੁਸੀਂ ਆਪਣੇ ਵਾਅਦੇ ਤੋਂ ਮੁਕਰੇ ਨਹੀਂ ਵੀ ਤੁਸੀਂ ਆਖਰੀ ਚੁਣਾਵ ਕਿਹਾ ਸੀ। मेरे ਹੁਣ ਫਿਰ कह रहे हैं बिल्कुल देखो मैं गया सी और मेरे को कोई विकल्प होर हैगा भी नहीं। उस तो बाद क्यों कांग्रेस में जा नहीं सकता सी, कोई विकल्प हैगा नहीं सी और मैं उन्होंने कहा सी देखो मेरा आखिरी चुनाव है, ਤੁਹਾਡੀ ਗੱਲ ਮੈਂ ਸੁਣੀ ਹੋਈ ਹੈ, मेरा ये आखिरी चुनाव है और कांग्रेस मैंने टिकट देनी नहीं, अगर मैंने जिता दोगे तो ओके, नहीं तो फिर ये समझ लो काली गया। काली मतलब मैं तो इन्हीं गल कहते सी काली खत्म होया समझा जी भाई, वास्तव में मैं सारी पूंजी तो उन्हें लाती सी और सारे वखी भी रहा सी
ਅੱਛਾ, ਉਸ ਤੋਂ ਬਾਅਦ ਵਿਕਲਪ ਕੋਈ ਅਗਰ ਅਸੀਂ ਇਹ ਮਨ ਨੇ ਠਾਣ ਲਿਆ ਸੀ, ਜਿਵੇਂ ਤੁਸੀਂ ਕਹਿਣਾ ਕਿ ਤੁਸੀਂ ਘੱਟ ਖਿੱਚੇ, ਤਾਂ ਇਹ ਵਾਸਤਵ ਹੈ ਕਿ ਆਪਦੇ ਲੋ ਸੁੱਖ ਦੁੱਖ ਤੇ ਭੈਣ ਭਰਾਵਾਂ ਨੇ ਸਾਰਿਆਂ ਨੇ ਇੱਕ ਵਾਰੀ ਤੁਸੀਂ ਨਜ਼ਰ ਹਟਾਤੀ ਸੀ। ਨਹੀਂ ਨਜ਼ਰ ਨਹੀਂ ਹਟਾਈ ਸੀ, ਆਉਣਾ ਜਾਣਾ ਮੈਂ ਰੱਖਿਆ ਸੀ, ਲੇਕਿਨ 2 ਸਾਲ ਕੋਰੋਨਾ ਆ ਗਿਆ। 2 ਸਾਲ ਕੋਰੋਨਾ ਤਾਂ ਇੰਨਾ ਭਰਪੂਰ ਕੋਰੋਨਾ ਆਇਆ ਕਿ ਲੋਕੀ ਆਪਦੇ ਘਰ ਬਹਿ ਗਏ ਸੀ। ਜੇ ਘਰ ਵੀ ਕੋਈ ਰਿਸ਼ਤੇਦਾਰ ਵੀ ਆ ਜਾਂਦਾ ਸੀ ਤਾਂ ਦੂਰੋਂ ਕਹਿੰਦੇ ਸੀ ਰਿਸ਼ਤੇਦਾਰ ਨੂੰ, ਭਰਾਵਾ ਕਿ ਦੂਰ ਹੀ ਰਹੋ, ਤੇ ਉਹ ਸੈਨੀਟਾਈਜ਼ਰ ਪਿਆ, ਹੱਥ ਲਾ ਕੇ ਪਰਾਂ ਹੀ ਬਹਿ ਜਾ। ਕਰੋਨਾ ਦੇ ਡਰ ਕੋਈ ਵੀ ਨਹੀਂ, ਕਰੋਨਾ ਦੇ ਡਰ। ਜਿਹੜੇ ਸਮਾਜ ਸੇਵੀ ਸੀ ਤਾਂ ਬਾਹਰ ਮੈਦਾਨ ਤੇ ਨਿਤਰੇ ਹੋਏ ਸੀ, ਅਸੀਂ ਆਪ ਕਵਰ ਪੂਰਾ ਕੀਤਾ। ਨਹੀਂ ਕੀਤਾ ਮੇਰਾ ਕਹਿਣਾ ਉਸ ਵੇਲੇ ਤਾਂ ਇਮਤਿਹਾਨ ਦਾ ਮੌਕਾ ਸੀ, ਜਿਹੜੇ ਕਰੋਨਾ ਦੇ ਪਰੇਸ਼ਾਨ ਸੀ, ਉਸ ਵੇਲੇ ਤੁਸੀਂ ਕਹਿੰਦੇ ਮੈਂ ਘਰ ਬਹਿ ਨਹੀਂ, ਗਿਆ। ਮੈਂ ਘਰ ਨਹੀਂ ਬੈਠਾ, ਮੈਂ ਕਹਿ ਰਿਹਾ ਕਿ ਇੱਕ ਗੱਲ ਦੀ ਗੱਲ ਕਹਿ ਰਿਹਾ ਕਿ ਉਸ ਵੇਲੇ ਜਨਤਾ ਨੂੰ ਬਹੁਤ ਜ਼ਿਆਦਾ ਲੋੜ ਸੀ। ਜਨਤਾ ਦੇ ਵਿੱਚ ਰਿਹਾ ਮੈਂ ਇੱਕ ਮੈਸੇਜ ਦੇ ਰਿਹਾ ਕਿ ਉਸ ਸਮੇਂ 2 ਸਾਲ ਇਹੋ ਜਿਹਾ ਕਰੋਨਾ ਚੱਲਿਆ ਸੀ ਕਿ ਲੋਕੀ ਇਤਨਾ ਬਚ ਕੇ ਚੱਲਦਾ ਸੀ, ਕਿਸੇ ਨੂੰ ਕੋਈ ਦਿੱਕਤ ਨਾ ਆ ਜਾਏ। ਔਰ ਮੈਂ ਤੁਹਾਡੀ ਵੀ ਗੱਲ ਕਰਨਾ, ਮੈਂ ਆਪਦੀ ਵੀ ਗੱਲ ਕਰਨਾ, ਹੋਰ ਸਮਾਜ ਦੀ ਵੀ ਗੱਲ ਕਰਨਾ। ਕਰੋਨਾ ਦੇ ਵਸਤ ਵਿੱਚ ਲੋਕਾਂ ਨੇ ਬਹੁਤ ਪਰਹੇਜ਼ ਕੀਤਾ ਔਰ ਪਰਹੇਜ਼ ਕਰਕੇ ਆਪਣੇ ਦੇਸ਼ ਨੂੰ ਬਚਾ ਲਿਆ, ਹੈ ਨਾ। ਔਰ ਮੇਰੇ ਕੋਲ ਕੋਈ ਵਿਕਲਪ ਨਹੀਂ ਸੀ। ਆਹ ਵਿਕਲਪ 1 ਸਾਲ ਪਹਿਲਾਂ ਆਇਆ, ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਇੱਥੇ ਚੁਣਾਵ ਲੜਨ ਦਾ ਇੱਕ ਆਪਦੇ ਆਪ ਨੂੰ ਇਹ ਸਮਝਿਆ ਕਿ ਉੱਤਰਾਖੰਡ ਜੇ 5 ਰਾਜ ਚੁਣਾਵ ਹੋ ਰਹੇ ਨੇ ਕਿ ਮੈਨੂੰ ਚੁਣਾਵ ਲੜਨਾ ਚਾਹੀਦਾ ਹੈ। ਔਰ ਦਿੱਲੀ 'ਚ ਕਰੇਜ ਅੱਛਾ ਹੋਇਆ, 3 ਵਾਰੀ ਮੁੱਖ ਮੰਤਰੀ ਬਣੇ ਨੇ। ਤਾਂ ਮੇਰੇ ਕੋਲ ਆਏ ਸਨ ਤਾਂ ਔਰ ਮੈਂ ਕਿਹਾ ਸੀ ਸਮੇਂ ਆਉਣ ਦਿਓ, ਅਗਰ ਮੈਨੂੰ ਲੱਗੇਗਾ ਕਿ ਆਮ ਆਦਮੀ ਪਾਰਟੀ ਖੜੀ ਹੋ ਸਕਦੀ ਇੱਥੇ ਤਾਂ ਫਿਰ ਮੈਂ ਚੁਣਾਵ ਲੜਾਂਗਾ। ਲੇਕਿਨ ਇਹ ਤੈਅ ਹੈ ਕਿ ਮੈਂ ਕਾਂਗਰਸ ਵੇਲੇ ਪਹਿਲੇ ਗਿਆ ਸੀ 2 ਵਾਰੀ ਜਾਂ BSP ਗਿਆ ਸੀ, ਮੈਂ ਉਹਨਾਂ ਪਾਰਟੀਆਂ 'ਚ ਨਾ ਜਾਵਾਂਗਾ ਔਰ ਨਾ ਉਧਰੋਂ। ਤੁਸੀਂ ਉਦੋਂ ਵਾਅਦਾ ਇਹ ਕੀਤਾ ਸੀ ਕਿ ਨਹੀਂ, ਤੁਹਾਡਾ ਵਾਅਦਾ ਇਹ ਸੀਗਾ ਕਿ ਮੈਂ ਇਸ ਤੋਂ ਬਾਅਦ ਚੁਣਾਵ ਲੜਾਂਗਾ ਹੀ ਨਹੀਂ। ਤੁਸੀਂ ਇਹ ਨਹੀਂ ਕਿਹਾ ਸੀ ਮੈਂ ਕਾਂਗਰਸ ਤੋਂ ਨਹੀਂ ਲੜਾਂਗਾ, ਮੈਂ ਬਸਪਾ ਤੋਂ ਨਹੀਂ ਲੜਾਂਗਾ, ਮੈਂ ਸਪਾ ਤੋਂ ਨਹੀਂ ਲੜਾਂਗਾ। ਤੁਹਾਡੀ ਜਿਹੜੀ ਸਟੇਟਮੈਂਟ ਇਹ ਹੈਗੀ ਸੀ ਕਿ ਇਸ ਵਾਰ ਜੇ ਤੁਸੀਂ ਮੈਨੂੰ ਵੋਟ ਨਹੀਂ ਦਿੰਦੇ ਹੋ, ਮੈਨੂੰ ਨਹੀਂ ਜਿਤਾਉਂਦੇ ਹੋ, ਇਹ ਨਾਲ ਲੱਕੜਾਂ ਹੈਗੀਆਂ, ਜਾਂ ਤੇ ਮੈਨੂੰ ਜਿਤਾ ਦਿਓ ਜਾਂ ਮੇਰਾ ਸੰਸਕਾਰ ਕਰ ਦਿਓ। ਇਹ ਤੁਹਾਡੇ ਕਹਿਣ ਦਾ ਭਾਵ ਸੀਗਾ। ਤੇ ਤੁਸੀਂ ਇਹ ਸਟੇਟਮੈਂਟ ਨਹੀਂ ਦਿੱਤੀ ਸੀ ਕਿ ਮੈਂ ਕਾਂਗਰਸ ਤੋਂ ਨਹੀਂ ਲੜਾਂਗਾ ਜਾਂ ਬਸਪਾ ਤੋਂ ਨਹੀਂ ਲੜਾਂਗਾ ਜਾਂ ਕਿਸੇ ਪਾਰਟੀ। ਤੁਹਾਡਾ ਸਟੇਟਮੈਂਟ ਇਹ ਹੈਗੀ ਸੀ ਕਿ ਮੈਂ ਚੁਣਾਵ ਲੜਾਂਗਾ ਹੀ नहीं। नहीं, मैं क्या सी, लेकिन उसमें विकल्प नहीं सी। आज मेरे को विकल्प है और विकल्प है तो सामने है और मैं जनता जा रहा और विकल्प जनता ਨੂੰ ਪਸੰਦ ਵੀ ਆ ਰਿਹਾ, ਕਹਿੰਦੇ ਹਾਂ ਠੀਕ ਹੈ। ਅੱਛਾ, ਇਹ ਜਨਤਾ ਦੀ ਮੰਗ ਤੇ ਤੁਸੀਂ ਜਾ ਰਹੇ ਹੋ। ਬਿਲਕੁਲ, ਮੈਂ ਜਨਤਾ ਨੇ ਤੁਹਾਨੂੰ ਪਿਆਰ ਦਿੱਤਾ, ਜਨਤਾ ਦੇ ਕਹਿਣ ਤੇ ਤੁਸੀਂ ਜਾ ਰਹੇ। ਤੁਹਾਡਾ ਕਹਿਣ ਦਾ ਭਾਵ ਹੈ 1.5-2 ਸਾਲ ਦੀ ਮੇਰੀ ਗੱਲ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਜੁਆਇਨ ਕਰਾਂ, ਲੇਕਿਨ ਮੈਂ ਆਮ ਆਦਮੀ ਪਾਰਟੀ ਜੁਆਇਨ ਉਦੋਂ ਕੀਤੀ, ਮੈਂ ਪਾਰਟੀ ਨੂੰ ਵੀ ਕਹਿ ਲਿਆ ਸੀ ਮੈਂ ਜਨਤਾ ਜਾ ਲਾਂ, ਇੱਕ ਵਾਰੀ ਮੈਂ ਸਾਰਿਆਂ ਨਾਲ ਗੱਲ ਕਰ ਲਾਂ ਕਿ ਜਨਤਾ ਦਾ ਕੀ ਰੁਝਾਨ ਹੈ। ਉਹਨਾਂ ਕਿਹਾ ਬਿਲਕੁਲ, ਦਿੱਲੀ ਸਾਡੇ ਰਿਸ਼ਤੇਦਾਰ ਵੀ ਹਨ ਔਰ ਅਸੀਂ ਵੀ ਆਉਂਦੇ ਜਾਂਦੇ ਹਾਂ, ਸਾਨੂੰ ਬਹੁਤ ਸਹੂਲਤਾਂ ਉੱਥੇ ਮਿਲਦੀਆਂ ਨੇ। ਅਗਰ ਆਮ ਆਦਮੀ ਪਾਰਟੀ ਤੁਸੀਂ ਖੜੇ ਹੁੰਦੇ ਹੋ, ਅਸੀਂ ਤੁਹਾਨੂੰ ਚੁਣਾਵ ਲੜਾਵਾਂਗੇ ਔਰ ਜਨਤਾ ਤਿਆਰ ਵੀ ਹੈ। ਬਿਲਕੁਲ ਜੀ। ਸੋ ਤੁਸੀਂ ਬਹੁਤ ਵਧੀਆ ਜਵਾਬ ਦਿੱਤੇ ਨੇ। ਹਾਲਾਂਕਿ ਬੜਾ ਅਨਕੰਫਰਟ ਜਿਹਾ ਹੁੰਦਾ ਹੈ ਕਿਉਂਕਿ ਸਾਡੀ ਇਹ ਜੌਬ ਹੈ। ਵੇਖੋ, ਜੋ ਆਮ ਚਰਚਾ ਹੁੰਦੀ ਹੈ ਤੇ ਉਹ ਸਾਡਾ ਪੁੱਛਣਾ ਇੱਕ ਫਰਜ਼ ਬਣਦਾ ਹੈ। ਇਹ ਲਗਭਗ ਸਾਰੇ ਸਵਾਲ ਜਵਾਬ ਹੋ ਚੁੱਕੇ ਨੇ। ਹੁਣੇ ਤਾਜ਼ਾ ਇੱਕ ਮਸਲਾ ਹੋਇਆ ਰੁਦਰਪੁਰ ਦੇ ਵਿੱਚ, ਤੁਸੀਂ ਵੇਖਿਆ ਹੋਣਾ, ਬਹੁਤ ਵੱਡੀ ਭਾਵੇਂ ਇੱਕ ਸਾਜ਼ਿਸ਼ ਸੀ ਜਾਂ ਕੀ ਸੀ, ਜਦੋਂ ਤੁਸੀਂ ਕਾਂਡ ਉੱਥੇ ਵੇਖਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਕੀ ਲੱਗਦਾ ਉਹ ਕਿਹਨਾਂ ਦੀ ਕਰਤੂਤ ਹੋਣੀ ਹੈ? ਦੇਖੋ, ਇਹ ਜਿਹੜੇ ਕੰਮ ਹੁੰਦੇ ਨਾ, ਜਦੋਂ ਚੁਣਾਵ ਹੁੰਦਾ ਨਾ ਤਾਂ ਇਹ ਕੰਮ ਹੁੰਦੇ ਨੇ। ਅੱਜ ਤੋਂ 5 ਸਾਲ ਪਹਿਲੇ ਕਿਉਂ ਨਹੀਂ ਹੋਏ, ਹੈ ਨਾ। ਪਿਛਲੀ ਵਾਰ 2 ਅਕਤੂਬਰ ਨੂੰ ਜਦੋਂ ਚੁਣਾਵ ਨੇੜੇ ਸੀ ਇਹਨਾਂ ਦਾ ਤਾਂ ਕੰਮ ਹੋਇਆ, ਹੈ ਨਾ। ਔਰ ਅੱਜ ਫਿਰ ਹੋ ਰਹੇ ਨੇ। ਮੈਂ ਕਿਸੇ ਪਾਰਟੀ ਦਾ, ਕਿਸੇ ਸ਼ਖਸ ਦਾ ਨਾਂ ਨਹੀਂ ਲੈ ਰਿਹਾ, ਲੇਕਿਨ ਮੈਂ ਕਹਿ ਰਿਹਾ ਕਿ ਦੇਖੋ, ਇੱਕ ਆਪਾਂ ਸਮਾਜ ਵਿੱਚ ਬੈਠੇ ਹਾਂ, ਹਾਰ ਜਿੱਤ ਤਾਂ ਇਨਸਾਨ ਦੇ ਨਾਲ ਹੈ ਨਾ, ਦੁੱਖ ਸੁੱਖ ਵੀ ਇਨਸਾਨ ਦੇ ਨਾਲ ਹੈ। ਅਗਰ ਕਿਸੇ ਨੂੰ ਤੁਸੀਂ ਟੌਰਚਰ ਕਰਕੇ, ਕੋਈ ਵੀ ਕਿਸੇ ਦੀ ਵੀ ਗੱਲ ਕਰ ਰਿਹਾ, ਕਿਸੇ ਨੂੰ ਕੋਈ ਟੌਰਚਰ ਕਰ, ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ। ਨੀਚਤਾ ਦੀ ਹੱਦ ਹੈ। ਵੇਖੋ, ਨੀਚਤਾ ਦੀ ਹੱਦ ਹੈ। ਸੈਂਟੀਮੈਂਟ ਭੜਕਾ ਕੇ ਬਿਲकुल ਇਸ ਤਰ੍ਹਾਂ ਚੰਗਾ ਤਾਂ ਘਰ ਬਹਿ ਜਾਣਾ ਚਾਹੀਦਾ है। देखो, अगर अपना दिमाग ला के आपका कोई भूमिका बनाकर चल ठीक है राजपाट हासिल कर लांगे नहीं कर लांगे, वो रब भी तो कोई चीज है यार, रब भी वेख रहा है। ਵੇਖੋ, ਅਜੇ ਚੋਣਾਂ ਨੂੰ ਹੁਣ ਥੋੜਾ ਜਿਹਾ ਟਾਈਮ ਰਹਿ ਗਿਆ, ਹੋ ਸਕਦਾ ਇਹੋ ਜਿਹੀਆਂ ਘਟਨਾ ਹੋਰ ਆਉਣ। ਆਮ ਜਨਤਾ ਇਸ ਪ੍ਰੋਗਰਾਮ ਨੂੰ ਦੇਖ ਰਹੀ, ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਕਿ ਆਪਸੀ ਭਾਈਚਾਰਾ ਕਾਇਮ ਰੱਖੀ? ਘੱਟੋ ਘੱਟ ਚੁਣਾਵ ਅਜੇ ਥੋੜੇ ਜਿੰਨੇ ਦਿਨ, ਐਸੀ ਘਟਨਾ ਹੋਰ ਵੀ ਹੋ ਸਕਦੀ ਹੈ, ਤੁਹਾਨੂੰ ਲੋਕ ਫਾਲੋ ਕਰਦੇ ਨੇ, ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ, ਮੈਂ ਸਾਰੀ ਸੰਗਤ ਨੂੰ, ਦੇਸ਼ ਵਿਦੇਸ਼ ਦੀ ਸੰਗਤ, ਜਿੱਥੇ ਵੀ ਮੇਰੇ ਭੈਣ ਭਰਾ ਸਾਰੇ ਵੇਖ ਰਹੇ ਨੇ, ਇੱਕ ਹੀ ਮੈਸੇਜ ਦਿਆਂਗਾ। देखो, राजनीति तो देखो इंसान चला जाएगा, लेकिन राजनीति जिंदा रहेगी, है ना। तो राजनीति करो, राजनीति ਨੂੰ ਮਨਾ ਨਹੀਂ ਹੈ, राजनीति ਦਾ ਸੁੱਖ ਵੀ ਭੋਗੋ ਜਿਹੜੇ ਭੋਗ ਰਹੇ ਨੇ, लेकिन ऐसी राजनीति ना करो जिंदे ਚ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਏ। अगर सपोज करो रुद्रपुर जो कांड होया है, अगर एक कांड खिलर जाता, प्रशासन और मीडिया ने जाके मैनेज किया, अगर ये लोग ना करते और प्रशासन ना इनू मैनेज कर पाता, अगर वारदात वध जाती, कुछ भी हो सकता सी, 2 4 10 20 जाना भी जा सकदियां सन। अगर जिन्हां दे घर ते चिराग चले जाते, तुसीं तां आपदे घर चले जाते, चुनाव लड़ते या नहीं लड़ते।
ਜਿਨ੍ਹਾਂ ਦੇ ਚਿਰਾਗ ਬੁੱਝ ਜਾਂਦੇ ਉਹਨਾਂ ਦੀ ਭਰਪਾਈ ਕਿਵੇਂ ਪੂਰੀ ਹੁੰਦੀ। ਤੇ ਮੇਰੀ ਇੱਕ ਹੱਥ ਜੋੜ ਬੇਨਤੀ ਹੈ, ਚੁਣਾव ਲੜੋ, ਚੁਣਾव ਲੜਨ ਵਾਸਤੇ ਹੀ ਹੁੰਦਾ ਹੈ। ਮੈਂ ਵੀ ਚੁਣਾव ਲੜ ਰਿਹਾ, ਮੇਰੇ ਵੀਰ ਇਸ ਸਤਰ ਤੱਕ ਨਾ ਗਈ। ਹਾਂ, ਇਸ ਸਤਰ ਤੱਕ ਨਾ ਜਾਓ, ਠੀਕ ਹੈ। ਹਰ ਜਿੱਤ ਇਸ ਗੱਲਾਂ ਆਪਾਂ ਚਾਹੁੰਦੇ ਕਿ ਜਨਤਾ ਜਾਗਰੂਕ ਰਹੇ ਕਿ ਵੇਖੋ ਚੁਣਾਵ ਦੇ ਕੋਲ ਇਹੋ ਜਿਹੀ ਘਟਨਾ ਹੋ ਰਹੀ ਹੈ, ਕਿਤੇ ਨਾ ਕਿਤੇ ਟੀਚਾ ਉਹਨਾਂ ਦਾ ਇਹੋ ਹੀ ਹੈ ਕਿ ਇੱਕ ਤਰ੍ਹਾਂ ਦਾ ਰਾਜਨੀਤਿਕ ਇਹਦੇ ਤੋਂ ਫਾਇਦਾ ਲਿਆ ਜਾ ਸਕੇ। ਇਹ ਹੋ ਸਕਦਾ ਨਹੀਂ, ਇਸ ਕਰਕੇ ਨਹੀਂ ਲੈਣਾ ਚਾਹੀਦਾ, ਆਪਦਾ ਕੰਮ ਕਰਕੇ ਲੈਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਵੀ ਲੈਣਾ ਚਾਹੀਦਾ ਹੈ ਤੇ ਆਪਦਾ ਕੰਮ ਵਿਖਾ ਕੇ ਕੰਮ ਕਰਕੇ ਲੈਣਾ ਚਾਹੀਦਾ ਹੈ। ਔਰ ਇਹ ਕੰਮ ਕਰਕੇ ਇਹ ਤਾਂ ਬੁਜ਼ਦਿਲ ਹੀ ਹੈ। ਅਗਰ ਜਿਸ ਵੀ ਇੱਕ ਬੰਦੇ ਕੰਮ ਕੀਤਾ ਨਾ, ਮੈਂ ਉਹਨੂੰ ਕਹੂੰਗਾ ਬੁਜ਼ਦਿਲ ਹੈ। ਅਗਰ ਵਾਸਤਵ ਵਿੱਚ ਤੁਸੀਂ ਰਾਜਨੀਤਿਕ 'ਚ ਹੈਗੇ ਜੇ ਜਾਂ ਨਹੀਂ ਹੈਗੇ ਜੇ, ਜਿਨ੍ਹਾਂ ਹੋ ਸਕਦਾ ਹੈ ਰਾਜਨੀਤਿਕ ਨਾ ਵੀ ਹੋਣ ਜਿਨ੍ਹਾਂ ਨੇ ਕੰਮ ਕੀਤਾ, ਅਗਰ ਉਹ ਰਾਜਨੀਤਿਕ ਹੈ। ਇੱਕ ਟਾਈਮਿੰਗ ਤੇ ਸਵਾਲ ਉੱਠਦੇ ਨੇ ਕਿਉਂਕਿ ਆਚਾਰ ਸੰਹਿਤਾ ਲੱਗਦੀ ਹੈ, ਅਗਲੇ ਦਿਨ ਇਹ ਕਾਰਾ ਹੋ ਜਾਂਦਾ, ਇੰਨਾ ਵੱਡਾ ਕਾਰਾ, ਤਾਂ ਕਿਤੇ ਨਾ ਕਿਤੇ ਇੱਕ ਸੂਈ ਜਾਂਦੀ ਹੈ ਕਿ ਇਹਦਾ ਕਿਤੇ ਨਾ ਕਿਤੇ ਪੋਲੀਟੀਕਲ ਬੈਨੀਫਿਟ ਲੈਣ ਦੇ ਲਈ ਇਹ ਕੰਮ ਕੀਤਾ ਗਿਆ। ਤੁਹਾਡੇ ਜਹਨ 'ਚ ਨਹੀਂ ਆਉਂਦਾ ਇਹ? ਨਹੀਂ, ਮੈਂ ਟਾਈਮਿੰਗ ਜਿਹੜੀ ਹੈ, ਟਾਈਮਿੰਗ ਜਿਹੜੀ ਹੈ ਬਿਲਕੁਲ, ਇਹ ਕੰਮ ਪਹਿਲੇ ਕਿਉਂ ਨਹੀਂ ਹੋਏ, ਇਹ ਹੁਣ ਕਿਉਂ ਹੋਏ? ਮਤਲਬ ਦੇਖੋ, ਕਹਿੰਦੇ ਨਾ ਆਪਣੇ ਇੱਕ ਘੁਮਾ ਫਿਰਾ ਕੇ ਗੱਲ ਉੱਥੇ ਹੀ ਆ ਜਾਣੀ ਹੈ ਕਿ ਇਹ ਕੰਮ ਜਿਹੜੇ ਹੋਏ ਨੇ ਉਹ ਗਲਤ ਹੋਏ ਨੇ। ਔਰ ਆਪਣੇ ਅਗਰ ਇੱਥੇ ਤੋਂ ਮੈਸੇਜ ਚਲਾ ਜਾਂਦਾ ਤਾਂ ਖਾਲੀ ਰੁਦਰਪੁਰ ਦਾ ਮੈਸੇਜ ਨਹੀਂ ਹੁੰਦਾ, ਪੂਰੇ ਰਾਜਧਾਨੀ ਪੂਰੇ ਦੇਸ਼ 'ਚ ਮੈਸੇਜ ਜਾਂਦਾ। ਔਰ ਚਰਚਾ ਊਧਮ ਸਿੰਘ ਨਗਰ ਦੀ ਔਰ ਉੱਤਰਾਖੰਡ ਦੀ ਹੁੰਦੀ ਜੋ ਗਲਤ ਮੈਸੇਜ ਜਾਂਦਾ। ਇਹ ਕੰਮ ਜੋ ਹੋਇਆ ਬਹੁਤ ਗਲਤ ਹੋਇਆ ਹੈ ਔਰ ਇਹ ਕੰਮ ਨਹੀਂ ਹੋਣੇ ਚਾਹੀਦੇ। ਮੈਂ ਫਿਰ ਗੁਜ਼ਾਰਿਸ਼ ਕਰਾਂਗਾ, ਚੁਣਾव ਲੜੋ, ਚੁਣਾव ਲੜਨ ਵਾਸਤੇ ਚੁਣਾव ਹੁੰਦੇ ਨੇ। ਹਾਰ ਜਿੱਤ ਇਨਸਾਨ ਦੇ ਹੱਥ 'ਚ। ਮੈਂ 3 ਚੁਣਾव ਹਾਰ ਗਿਆ, ਲੇਕਿਨ ਅੱਜ ਵੀ ਖੜਾ, ਕੋਈ ਗੱਲ ਨਹੀਂ, ਵਾਹਿਗੁਰੂ ਕਰੇਗਾ। ਅਗਰ ਮੈਂ ਸੱਚਾ ਆਪਦੇ ਮਨ ਨਾਲ, ਸੱਚੇ ਮਨ ਨਾਲ ਅਗਰ ਮੈਂ ਚੁਣਾव ਲੜ ਰਿਹਾ ਔਰ ਮੇਰੇ ਵਾਸਤਵ ਵਿੱਚ ਮੈਂ ਜਨਤਾ ਦੇ ਨਾਲ ਜੁੜਿਆ ਰਿਹਾ ਔਰ ਮੈਂ ਵਚਨ ਵੀ ਦੇ ਰਿਹਾ, ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਬਲੇਮ ਲੋਕਾਂ ਲਗਾਏ ਨੇ, ਮੂੰਹ ਨਾਲ ਬੋਲਣ ਨਾਲ ਕੁਝ ਵੀ ਹੋ ਸਕਦਾ ਹੈ। ਲੋਕਾਂ ਮੂੰਹ ਨਾਲ ਬੋਲਿਆ, ਠੀਕ ਹੈ, ਬੋਲ ਲੈਣ। ਰੱਬ ਭਰਪਾਈ ਤਾਂ ਇਹਦੀ ਜਨਤਾ ਕਰੇਗੀ ਨਾ, ਜਾਂ ਰੱਬ ਦੇਖ ਰਿਹਾ। ਇੱਕ ਸਵਾਲ ਹੋ ਭਾਈ ਸਾਹਿਬ, ਜਾਂਦੇ ਜਾਂਦੇ ਇੱਕ ਆਇਆ, ਕਾਲੀ ਜੀ ਤੁਹਾਡੇ ਚੁਣਾਵ ਲੜਨ ਨਾਲ ਬੀਜੇਪੀ ਨੂੰ ਫਾਇਦਾ ਹੋਵੇਗਾ, ਇਹ ਤਾਂ ਕਲੀਅਰ ਹੈ। ਜਨਤਾ ਦਾ ਜੇ ਤੁਸੀਂ ਭਲਾ ਚਾਹੁੰਦੇ ਹੋ ਤਾਂ ਇੱਕੋ ਇੱਕ ਸਿੱਖ ਚਿਹਰੇ ਤੇ ਵਿਚਾਰ ਕਿਉਂ ਨਹੀਂ ਕਰਦੇ? ਇੱਕ ਕਹਿੰਦੇ ਆਮ ਲੋਕਾਂ ਦੀ ਚਰਚਾ ਇਹ ਹੈ ਕਿ ਤੁਹਾਡੇ ਚੁਣਾਵ ਲੜਨ ਦਾ ਸਿੱਧਾ ਫਾਇਦਾ ਜਿਹੜਾ ਬੀਜੇਪੀ ਨੂੰ ਜਾ ਰਿਹਾ ਬਹੁਤ ਵੱਡਾ। ਇਹ ਆਮ ਚਰਚਾ ਧਾਰਨਾ। ਅੱਛਾ, ਆਪਾਂ ਹੁਣ ਡਿਬੇਟ ਤੇ ਬੈਠੇ ਹਾਂ ਤੇ ਹੁਣ ਕੋਈ ਆਉਣ ਨੂੰ ਵੀ ਤਿਆਰ ਨਹੀਂ ਹੈ ਨਾ। ਮੈਂ ਤਾਂ ਚੈਲੰਜ ਕਰ ਰਿਹਾ, ਆਓ। ਨਹੀਂ, ਤੁਹਾਡੇ ਵੱਲ ਤਾਂ ਖੈਰ ਖੁੱਲੀ ਤੁਸੀਂ। ਔਰ ਮੈਂ ਵੀ ਕਹਿ ਰਿਹਾ ਸ਼ਾਮ ਤੱਕ ਬਵਾਂਗਾ, ਹੈ ਨਾ, ਮੈਂ ਤਿਆਰ ਹਾਂ। ਔਰ ਤੁਸੀਂ ਮੇਰੇ ਵੀਰ ਨੇ ਅਗਰ ਪਾਇਆ ਹੈ, ਤੁਸੀਂ ਬੀਜੇਪੀ ਨੂੰ ਫਾਇਦਾ ਪਹੁੰਚਾ ਰਹੇ ਹੋ, ਮੇਰੇ ਕਰਕੇ ਕਿਉਂ, ਕਾਂਗਰਸ ਕਰਕੇ ਕਿਉਂ ਨਹੀਂ ਨਾ ਲੈ ਰਹੇ ਹੋ, ਹੈ ਨਾ? ਨਾ ਉਹਨਾਂ ਦਾ ਵੀ ਲਾਓ ਨਾ ਯਾਰ। ਨਹੀਂ, ਆਮ ਜਨਤਾ ਹੈ, ਠੀਕ ਹੈ। ਮੈਂ ਵੀਰ ਤੇਰਾ ਥੈਂਕਸ। ਜਿਹੜਾ ਤੁਸੀਂ ਕਹਿੰਦੇ ਕਿ ਉਹਨਾਂ ਤੋਂ ਹੀ ਸਵਾਲ ਪੁੱਛੋ, ਬਈ ਜਰਨੈਲ ਸਿੰਘ ਕੱਲ ਨਾ ਠਾਜੋ, ਉਹਨਾਂ ਨੂੰ ਵੀ ਪੁੱਛੋ ਸਵਾਲ, ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ 2012 ਜਿੱਤ ਰਹੇ ਸੀ, ਤੁਸੀਂ ਇਹਨਾਂ ਨੂੰ ਕਿਉਂ ਹਰਵਾਇਆ? ਪੁੱਛੋ ਤਾਂ ਸਹੀ। ਕਿਸੇ ਵੀ ਭੈਣ ਭਰਾ ਨੇ ਜਾ ਕੇ ਉਹਨਾਂ ਨੂੰ ਆਖਿਆ ਬਈ ਤੁਸੀਂ ਸਮਾਜ ਦਾ ਨੁਕਸਾਨ। ਕਮੈਂਟ ਤੁਹਾਡੇ ਸਮਰਥਨ ਵਿੱਚ ਹੀ ਬਹੁਤ ਆ ਰਹੇ ਨੇ, ਖੈਰ ਆਪੋ ਆਪਣੇ। ਸੋ ਸਮਾਂ ਥੋੜਾ ਭਾਈ, ਜਾਂਦੇ ਕੁਝ ਹੋਰ ਕਹਿਣਾ ਚਾਹੋ ਜੋ ਤੁਹਾਨੂੰ ਲੱਗਦਾ ਹੈ ਜਨਤਾ ਨੂੰ ਤੁਸੀਂ ਕਿਸ ਤਰ੍ਹਾਂ ਲੁਭਾਉਣਾ ਚਾਹੁੰਦੇ ਹੋ? ਕੁਝ ਗੱਲਾਂ ਰਹਿ ਗਈਆਂ ਨੇ ਜੋ ਤੁਹਾਨੂੰ ਲੱਗਦਾ ਕਿ ਕਹਿਣਾ ਚਾਹੁੰਦੇ ਹੋ, ਕਿਉਂਕਿ ਟਾਈਮ ਥੋੜਾ ਲੰਮਾ ਹੋ ਚੁੱਕਿਆ ਸਾਡੇ ਲਈ, ਸੀਮਤ ਸਮਾਂ। ਦੇਖੋ, ਜਿਹੜੇ ਕਮੈਂਟਸ ਮੇਰੇ अच्छे कर रहे हैं तो मैं उन्होंने भी थैंक्स कहना। और जिन्होंने मेरे को सवाल पूछे ने, मैं उन्होंने भी थैंक्स कहना। देखो, जब तक तुम सवाल नहीं पूछते तो मैं जनता को जवाब किवें देंदा ना। तुम पूछे, मैं उनके लिए बहुत बहुत थैंक्स कहना। और जाते जाते तुम ये गल कही कि गल को लुभाण दी, जनता को लुभाण की लोड़ नहीं मेरे वीर। जनता जानी जान है। जनता ये नहीं कहती कि मेरे कोई ऐसी चीज़ लगी है कि जनता मैंने वोट पा देगी। जनता इस चीज़ को देखती है कि व्यवहार ਅੱਜ ਤੁਹਾਡੇ ਫਿਰ ਚ ਗਿਆ ਕੁਝ। ਇੱਕ ਭਾਈ ਸਾਹਿਬ ਕਹਿੰਦੇ ਆ ਕਿ ਖਾਲੀ ਕਾਲੀ ਕਿਉਂ ਪਿੱਛੇ ਹਟੇ, ਦੂਜਾ ਕਿਉਂ ਨਹੀਂ ਪਿੱਛੇ ਹਟਦਾ? ਦੇਖੋ, ਹੁਣ ਮੇਰੇ ਵੀਰ ਅਗਰ ਕਮੈਂਟ ਤੁਹਾਡੇ ਅਗਰ ਵਿਰੋਧ ਚ ਨੇ ਤੇ ਤੁਹਾਡੇ ਸਮਰਥਨ ਚ ਹੀ ਆ ਰਹੇ। ਹਾਂ, ਉਹੀ ਨਾ, ਅਗਰ ਉਹ ਕਹਿੰਦੇ ਦੂਜਾ ਪਿੱਛੇ ਕਿਉਂ ਨਹੀਂ ਹਟਦਾ, ਬਿਲਕੁਲ ਉਹਨਾਂ ਨੇ ਸਹੀ ਲਿਖਿਆ ਬਈ ਜਿਹੜਾ ਵੀ ਕਰਦਾ ਸਵਾਲ ਮੈਨੂੰ ਕਰਦਾ, ਉਹਨਾਂ ਨੂੰ ਕਿਉਂ ਨਹੀਂ ਕਰਦਾ? ਮੈਂ ਖੁਦ ਵੀ ਕਹਿ ਰਿਹਾ ਬਈ ਤੁਸੀਂ ਵੀ ਗੱਲ ਮੇਰੇ ਪਰੂ ਕਹੀ, ਹੋਰ ਵੀ ਗੱਲ ਕਹੀ। ਨਹੀਂ, ਵੇਖੋ, ਸਾਡਾ ਤਾਂ ਜੋ ਇੱਕ ਚਰਚਾ ਹੁੰਦੀ, ਅਸੀਂ ਤਾਂ ਸਾਡੇ ਕੋਲ ਜਿਹੜਾ ਇੱਥੇ ਆਏਗਾ ਅਸੀਂ ਉਦੋਂ ਸਵਾਲ ਕਰਾਂਗੇ ਜੋ ਚਰਚਾ ਦਾ ਵਿਸ਼ੇ ਹੁੰਦਾ। ਦੇਖੋ, ਗੱਲ ਸੁਣੋ, ਬਿਲਕੁਲ ਸਵਾਲ ਜਵਾਬ ਮੇਰੇ ਭੈਣ ਭਰਾ ਕਰ ਰਹੇ ਨੇ, ਉਹਨਾਂ ਨੂੰ ਕਰਨੇ ਚਾਹੀਦੇ ਨੇ, ਹੋਰ ਵੀ ਕਰੋ, ਉਹਦਾ ਵੀ ਜਵਾਬ ਦਿਆਂਗਾ। ਲੇਕਿਨ ਤੁਸੀਂ ਇਹ ਜਿਹੜੀ ਗੱਲ ਕਹੀ ਨਾ ਕਿ ਤੁਸੀਂ ਉਹਨਾਂ ਦੇ ਬਾਰੇ 'ਚ ਉਹਨਾਂ ਦੇ ਹੋਰ ਪਾਰਟੀ ਵਾਸਤੇ ਜਾਂ ਹੋਰ ਲੋਕਾਂ ਵਾਸਤੇ ਵੀ ਕਰੋ, ਤਾਂ ਵਾਸਤਵਿਕ ਮੈਂ ਵੀ ਕਹਿਣਾ ਮੇਰੇ ਨਾਂ ਤੇ ਹੀ ਕਿਉਂ, ਉਹਨਾਂ ਦੇ ਨਾਂ ਤੇ ਕਿਉਂ ਨਹੀਂ ਦੂਜੇ ਵਾਸਤੇ? ਤੇ ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਉਹਨਾਂ ਤੋਂ ਵੀ ਸਵਾਲ ਪੁੱਛੇ ਜਾਣ ਜਿਨ੍ਹਾਂ ਨੇ 2012 'ਚ ਜਨਤਾ ਦਾ ਨੁਕਸਾਨ ਕਰਾਇਆ ਔਰ 2017 'ਚ ਮੇਰੀ ਟਿਕਟ ਕਟਾ ਕੇ ਆਪ ਲਿਆਏ ਔਰ ਮੈਂ ਵੀ ਹਾਰ ਗਿਆ, ਉਹ ਵੀ ਹਾਰ ਗਏ ਔਰ ਜਨਤਾ ਨੂੰ ਇਸ ਚੀਜ਼ ਦਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇੱਕ ਗੱਲ ਮੈਂ ਹੋਰ ਕਹਾਂਗਾ, ਬਿਲਕੁਲ ਜੀ, ਰੱਬ ਨੂੰ ਸਾਖੀ ਮੰਨ ਕੇ, ਹੁਣ ਹਟਾਣਾ ਨਹੀਂ, ਬਿਲਕੁਲ ਤੁਸੀਂ ਕਹੋ, ਰੱਬ ਨੂੰ ਸਾਖੀ ਮੰਨ ਕੇ
ਇੱਥੇ ਵੀ ਗੁਰਦੁਆਰਾ ਹੈ ਨਾ, ਇੱਥੇ ਵੀ ਗੁਰਦੁਆਰਾ ਹੈ ਆਪਣੇ ਪਿੰਡ 'ਚ, ਇੱਥੇ ਹੁਣੇ ਆ ਜਾਣ। ਅੱਜ ਤੋਂ 2 ਸਾਲ ਪਹਿਲਾਂ ਮੇਰੇ ਦੋਸਤ ਕੌਣ ਆ ਜਾਣ, ਖੁੱਲ ਕੇ ਕਹੋ ਭਾਜੀ। ਮੇਰੇ ਨਹੀਂ ਵੇਖੋ ਗੋਲ ਮੋਲ ਗੱਲ ਨਹੀਂ, तो सुनो मेरे फिर मैं अगर हटाओ ना पुछ तो सुन तो लो। आज तो 2 साल पहला जो जिला पंचायत का चुनाव हैगा सी तो मेरे दोस्त मेरे पिछे लगे सन, काली यार तुसी एक क्यों नहीं होंगे बई, सानू परेशानियां बहुत होंदियां ने, तुसी एक हो जाओ। तो एक हो जाओगे ना तो एक जना विधायक बन जाएगा, दूजा किसी होर पद ते बह जाएगा। तो मैं कहा चलो ठीक है कोई गल नहीं, समय आने वेखांगे। उन्होंने फिर मनु कहना चालू करता। फिर जिला पंचायत का जो चुनाव आया तो इन्होंने मैंने बुला लिया और मेरे सामने रजिंदर पाल भाई साहब खलोते सन, तो उन्होंने भी बुलाया। तो उन्होंने छोटे भरा जोड़े पाटू ना तो मशहूर हैं सुरेंद्र पाल पाटू, वो भी आए। तो उन्होंने रजिंदर पाल भाई साहब के साले साहब गुरनाम कमरा जी रुद्रपुर रहिंदे ने, वो भी है सन। एक मेरा दोस्त सी तेजेंद्र सिंह लाटू जड़ा बार बार फोर्स करते सन एक हो जाने, उन्होंने कोशिश की, हाँ बड़ी पूरी कोशिश की, थैंक यू कहना। तो एक मैं सी 5 जने सी, असी 5 जने एक होटल रुद्रपुर बह के असी विचार विमर्श किया कि इहदे ते हुण देखो मैं उन्होंने आपदी सारी गल्लां कहियां। मैं कहा 2012 च मैं जित सकदा सी अगर तुसीं सारे उबाल कड्डे, हाँ बिल्कुल कड्डे, लेकिन उन्होंने क्या ठीक है यार हुण जो होना सी हो गया, हुण अगे दी रणनीति देखिए। तो रणनीति च होया कि एक जना चुनाव होर कोई लड़ लो, एक जना कांग्रेस तो लड़ लो। मैं कहा ठीक है दसो। तो कहने लगे कि जिला पंचायत का चुनाव आ गया। तो मैं कहा मैं तैयार हाँ तुम चुनाव लड़ान नूं, जिला पंचायत का चुनाव लड़ो और अध्यक्ष जी भी तो तुहाडी असीं सपोर्ट करांगे, तैनूं मनु जो मेरे को हो सकिया। तो कहते ना जी ना असीं नहीं लड़ना, ਅਸੀਂ ਜ਼ਿਲ੍ਹਾ ਪੰਚਾਇਤ ਹੀ ਲੜਨਾ, ਅਸੀਂ विधायक ही लड़ांगे। अच्छा मतलब तुसीं लड़ लो। अच्छा। तो मैं कहा चलो ठीक है। अगर मेरे माने तो ये सी ना कि मैं भी कह चुकिया सी कि मैं चुनाव वाले ध्यान हटा दिता है, विकल्प ना होंदा आम आदमी पार्टी का मैं चुनाव नहीं लड़ना सी, तय सी। ठीक है, आम आदमी का विकल्प आया और मैं चुनाव लड़ रहा और जनता इस चीज़ को स्वीकार भी कर रही है ना। और उत्थे बह के उन्होंने कहता ठीक है जिला पंचायत तुहाडी। मैं कहा एक शर्त हो रही पार्टी नाल गल कर लो, जिला पंचायत अध्यक्ष भी लड़ांगा। तो कहते ठीक है सानू की तराज है। मैं कहा विधायक जी आज तू तुहाडी, लेकिन तुसीं अपनी गल तो मुकरना नहीं। उन्होंने कहा ठीक है असीं शाम नूं तुहानूं जवाब देंगे। असीं इधर अपनी इस सीट तो नाम गदरपुर विधानसभा की मैं गल की सी, सकैनिया सीट तो मैं लड़ांगा। तो उन्होंने कहा ठीक है साढ़े लो ओके हो गया, फाइनल हो गया और राजी खुशी असीं गले मिले, हाथ मिलाए। तो वो आपदे कर गया, मैं आपदा कर गया। मेरे यार ने मेरा शुक्रिया अदा किया तेजेंद्र सिंह लाटू ने कि यार काली निर्णय बहुत अच्छा हो गया, एक विधायक ही लड़ लेगा और एक जिला पंचायत लड़ लेगा। चलो जी चले गए। हुण शाम नूं उन्होंने जवाब देना सी, तो शाम नूं जवाब आया नहीं, दूसरे दिन मिले। तो उहदे च एक गदरपुर इंदरपाल भाई साहब साडे मेरे करीबी है, नांदे दे नाल ही रहिंदे ने, वो भी विच उन्होंने भी उन्होंने विच पा लिया। वो जिधर जिन्होंने उन्होंने हाँ की सी वो तो खुद लड़ नहीं रहे सन, है ना। उन्होंने ना बंसी कंबोज है और वो आप ना लड़ के किसी ने लड़ा रहे सन। ठीक है। और उन्होंने जाके गल की या नहीं की, है ना। और वो दूसरे दिन किसी ने इन्होंने कहता होना, मेरा मन कह रहा है कहता होना अगर काली चुनाव लड़ गया जिला पंचायत तब फिर तेरी सीट ना खतरे पै जाए। अच्छा हाँ ऐसा हो सकता है, मैं एक गल कह रहा। तो उन्हें बंसी नाल गल की या नहीं की, उन्हें मैनू जवाब दिता कि वो बन नहीं रहे, उन्हें चुनाव लड़ना है। अच्छा मतलब मेरी गल सुन लो जी, उन्हें आख्या कि उन्हें चुनाव लड़ना है। मैं कहा फिर तुहाडी मेरी खुददारी कित्थे रह गई फिर। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਹਰ ਗੱਲ ਤੋਂ ਬਿਲਕੁਲ ਮੰਨ ਗਏ ਸੀ, ਇੱਕ ਤਿਆਰ ਹੋ ਗਏ ਸੀ, ਲੇਕਿਨ ਉਹਦੇ ਬਾਵਜੂਦ ਫਿਰ ਉਹਨਾਂ ਵੱਲੋਂ ਨਾ ਕਰ ਦਿੱਤਾ ਗਿਆ ਤਾਂ ਤੁਹਾਨੂੰ ਮਜਬੂਰੀ। ਹਾਂ ਮੇਰੀ ਗੱਲ ਸੁਣੋ ਕਿਤੇ ਨਾ ਕਿਤੇ ਰਾਜਨੀਤੀ ਸਟੈਂਡ ਤਾਂ ਲੈਣਾ ਹੀ ਪੈਂਦਾ ਨਾ। ਉਹ ਲਿਆ ਸੀ ਅਸੀਂ ਕਿ ਇੱਕ ਜਗ੍ਹਾ ਦੋਵੇਂ ਹਾਂ ਇੱਕ ਜਗ੍ਹਾ ਮਤਲਬ ਹਾਂ ਇਕੱਠੇ ਹੋ ਜਾਈਏ, ਇੱਕ ਜਨਤਾ ਦਾ ਮੈਸੇਜ ਸੀ। ਤੇ ਉੱਥੇ ਇਹ ਕਹਿ ਕਿ ਮੈਂ ਇੱਕ ਗੱਲ ਬੜੀ ਕੱਟਾਂ, ਇਹ ਕਿਹਾ ਜਾਂਦਾ ਜਰਨੈਲ ਸਿੰਘ ਕਾਲੀ ਬੜਾ ਜਿੱਦੀ ਹੈ, ਉਹ ਨਹੀਂ ਮੰਨਿਆ। ਇਹ ਤੁਸੀਂ ਦੱਸ ਰਹੇ ਹੋ ਕਿ ਜਿੱਦੀ ਕਿਵੇਂ ਵੀ ਤੁਸੀਂ ਮੰਨ ਗਏ ਸੀ, ਲੇਕਿਨ ਇੱਥੇ ਦਿੱਕਤ ਹਾਂ ਬਿਲਕੁਲ ਮੈਂ ਮੰਨਿਆ ਸੀ। ਔਰ ਮੈਂ ਕਹਿਣਾ ਅਗਰ ਮੇਰੇ ਭਰਾ ਜਿਹੜੇ ਮੇਰੇ ਜਿਹਨਾਂ ਕਮਿਟਮੈਂਟ 2-2.5 ਸਾਲ ਪਹਿਲੇ ਕੀਤਾ ਸੀ, ਅਗਰ ਉਹ ਬਾਈ ਦੇ ਹੋ ਸਕਦਾ ਹੈ ਨਾ ਵੇਖ ਰਹੇ ਹੋਣ, ਉਹਨਾਂ ਦੇ ਮਿਲਣ ਵਾਲੇ ਵੇਖ ਰਹੇ ਹੋਣਗੇ, ਹੈ ਨਾ। ਬਿਲਕੁਲ ਜੀ ਸਾਡੇ ਪ੍ਰੋਗਰਾਮ ਨੂੰ ਦੇਖਦੇ ਨਾ, ਉਹ ਵੇਖ ਰਹੇ ਹੋਣਗੇ, ਉਹਨਾਂ ਨੂੰ ਫੋਨ ਕਰਨ ਆ ਜਾਣ ਤੁਹਾਡੇ ਚੈਨਲ ਤੇ ਮੇਰੇ ਸਾਹਮਣੇ और मैं उन्होंने बुला लेना जेडे बेच गए सन, कोई दिक्कत थोड़ी है। मैं हाँ करती सी, मैं कहा तुम विधायक लड़ सकते हो, मैं जिला पंचायत लड़ लेना, अध्यक्ष मेरी किस्मत हो जाएगी तो मिल जाएगी, कोई गल नहीं। लेकिन ये पीछे हट गए।
ਫਿਰ ਉਸ ਤੋਂ ਬਾਅਦ ਅੱਛਾ, ਆਫਰ ਵੀ ਉਹਨਾਂ ਵੱਲੋਂ ਸੀ, ਤੁਸੀਂ ਮੰਨ ਗਏ ਸੀ, ਫਿਰ ਉਹ ਪਿੱਛੇ ਹਟਦੇ ਨੇ, ਤੁਹਾਡੇ ਕਹਿਣ ਦਾ ਮਤਲਬ ਹੈ ਬਿਲਕੁਲ ਪਿੱਛੇ ਹਟੇ ਨੇ। ਤੁਸੀਂ ਨੀਵੇਂ ਫਿਰ ਵੀ ਹੋ ਗਏ ਸੀ। ਮੈਂ ਨੀਵਾਂ ਹੋਇਆ ਸੀ, ਮੈਂ ਕਿਹਾ ਕੋਈ ਗੱਲ ਨਹੀਂ, ਜਦ ਸਾਰੇ ਕੋ ਗੱਲ ਕਹਿੰਦੇ ਨੇ ਤਾਂ ਮੈਨੂੰ ਮੰਨ ਲੈਣੀ ਚਾਹੀਦੀ ਹੈ। ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਸਰਕਾਰ ਆਏਗੀ, ਮੈਨੂੰ ਕੋਈ ਅਹੁਦਾ ਦੇ ਦੇਣਗੇ, ਇਹ ਗੱਲ ਵੀ ਹੋਈ ਸੀ ਕਿ ਕਿਤੇ ਨਾ ਕਿਤੇ ਤੈਨੂੰ ਲੈ ਲਿਆ ਜਾਏਗਾ। ਤਾਂ ਮੈਂ ਕਿਹਾ ਠੀਕ ਹੈ, ਕੋਈ ਗੱਲ ਨਹੀਂ। और मैं भी आपकी स्थिति ਵੇਖ ਰਿਹਾ ਸੀ, 3 ਚੁਣਾव ਹਾਰ ਰਿਹਾ और मैं बहुत ज्यादा पूंजी ला चुकिया ਸੀ और ऐसी स्थिति है भी नहीं। और ਹੁਣ ਵੀ ਮੈਂ ਤੁਹਾਨੂੰ ਕਿਹਾ ਕਿ ਮੈਂ ਗਦਰਪੁਰ ਵਾਲਾ ਘਰ ਸੇਲ ਕੀਤਾ ਤਾਂ ਤੁਸੀਂ ਬਿਲਕੁਲ ਚੁਣਾव लड़ रहे हैं, ਉਹਦੀ ਕੋਈ ਦਿੱਕਤ ਨਹੀਂ। ਸ਼ਰਮ ਵਾਲੀ ਕੀ ਗੱਲ ਹੈ? ਪੈਸਾ ਹੋਏਗਾ ਤਾਂ ਆਦਮੀ ਚੁਣਾव ਲੜੇਗਾ ਨਾ, ਨਹੀਂ ਪੈਸਾ ਨਹੀਂ ਹੋਗਾ ਤਾਂ ਚੁਣਾव ਕਿਵੇਂ ਲੜ ਲੇਗਾ? ਨਹੀਂ, ਇਹ ਵਧੀਆ, ਤੁਸੀਂ ਇਮਾਨਦਾਰੀ ਨਾਲ ਸਾਰਾ ਆਪਣੇ ਆਪ ਹੀ ਸਾਰਾ ਦੱਸ ਰਹੇ ਹੋ। ਹਾਂ ਨਹੀਂ ਈਮਾਨਦਾਰੀ ਕੀ ਵਾਸਤਵਿਕਤਾ ਹੈ। ਹਾਂ ਵੀ ਲੋਕਾਂ ਦੇ ਇੱਕ ਮੈਸੇਜ ਆਂਦਾ ਕਿ ਤੁਸੀਂ ਮੰਨ ਲਓ ਜਿਵੇਂ ਇੱਕ ਵੀਡੀਓ ਵਾਇਰਲ ਹੋਈ, ਤੁਸੀਂ ਦੇਣਦਾਰੀ ਦੇਣੀ ਹੈ, ਉਹ ਤੋਂ ਬਾਅਦ ਲੋਕਾਂ ਦੀ ਵੀ ਉਹਨਾਂ ਨੂੰ ਜਵਾਬ ਤਾਂ ਦੇ ਰਹੇ ਹੋ ਵੀ ਤੁਸੀਂ ਆਪਣਾ ਘਰ ਵੇਚ ਕੇ ਹੁਣ ਇਹ ਲੜ ਰਹੇ ਹੋ। ਬਿਲਕੁਲ ਇੱਕ ਰੁਦਰਪੁਰ ਪਲਾਟ ਹੈ, ਉਹਦੀ ਮੇਰੀ ਗੱਲ ਚੱਲ ਰਹੀ ਹੈ, ਲਗਭਗ ਗੱਲ ਹੋ ਹੀ ਗਈ ਹੈ। ਉਹ ਵੀ ਸੇਲ ਕਰਕੇ ਉਹ ਵੀ ਹਾਂ ਉਹ ਵੀ ਲਾਤਾ ਕਿ ਇਹਨੇ ਨਾਲ ਕੰਮ ਨਹੀਂ ਅੱਛਾ, ਇਹਨਾਂ ਸਮਰਪਣ ਭਾਵ ਜਨਤਾ ਦੀ ਸੇਵਾ ਦੇ ਲਈ ਤੁਸੀਂ ਕਰੋੜਾਂ ਰੁਪਏ ਦਾ ਆਪਣਾ ਨੁਕਸਾਨ ਕੀਤਾ ਹੈ ਤੇ ਅਜੇ ਤੱਕ ਭਾਵੇਂ ਜਨਤਾ ਤੁਹਾਨੂੰ ਪਿਆਰ ਨਹੀਂ ਮਿਲਿਆ, ਤੇ ਇਹਨਾਂ ਸਮਰਪਣ ਭਾਵ ਕਿਵੇਂ ਮਤਲਬ? ਇਸ ਗੱਲ ਦਾ ਵੀ ਮੈਂ ਤੁਹਾਨੂੰ ਜਵਾਬ ਦੇਵਾਂਗਾ, ਲੇਕਿਨ ਉਹ ਗੱਲ ਪਹਿਲੇ ਪੂਰੀ ਕਰਨੀ ਹੈ ਨਾ। ਦੇਖੋ ਉਹ ਗੱਲ ਇਹਨਾਂ ਨੇ ਸਿਰੇ ਨਹੀਂ ਚੜਾਈ, ਤੇ ਉੱਥੇ ਮੈਂ ਇੱਕ ਜ਼ਿਲ੍ਹਾ ਪੰਚਾਇਤ ਦੇ ਕਾਂਗਰਸੀ ਲੜਾ ਰਹੇ ਸੀ ਆਪਦੇ, ਔਰ ਮੈਂ ਵੀ ਬੀਐਸਪੀ ਤੋਂ ਲੜਾ ਰਿਹਾ ਸੀ। ਮੈਂ ਅਸ਼ੋਕ ਕੰਬੋਜ ਨੂੰ ਲੜਾ ਰਿਹਾ ਸੀ, ਉਹ ਵੀ ਆਪਣਾ ਕੰਬੋਜ ਸਮਾਜ ਤੋਂ ਹਨ, ਅਸ਼ੋਕ ਕੰਬੋਜ ਜੀ ਹਨ, ਤੇ ਮੈਂ ਉਹਨਾਂ ਨੂੰ ਲੜਾ ਰਿਹਾ ਸੀ। ਮੈਂ ਕਿਹਾ ਚਲੋ ਠੀਕ ਹੈ, ਮੈਂ ਇੰਨੇ ਤੱਕ ਐਗਰੀ ਹੋ ਗਿਆ। ਇਹ ਵਾਹਿਗੁਰੂ ਨੂੰ ਜਾਣਦੇ ਨਹੀਂ ਹੈ, ਮੈਂ ਵਾਹਿਗੁਰੂ ਦੇ ਦਰਬਾਰ ਦੇ ਕੋਲ ਬਿਲਕੁਲ ਕੋਲ ਹੀ ਹਾਂ, 4 ਕਦਮ ਤੇ ਹੈ। ਉਹਨਾਂ ਨੂੰ ਵੀ ਕਹਿਣਾ ਆ ਜਾਣੇ, ਗੱਲ ਝੂਠ ਹੋਏ ਤਾਂ। ਮੈਂ ਕਿਹਾ ਤੁਸੀਂ ਇੱਕ ਕੰਮ ਕਰੋ, ਚਲੋ ਠੀਕ ਹੈ, ਅਗਰ ਨਹੀਂ ਮੰਨ ਰਿਹਾ ਨਾ, ਤੁਸੀਂ ਮੇਰੀ ਇੰਨੀ ਇੱਜ਼ਤ ਰੱਖ ਲਓ, ਮੈਂ ਵੀ ਨਹੀਂ ਬੰਦਾ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਹਾਂ ਕਰ ਦਿੱਤੀ ਹੈ ਨਾ। ਕਿਤੇ ਨਾ ਕਿਤੇ ਸਰਕਾਰ ਆਏਗੀ, ਇਹ ਤੁਹਾਡੇ ਨਾਲ ਰਵਾਂਗਾ, ਤੇ ਕਿਤੇ ਲਾ ਲਿਆ ਜੇ, ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਮੈਨੂੰ ਆਪਦੇ ਨਾਲ ਜੋੜ ਲਿਆ ਜੇ। ਔਰ ਮੈਂ ਚੁਣਾਵ ਤੋਂ ਬਿਲਕੁਲ ਮਨ ਹਾਰ ਚੁੱਕਿਆ ਸੀ। ਮੈਂ ਕਿਹਾ ਤੁਸੀਂ ਸਿਰਫ ਅਸ਼ੋਕ ਕੰਬੋਜ ਨੂੰ ਚੁਣਾਵ ਲੜਾ ਦਿਓ ਤੇ ਮੈਂ ਤੁਹਾਡੇ ਨਾਲ ਖਲੋਤਾ। ਇਹਨਾਂ ਅਸ਼ੋਕ ਕੰਬੋਜ ਨੂੰ ਵੀ ਚੁਣਾਵ ਨੇ ਲੜਾਇਆ, ਅਸ਼ੋਕ ਕੰਬੋਜ ਨੂੰ ਮੈਂ ਚੁਣਾਵ ਲੜਾਇਆ। ਜਦੋਂ ਅਸ਼ੋਕ ਕੰਬੋਜ ਨੂੰ ਮੈਂ ਚੁਣਾਵ ਲੜਾਇਆ ਤਾਂ ਉਹਦਾ ਦੂਸਰਾ ਨੰਬਰ ਆਇਆ, ਔਰ ਜਿਨ੍ਹਾਂ ਨੂੰ ਇਹਨਾਂ ਨੇ ਰਜਿੰਦਰਪਾਲ ਭਾਈ ਸਾਹਿਬ ਨੇ ਲੜਾਇਆ, ਉਹਨਾਂ ਦਾ ਤੀਸਰਾ ਨੰਬਰ ਆਇਆ। ਮਜ਼ੇ ਦੀ ਗੱਲ ਦੇਖੋ, ਜਿਹਨੂੰ ਮੈਂ ਚੁਣਾਵ ਲੜਾ ਰਿਹਾ, ਕਹਿਣ ਦਾ ਮਤਲਬ ਜਿਹੜੀ ਤੁਹਾਡੀ ਛਵੀ ਇੱਕ ਪ੍ਰਚਲਿਤ ਕੀਤੀ ਗਈ ਹੈ ਕਿ ਜਰਨੈਲ ਸਿੰਘ ਕਾਲੀ ਬੜਾ ਜਿੱਦੀ ਬੰਦਾ ਹੈ, ਉਹ ਵਰਦਨ, ਤੁਸੀਂ ਤੁਹਾਡਾ ਕਹਿਣ ਦਾ ਭਾਵ ਹੈ ਕਿ ਤੁਸੀਂ ਫਿਰ ਵੀ ਨੀਵੇਂ ਹੋ ਕੇ ਇਹਨਾਂ ਦੀ ਸਾਰੀ ਗੱਲਾਂ ਤੇ ਤਿਆਰ ਹੋ ਗਏ ਸੀ, ਲੇਕਿਨ ਫਿਰ ਇਹਨਾਂ ਵੱਲੋਂ ਮਤਲਬ बदनाम करने की कोशिश की गई है, और कितनी नहीं गई, बहुत बड़ा इल्जाम लाया मेरे ते। एक भी मैं कहना, मैं 3-4 बारी कह चुकिया, फिर कहना, हाली शो ते बैठे आप, हाली भी टाइम दे रहे हैं। अगर मैं झूठा पाया जावा, मैं नीवा हो गया, मैं इन्होंने दाव दे दिता सी, मैं कहा जाओ दाव थोड़ा, तुसी लड़ो चुनाव, तुसी चुनाव लड़ो। मैं जिला पंचायत, हाँ ये पूरे नहीं उतरे, ये खरे नहीं उतरे, ये पिछे हट गए। तो हुण जनता ये गल जदों मैं तो ये कहांगा कि टिकट किसी ਨੂੰ ਮਿਲ ਸਕਦੀ ਹੈ ਨਾ, ਅਗਰ ਇਹਨਾਂ ਨੂੰ ਮਿਲਦੀ, ਸਪੋਜ਼ ਕਰੋ ਇਹ ਜਦੋਂ ਜਾਣਗੇ ਨਾ, ਤੇ ਮੈਂ ਜਨਤਾ ਨੂੰ ਕਹਿ ਵੀ ਰਿਹਾ, ਔਰ ਜਾ ਕੇ ਮੈਂ ਕਹਾਂਗਾ ਵੀ, ਅਗਰ ਮੈਂ ਝੂਠਾ ਹਾਂ ਨਾ ਤਾਂ ਮੈਨੂੰ ਤੁਸੀਂ ਡਾਂਗਾ ਨਾਲ ਵੀ ਮਾਰਿਆ ਜੇ ਤਾਂ ਮੈਂ ਕੁਝ ਨਹੀਂ ਕਹਾਂਗਾ। ਇੱਕ ਚੀਜ਼ ਹੋਰ, ਲੇਕਿਨ ਗੱਲ ਸੁਣੋ, ਮੈਂ ਅਗਰ ਝੂਠਾ ਹਾਂ ਤਾਂ ਮੈਂ ਡਾਂਗਾ ਨਹੀਂ ਮਾਰੇ, ਕੋਈ ਕੁਝ ਨਹੀਂ ਕਹਾਂਗਾ। ਇਹਨਾਂ ਨੂੰ ਉੱਥੇ ਜਵਾਬ ਦੇਣਾ ਪਏਗਾ। ਇੱਕ ਚੀਜ਼ ਹੋਰ, ਸਪੋਜ਼ ਕਰੋ ਹੁਣ ਕਾਂਗਰਸ ਤੋਂ ਅਗਰ ਰਜਿੰਦਰਪਾਲ ਜੀ ਨੂੰ ਟਿਕਟ ਮਿਲ ਜਾਂਦੀ ਹੈ, ਤੁਸੀਂ ਫਿਰ ਸਾਹਮਣੇ ਆਉਂਦੇ ਹੋ ਦੋਨੋਂ ਕੈਂਡੀਡੇਟ, ਉਸ ਤੋਂ ਬਾਅਦ ਕੋਈ ਸਮਝੌਤੇ ਦੀ ਗੁੰਜਾਇਸ਼ ਰਹੇਗੀ? ਜੇ ਪਬਲਿਕ ਚਾਹੇਗੀ ਕਿ ਤੁਹਾਨੂੰ ਇੱਕ ਕੀਤਾ ਜਾਏ, ਦੋਨੋਂ 'ਚ ਇੱਕ ਲੜਾਇਆ, ਉਦੋਂ ਕੋਈ ਗੁੰਜਾਇਸ਼ ਬਣਦੀ ਹੈ? ਅੱਛਾ ਮੇਰੀ ਗੱਲ ਸੁਣੋ, ਹਾਲੀ ਤਾਂ ਉਹਨਾਂ ਦੀ ਕਿਸੇ टिकट नहीं हुई। अच्छा नहीं, मैं एक आंकड़े आपका एक आइडिया लगा, नहीं हुई ना। और जब मैं इन्हें सबूत दे रहा और मैं कह रहा कि तुसी, मैं डिबेट कर रहा, भेजो, और जनता भी आ जाए, जनता ਉਹਨੂੰ ਕੋਈ ਉਹ ਨਹੀਂ। मेरे सवाल का जवाब नहीं, मेरे सवाल मैं सपोज करो, ਇੱਕ ਆਪਾਂ ਕਹਿੰਦੇ ਕਿ ਰਜਿੰਦਰਪਾਲ ਸਿੰਘ ਮੰਨ ਲਓ ਟਿਕਟ ਮਿਲ ਗਈ, ਇਧਰੋਂ ਵੀ ਪੰਜਾਬੀ ਉਧਰੋਂ ਵੀ ਪੰਜਾਬੀ, ਫਿਰ ਸਿੱਧਾ ਇੱਕ ਮੈਸੇਜ ਆਏਗਾ ਕਿ ਪਾਂਡੇ ਸਭ ਜਿੱਤ ਜਾਣਗੇ ਬੀਜੇਪੀ ਤੋਂ। ਉਸ ਦੌਰਾਨ ਕੋਈ ਸਮਝੌਤੇ ਦੀ ਗੁੰਜਾਇਸ਼ ਰਹੇਗੀ ਤੁਹਾਡੇ ਵੱਲੋਂ? ਅੱਛਾ ਮੇਰੀ ਗੱਲ ਸੁਣੋ, ਪਹਿਲੀ ਗੱਲ ਤਾਂ ਹੁਣ ਇਸ ਚੀਜ਼ ਦੀ ਕਾਂਗਰਸ ਦੇਖੇ ਟਿਕਟ ਕਿਹਨੂੰ ਦੇਣੀ। ਆਪਾਂ ਇੱਕ ਆਈਡੀਆ, ਇੱਕ ਜਨਤਾ ਆਪਾਂ ਮੈਸੇਜ ਤਾਂ ਦਈਏ ਵੀ ਤੁਹਾਡੀ ਅੰਦਰ ਦੀ ਗੱਲ ਕੀ ਹੈ। ਇੱਕ ਮੈਸੇਜ, ਅਗਰ ਸਪੋਜ਼ ਕਰੋ ਰਜਿੰਦਰਪਾਲ ਜੀ ਨੂੰ ਟਿਕਟ ਮਿਲ ਜਾਂਦੀ ਹੈ, ਆਮੋ ਸਾਹਮਣੇ ਹੋ ਗਏ ਤੁਸੀਂ, ਉਸ ਦੌਰਾਨ ਕੋਈ ਸਮਝੌਤੇ ਦੀ ਗੁੰਜਾਇਸ਼ ਬਚਦੀ ਹੈ? ਦੇਖੋ जनता ने ही चुनाव लड़ाया, अगे भी जनता ने लड़ाना है, और जनता दे विच पहले भी स्वीकारिया गया सी, अज भी मैं जनता दे विच खलोता बिल्कुल। जनता दी पग मेरे सिर ते पग है ना, जनता दी पग है। अगर मैं टुर रहा ना, तो अगर जनता नकार दिंदी तो अज मैं टुर जो जनता चाहेगी तुसी वो बिल्कुल। जनता ने कहा सी जेड़ा पहले टिकट लियाएगा ਉਹਨੂੰ ਚੁਣਾਵ ਅਸੀਂ ਲੜਾਵਾਂਗੇ। ਉਸ ਦੇ ਬਾਵਜੂਦ ਵੀ ਜੇ ਤੁਸੀਂ ਗੱਲ ਕੀਤੀ, ਉਸ ਗੱਲ ਦਾ ਵੀ ਜਵਾਬ ਦੇ ਰਿਹਾ। ਇਹ ਗੱਲ ਵੀ ਮੈਂ ਜਨਤਾ ਤੇ ਛੱਡਾਂਗਾ। ਅਗਰ ਮੇਰੇ ਤੇ ਜੋ ਇਹਨਾਂ ਨੇ ਇਲਜ਼ਾਮ ਲਗਾਏ ਨੇ, ਇਹ ਇਲਜ਼ਾਮ ਸਿੱਧ ਕਰ ਦੇਣ, ਔਰ ਜੋ ਮੈਂ ਇਹਨਾਂ ਨੂੰ ਕਮਿਟਮੈਂਟ ਕੀਤਾ ਸੀ ਕਿ ਜਾਓ ਤੁਹਾਨੂੰ ਅੱਜ ਮੈਂ ਵਿਧਾਇਕੀ ਲੜਾਵਾਂਗਾ, ਮੈਂ ਜ਼ਿਲ੍ਹਾ ਪੰਚਾਇਤ ਲੈ ਲਾਂਗਾ, ਇਸ ਗੱਲ ਦਾ ਵੀ ਮੈਂ ਝੂਠਾ ਹੋਵਾਂ
ਤਾਂ ਮੈਂ ਦੋਸ਼ੀ ਹਾਂ। ਮੈਂ ਦੋਸ਼ੀ ਹਾਂ। ਅਗਰ ਬਿਲਕੁਲ ਪਾਕ ਸਾਫ ਪਾਵਾਂ ਤੇ ਜਨਤਾ ਮੇਰੇ ਨਾਲ ਖਲੋਤੀ, ਜਨਤਾ ਤਾਂ ਵੇਖ ਰਹੀ ਹੈ ਨਾ ਮੈਨੂੰ। ਤੁਸੀਂ ਮੇਰੀ ਗੱਲ ਦਾ ਜਵਾਬ ਗੋਲ ਮੋਲ ਦਿੱਤਾ ਜੇ। ਮੈਂ ਵੇਖੋ ਤੁਸੀਂ ਆਪਣੀ ਗੱਲ ਸਾਰੀ ਕਹਿ ਲਈ, ਮੈਂ ਕਹਿ ਰਿਹਾ ਸਪੋਜ਼ ਕਰੋ ਵੀ ਕਾਂਗਰਸ ਤੋਂ ਰਜਿੰਦਰਪਾਲ ਜੀ ਨੂੰ ਟਿਕਟ ਮਿਲ ਜਾਂਦੀ ਹੈ, ਤੁਸੀਂ ਆਪਣੀ ਸਾਰੀ ਗੱਲ ਕਹਿਤੀ ਕਿ ਤੁਸੀਂ ਆਪਣੀ ਜਗ੍ਹਾ ਠੀਕ ਸੀ, ਇਹਨਾਂ ਵੱਲੋਂ ਗਲਤ ਹੋਇਆ। ਉਸ ਦੌਰਾਨ ਕੋਈ ਸਮਝੌਤੇ ਦੀ ਗੁੰਜਾਇਸ਼ ਬਣਦੀ ਹੈ ਜੇ ਜਨਤਾ ਤੁਹਾਨੂੰ ਕਹੇ ਦੋਨਾਂ ਚੋਂ ਕੋਈ ਇੱਕ ਹੋਏ, ਉਸ ਸਮੇਂ ਤੁਹਾਡਾ ਰਿਐਕਸ਼ਨ ਕੀ ਹੈ ਉਸ ਸਵਾਲ? ਦੇਖੋ ਅਗਰ ਹੁਣ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹ ਜਵਾਬ ਜਨਤਾ ਅਗਰ ਕਹਿੰਦੀ ਹੈ, ਅਗਰ ਇਹ ਗੱਲ ਹੁੰਦੀ ਹੈ, ਇਹ ਜਨਤਾ ਤੇ ਛੱਡਿਆ ਜਾਏਗਾ ਨਾ। ਜਨਤਾ ਤੇ ਜਨਤਾ ਅਗਰ ਕਹਿੰਦੀ ਹੈ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਹੈ, ਮੈਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਔਰ ਮੈਂ ਪਾर्टी तो बगैर पूछे तो कोई काम नहीं कर सकता। मैं पार्टी में समर्पित हाँ। वोट तो जनता ने देने। नहीं मेरी गल सुनो, मैं पार्टी जनता वोट ही नहीं देगी तो पार्टी मेरी गल तो सुनो, मैं पार्टी में समर्पित हाँ ना। मैं कोई भी काम करांगा पार्टी से पूछ के करांगा और बिल्कुल जनता ने भी तुसीं गल की है और गल इहो जी की है कि इनका जवाब देना भी बहुत जरूरी है। अगर इनका जवाब नहीं देना तो मेरी जिन्नी भी तुसीं डिबेट वैसे जाना चाहिए ना क्लियर। बिल्कुल जनता इस चीज़ ਨੂੰ देखे जो इल्जाम मेरे ते लगाए गए ने ਉਹ ਇਲਜ਼ਾਮਾਂ ਦਾ ਉਹ ਸਾਬਿਤ ਕਰਦੇ ਮੈਨੂੰ ਔਰ ਜੋ ਮੈਨੂੰ ਵਾਅਦਾ ਕੀਤਾ ਸੀ ਕਿ ਜ਼ਿਲ੍ਹਾ ਪੰਚਾਇਤ ਦੇ ਟਾਈਮ ਕਿ ਜਾਂ ਤੈਨੂੰ ਮੈਂ ਚੁਣਾਵ ਲੜਾਵਾਂਗਾ, ਮੈਂ ਜ਼ਿਲ੍ਹਾ ਪੰਚਾਇਤ ਲੜ ਲਾਂਗਾ, ਇਹ ਪਿੱਛੇ ਹਟ ਗਿਆ। ਅਗਰ ਕਿੱਥੇ ਵੀ ਇੱਕ ਵੀ ਸੂਤ ਮੇਰੇ ਤੇ ਇੱਕ ਹੋ ਜਾਏ ਕਿ ਮੈਂ ਝੂਠ ਬੋਲ ਰਿਹਾ, ਗੁਰਦੁਆਰੇ ਬਹਿ ਕੇ ਸਭ ਗੱਲ ਕਰ ਲਓ, ਮੰਦਿਰ ਮਸਜਿਦ ਕਿੱਥੇ ਬਹਿ ਕੇ ਗੱਲ ਕਰ ਲਓ, ਤੇ ਜਿਵੇਂ ਜਨਤਾ ਕਹੇਗੀ ਮੈਂ ਜਨਤਾ ਦੇ ਨਾਲ ਹਾਂ, ਜੋ ਜਨਤਾ ਕਹੇਗੀ ਮੈਂ ਕਰਾਂ। ਬਸ ਇਹ ਸਵਾਲ ਤੁਹਾਡਾ ਸੀ ਕਿ ਜਨਤਾ ਜੋ ਚਾਹੇਗੀ ਤੁਸੀਂ ਉਹ ਕਰਾਂ। ਬਿਲਕੁਲ ਬਹੁਤ ਤੁਹਾਡਾ ਧੰਨਵਾਦ। ਸੋ ਸਮਾਂ ਥੋੜਾ ਜਿਹਾ ਜ਼ਿਆਦਾ ਹੋ ਗਿਆ, ਕੋਈ ਗੱਲ ਤੁਹਾਨੂੰ ਰਹਿ ਗਈ ਲੱਗਦਾ ਕਿ ਤੁਸੀਂ ਜਾਣਾ ਕੋਈ ਹੋਰ ਕੁਝ ਕਹਿਣਾ ਚਾਹੁੰਦੇ ਹੋ, ਕਿਉਂਕਿ ਅਸੀਂ ਪ੍ਰੋਗਰਾਮ ਨੂੰ ਸਮੇਟਣਾ ਜੋ ਸਾਡਾ ਜਿੰਨਾ ਸਮਾਂ ਸੀ ਉਸ ਤੋਂ ਜ਼ਿਆਦਾ ਹੋ ਚੁੱਕਿਆ। ਮੈਂ ਜਨਤਾ ਦਾ ਪੈਸਾ ਨਾ ਪਹਿਲੇ ਤਾਂ ਤੁਹਾਡੇ ਚੈਨਲ ਦਾ ਸਾਡਾ ਤਾਂ ਵੇਖੋ ਸਾਡੀ ਜੌਬ ਹੈ ਕਹਾਂਗਾ ਕਿ ਜਿੰਨਾ ਵੀ ਸਮਾਂ ਹੋ ਗਿਆ ਲੇਕਿਨ ਜਨਤਾ ਦੀ ਮੈਸੇਜ ਵੀ ਜਾਣਾ ਬਹੁਤ ਇੰਟਰਸਟਿੰਗ ਹੈ। ਵੇਖੋ ਅਜੇ ਵੀ 150 ਤੋਂ ਜ਼ਿਆਦਾ ਲੋਕ ਇਸ ਚਰਚਾ ਦੇ ਵਿੱਚ ਜੁੜੇ ਹੋਏ ਨੇ, ਯਾਨੀ ਕਿ ਤੁਹਾਡੀ ਸਾਡੀ ਜਿਹੜੀ ਚਰਚਾ ਹੋਈ ਹੈ ਇਹ ਬਹੁਤ ਵਾਇਰਲ ਹੋਣੀ ਹੈ। ਜਨਤਾ ਦੇ ਵਿੱਚ ਇੱਕ ਕਰੇਜ ਜਿਗਿਆਸਾ ਸੁਣਨ ਨੂੰ ਆਪਾਂ ਕੀ ਬੋਲਿਆ ਤੇ ਹੋਰ ਕੁਝ ਤੁਸੀਂ ਮੈਸੇਜ ਦੇਣਾ ਚਾਹੋਗੇ? ਮੈਂ ਜਨਤਾ ਨੇ ਕਹਾਂਗਾ ਦੇਖੋ ਚੁਣਾव ਤਾਂ ਆਉਂਦੇ ਜਾਂਦੇ ਰਹਿੰਦੇ ਨੇ ਔਰ ਚੁਣਾव ਵਿੱਚ ਕਦੀ ਵੀ देखो जो इंसान हार जाएगा वो अपने घर चला जाएगा, जो जीत जाएगा वो राज करेगा। कभी भी तुसी भैन भरा जे मेरे चुनाव लड़ाओ लेकिन आप आपस में ना लड़ो। आपस में कभी चुनाव ये ना लड़ो कि तू ये नहीं किता तू वो नहीं किता। जितन वाला चाहे हारन वाला वो अपने अपने घर चले जाएंगे। आपस में कभी भी लड़ाई ना पाओ। तुसी ये देखो वास्तविकता ये देखो कि कौन जुड़िया रहा सी। ठीक है एक इल्जाम मेरे ते ना लाया कि मैं घट टाइम दिता। मैं चुनाव नूं मन तू बिल्कुल हटा चुकिया सी कि मैं चुनाव नहीं लड़ांगा और विकल्प आया और जनता दे विच गया मैं और मैं पार्टी अपने पार्टी वालियां तू जो हमारे साडे प्रभारी दिनेश मोनिया जी हैं मैं उन्हां तू 1 साल का टाइम लिया सी कि थोड़ा टाइम रुको, मैं जा रहा हूँ, थोड़ा टाइम रुको। मेरी ज्वाइनिंग पहले ही कराना चाह रहे सन लेकिन मैं ज्वाइनिंग रोकी। ज्वाइनिंग बिल्कुल मैं नेड़े लिया और लोगों तो मैं पूछा लोग ना क्या कि हाँ दिल्ली अगर सरकार वास्तव में लड़ाती है तो तुसी लड़ जाए जे, अन्यथा तुसी बसपा तो चुनाव या कांग्रेस चुनाव ना लड़िया जे। वो मैं ना बसपा च गया ना कांग्रेस से गया और असी चुनाव लड़ने वास्ते आ रहे हैं और चुनाव का माहौल भी है और इस टाइम कोविड भी चल रहा है। कोविड तो बच के सारे रहना है और वोटिंग करो, डट के करो, आपके समर्थक ਜਿਹੜੇ हैं उन्होंने करो लेकिन आपस में कभी वाद विवाद नहीं करना किसी भी। देखो मेरी हाथ जोड़ बेनती है अगर मैं जीत जाऊंगा तो मैं भी वर्क करांगा, होर कोई जीतेगा वो भी वर्क करेगा लेकिन आपस में तुसी कभी नहीं लड़ना। आपस में कई बार हो जाता है कि तू उस पार्टी नाल चलिया सी तू उस पार्टी नाल चल, नहीं सब एक चुनाव तो बाद सारे नेता एक हो जाते हैं। ये मैं सुनिया आज तक मैं नेता बनया नहीं, मैं नेता बनया बहुत बहुत धन्यवाद। तो इस करके मेरी गुजारिश है कि चुनाव जित के नेता बन जाता है। मैं हाली बनया नहीं लेकिन मैंने पता है नेता वादे इकट्ठे हो जाते हैं, एक आपस में सारी गल्लां करते हैं लेकिन जनता जाके जनता का दुख कोई नहीं मिटता। इस करके चुनाव लड़ाओ अपनी मनसा नाल, जिन्हों तुसी अच्छा समझते जे, जिन्हों तुसी लाइक करोगे वही जीतेगा। उनके से यही वेख के चलना कि जिन्ना कुछ मैं बोलिया है ये वास्तव में अगर मैं कितने गलत हाँ तो तुसी बिल्कुल जो मेरे मत्थे लगोगे मेरे तो जवाब सवाल करे जे इस चीज़ का मैं तुम्हें जवाब भी देंगा। तो चुनाव तुसी जिन्हों लड़ाना लड़ाओ लेकिन आप कभी नहीं लड़ना। क्यों चुनाव खत्म अच्छा तो अपने अपने सारे घर चले जाते हैं और चुनाव तो बाद अपना बंद कर दो। चुनाव तो बाद वाद विवाद जनता च रह जाता है और कैंडीडेट अपने घर चले जाते हैं। और भाई यही पुनः एक बार गल कहांगा कि चुनाव लड़ाओ जिन्होंने लड़ाना है लेकिन वाद विवाद आपस में कभी ना करना। बहुत बहुत धन्यवाद।
ਸੋ ਪਿਆਰੇ ਦਰਸ਼ਕੋ, ਸਾਡੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਸੀ ਸਰਦਾਰ ਜਰਨੈਲ ਸਿੰਘ ਕਾਲੀ ਜੀ, 65 ਵਿਧਾਨ ਸਭਾ ਗਦਰਪੁਰ ਤੋਂ ਆਮ ਆਦਮੀ ਪਾਰਟੀ ਤੋਂ ਪ੍ਰਤਿਆਸ਼ੀ ਨੇ। ਬਹੁਤ ਹੀ ਅਸੀਂ ਤਿੱਖੇ ਸਵਾਲ ਇਹਨਾਂ ਨੂੰ ਕੀਤੇ ਨੇ, ਲੇਕਿਨ ਸਾਰੇ ਹੀ ਸਵਾਲ ਜਿਹੜੇ ਲਗਭਗ ਇਹਨਾਂ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਬੜਾ ਔਖਾ ਹੁੰਦਾ ਹੈ ਕਿ ਜਿਹੜੇ ਆਮ ਜਨਤਾ ਦੇ ਵਿੱਚ ਸਵਾਲ ਹੁੰਦੇ ਨੇ ਉਹਨਾਂ ਦੇ ਜਵਾਬ ਦੇਣਾ। ਸੋ ਧੰਨਵਾਦ ਕਰਦੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਪ੍ਰਤਿਆਸ਼ੀ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਦੇਖ ਰਹੇ ਸੀ ਸਿੱਖ ਸੰਗਤ ਨਿਊਜ਼, ਸਿੱਖ ਸੰਗਤ ਉੱਤਰਾਖੰਡ ਦੇ ਫੇਸਬੁੱਕ ਪੇਜ ਤੇ। ਇੱਕ ਵਾਰ ਫਿਰ ਧੰਨਵਾਦ ਕਰਕੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਪਾਸੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।